वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ मैं ਤੁਹਾਡੀ ਹੋਸਟ ਅਨੀਲ ਮਖੌਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 14 सितंबर 2022 30 भादो नानकशाही संवत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਲ ਕੇਬਲ ਕੈਨੇਡਾ roku ਚਾਤੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਵੱਲੋਂ। ਸੋ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਕੀਤੀ ਟੀਵੀ 84 ਦੀ ਹਮਾਇਤ ਲਈ ਅਸੀਂ ਸਥਾਨਕ ਸੰਗਤਾਂ ਅਤੇ ਸਮੂਹ ਕਮੇਟੀ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਹਿੰਦੀ ਭਾਸ਼ਾ ਦੇ ਹਵਾਲੇ ਨਾਲ ਕਿ ਭਾਰਤ ਦੇ ਹਿੰਦੂ ਤਵੀ ਹਾਕਮਾਂ ਵੱਲੋਂ ਹਿੰਦੀ ਨੂੰ ਜ਼ਬਰਦਸਤੀ ਠੋਸਿਆ ਜਾ ਰਿਹਾ। ਹਾਲਾਂਕਿ ਭਾਰਤ ਵਿੱਚ 29% ਤੋਂ ਵੀ ਘੱਟ ਜਿਹੜੇ ਲੋਕ ਨੇ ਹਿੰਦੀ ਬੋਲਦੇ ਨੇ ਔਰ ਲਗਭਗ 200 ਸਾਲ ਪੁਰਾਣੀ ਹਿੰਦੀ ਜ਼ੁਬਾਨ ਹਿੰਦੂ ਤਵੀਆਂ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਬਹੁਤ ਜ਼ਰੂਰੀ ਹੈ। 14 ਸਤੰਬਰ ਦਾ ਦਿਨ ਹਿੰਦੀ ਜਿਹੜੇ ਦਿਵਸ ਵਜੋਂ ਐਲਾਨਿਆ ਗਿਆ ਹੈ ਜਦੋਂ ਕਿ ਮੈਜੋਰਿਟੀ ਲੋਕਾਂ ਲਈ ਇਹ ਕਾਲਾ ਦਿਵਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਉਹਨਾਂ ਦਾ ਮੈਨੇਜਮੈਂਟ ਦਾ ਸੰਗਤ ਦਾ ਸ਼ੁਕਰੀਆ ਅਦਾ ਕਰਦੇ। ਅੱਛਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਾਨੂੰ ਦੀਦਾਰ ਦਰਸ਼ਨ ਕਰਨ ਦਾ ਜਿਹੜਾ ਉਹ ਸੁਭਾਗ ਹਾਸਲ ਹੋਇਆ ਔਰ ਸੰਗਤ ਨੂੰ ਸੰਬੋਧਨ ਕਰਨ ਦਾ ਵੀ। ਬੇਸ਼ੱਕ ਅਸੀਂ ਆਪਣੇ ਵਕਤ ਤੋਂ ਲੇਟ ਸੀ ਲੇਕਿਨ ਸੰਗਤ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਇਸ ਗੁਰਦੁਆਰਾ ਸਾਹਿਬ ਨੂੰ ਰਨ ਕਰਨ 'ਚ ਸਾਡੇ ਵੀਰ ਬਲਕਰਨ ਸਿੰਘ ਜਿਹੜੇ ਪੁਰਾਣੇ ਫੈਡਰੇਸ਼ਨ ਦੇ ਐਕਟਿਵਿਸਟ ਨੇ ਔਰ ਉਹਨਾਂ ਦੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ ਹੈ। ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਹੈ। ਜਿਹੜੀ ਸੜਕ ਵੀ ਉਸ ਪਾਸੇ ਜਾਂਦੀ ਹੈ ਉਸ ਦਾ ਨਾਮ ਗੁਰਦੁਆਰਾ ਰੋਡ ਹੈ ਔਰ ਟੋਰਾਂਟੋ ਏਰੀਏ 'ਚ ਪੰਥਕ ਸਰਗਰਮੀਆਂ ਖਾਲਿਸਤਾਨੀ ਸਰਗਰਮੀਆਂ ਦਾ ਕੇਂਦਰ ਹੈ। ਸੋ ਉਹਨਾਂ ਨੇ ਬਹੁਤ ਮਾਣ ਪਿਆਰ ਵੀ ਦਿੱਤਾ ਹੈ ਔਰ ਦੂਸਰੀਆਂ ਗੁਰਦੁਆਰਾ ਕਮੇਟੀਆਂ ਵੀ ਇਸ ਗੁਰਦੁਆਰਾ ਸਾਹਿਬ ਪਹੁੰਚੀਆਂ ਹੋਈਆਂ ਸੀ ਔਰ ਉਹਨਾਂ ਨੇ ਟੀਵੀ 84 ਦੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਔਰ ਆਨਰ ਵੀ ਕੀਤਾ ਔਰ ਮਾਈਕ ਮਦਦ ਵੀ ਕੀਤੀ। ਸੋ ਅਸੀਂ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਅਸੀਂ ਇੱਕ ਦੁਖਦਾਈ ਖਬਰ ਵੀ ਪਹਿਲਾਂ ਸਾਂਝੀ ਕਰਦੇ ਹਾਂ। ਯੂਬਾ ਸਿਟੀ ਔਰ ਦੀਦਾਰ ਸਿੰਘ ਬੈਂਸ ਇਹ ਦੋ ਨਾਂ ਇੱਕ ਦੂਜੇ ਨਾਲ ਓਤ ਪ੍ਰੋਤ ਨੇ ਕਿਉਂਕਿ ਜਦੋਂ ਅਸੀਂ ਨਵੰਬਰ ਦੇ ਪਹਿਲੇ ਹਫਤੇ ਖਾਸ ਤੌਰ 'ਤੇ ਜਿਸ ਨੂੰ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਨਾਂ ਨਾਲ ਯਾਦ ਕਰਦੇ ਹਾਂ ਜਿਸ ਨੂੰ ਸੈਲੀਬ੍ਰੇਟ ਕਰਨ ਦਾ ਉਹਨਾਂ ਨੇ ਜਿਹੜਾ ਉਹ ਬੀੜਾ ਚੁੱਕਿਆ ਉਹਦੀ ਸ਼ੁਰੂਆਤ ਕੀਤੀ। ਹਾਲਾਂਕਿ ਉਸ ਦੇ ਆਲੇ ਦੁਆਲੇ 'ਚ ਉਹਨੂੰ ਯੂਬਾ ਸਿਟੀ ਦਾ ਮੇਲਾ ਹੀ ਕਿਹਾ ਜਾਂਦਾ ਔਰ ਲਗਭਗ 40 ਸਾਲ ਪਹਿਲਾਂ ਉਹਨਾਂ ਨੇ ਦੀਦਾਰ ਸਿੰਘ ਬੈਂਸ ਜਿਹੜੇ ਜਿਹਨਾਂ 3 ਜਨਰੇਸ਼ਨਾਂ ਜਿਨ੍ਹਾਂ ਦੀਆਂ ਯੂਬਾ ਸਿਟੀ 'ਚ ਰਹੀਆਂ ਉਹਨਾਂ ਦੇ ਗ੍ਰੈਂਡਫਾਦਰ ਸਭ ਤੋਂ ਪਹਿਲਾਂ 1920 ਦੇ ਵਿੱਚ ਆਏ ਫਿਰ ਉਹਨਾਂ ਦੇ ਫਾਦਰ 1950 'ਚ ਆਏ ਔਰ ਦੀਦਾਰ ਸਿੰਘ ਬੈਂਸ 1960 ਦੇ ਵਿੱਚ ਆਏ
ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ, ਜਿਵੇਂ ਉਹਨਾਂ ਨੇ ਇੱਕ ਇੰਟਰਵਿਊ ਮੀਡੀਆ ਚੈਨਲ ਨੂੰ ਦਿੱਤਾ ਸੀ ਕਿ ਮੈਂ ਜਦੋਂ ਅਮਰੀਕਾ ਦੇ ਵਿੱਚ ਲੈਂਡ ਕੀਤਾ ਤੇ ਮੇਰੀ ਜੇਬ ਦੇ ਵਿੱਚ ਸਿਰਫ $8 ਸੀ, ਔਰ ਆਪਣੀ ਮਿਹਨਤ ਦੇ ਨਾਲ ਉਹਨਾਂ ਨੇ ਉਹ ਮੁਕਾਮ ਬਣਾਇਆ ਕਿ ਜਿੱਥੇ ਇੱਕ ਸਟੇਜ ਤੇ ਉਹਨਾਂ ਦੇ ਕੋਲ 20 ਤੋਂ 25 ਹਜ਼ਾਰ ਏਕੜ ਜ਼ਮੀਨ ਸੀ। ਔਰ ਦੀਦਾਰ ਸਿੰਘ ਬੈਂਸ ਜਿਹੜੇ ਨੇ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ, ਬੇਸ਼ੱਕ ਪਹਿਲਾਂ ਉਹਨਾਂ ਨੇ ਖੇਤੀਬਾੜੀ ਜਿਵੇਂ ਸੀਜ਼ਨਲ ਕ੍ਰੌਪਸ ਤੋਂ ਸ਼ੁਰੂ ਕੀਤੀ, ਪਰ ਫਿਰ ਫਰੂਟਸ ਵੱਲ ਉਹ ਮੁੜੇ ਔਰ ਉਸ ਦੇ ਵਿੱਚ ਖਾਸ ਤੌਰ ਤੇ ਪੀਚਿਸ, ਕਿਉਂਕਿ ਇਹ ਸਾਰੀ ਬੈਲਟ ਹੈ ਜਿੱਥੇ ਗ੍ਰੇਪਸ ਵੀ ਨੇ, ਪੀਚਿਸ ਵੀ ਨੇ। ਹੁਣ ਤਾਂ ਤੁਸੀਂ ਹਰ ਜਿਹੜਾ ਫਰੂਟ ਹੈ ਉਹਦਾ ਕੋਈ ਨਾ ਕੋਈ ਕਿੰਗ ਹੁੰਦਾ ਹੈ, ਕੋਈ ਨਾਖਾਂ ਦਾ ਕਿੰਗ ਹੈ ਕੋਈ, ਪਰ ਦੀਦਾਰ ਸਿੰਘ ਬੈਂਸ ਨੂੰ ਸਭ ਤੋਂ ਪਹਿਲਾਂ ਪੀਚ ਕਿੰਗ ਵਜੋਂ ਜਾਣਿਆ ਜਾਣ ਲੱਗਾ ਕਿਉਂਕਿ ਇਹਨਾਂ ਨੇ ਬੜਾ ਸਫਲ ਤਜਰਬਾ ਕਰਕੇ ਕਾਸ਼ਤਕਾਰੀ ਪੀਚ ਦੀ ਕੀਤੀ ਔਰ ਉਹਨਾਂ ਦੇ ਪੀਚ ਜਿਹੜੇ ਨੇ ਫਿਰ ਇੱਕ ਐਕਸਪੋਰਟ ਕੁਆਲਿਟੀ ਵਾਲੇ ਵੀ ਬਣੇ। ਔਰ ਉਹਨਾਂ ਦੀ ਮਿਹਨਤ ਦਾ ਸਦਕਾ ਸੀ ਕਿ ਉਹਨਾਂ ਨੇ ਬਾਕੀਆਂ ਨੂੰ ਵੀ, ਕਿਉਂਕਿ ਦੁਆਬਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਉਹਨਾਂ ਦਾ ਸੰਬੰਧ ਸੀ ਔਰ 84 ਸਾਲ ਦੀ ਉਮਰ ਉਹਨਾਂ ਨੇ ਭੋਗੀ। ਔਰ ਜਿਵੇਂ ਜੂਨ 84 ਦੇ ਹਮਲੇ ਤੋਂ ਬਾਅਦ ਦੁਨੀਆ ਭਰ 'ਚ ਬੈਠੇ ਸਿੱਖਾਂ ਦੇ ਵਿੱਚ ਇੱਕ ਜਜ਼ਬਾ ਜਾਗਿਆ, ਜਿਹੜੇ ਸਿੱਖੀ ਸਰੂਪ 'ਚ ਨਹੀਂ ਸਨ ਉਹ ਸਿੱਖੀ ਸਰੂਪ 'ਚ ਆਏ, ਜਿਹੜੇ ਹੈ ਵੀ ਸਨ ਇੰਡੀਆ ਦੇ ਨਾਲ ਉਹ ਆਪਣੀ ਸਾਂਝ ਸਮਝਦੇ ਸੀ, ਉਹ ਟੁੱਟੀ, ਖਾਲਿਸਤਾਨ ਦੀ ਗੱਲ ਅੱਗੇ ਤੁਰੀ। ਸੋ ਦੀਦਾਰ ਸਿੰਘ ਬੈਂਸ ਹੋਰਾਂ ਨੇ ਵੀ ਬਾਕੀ ਜਿਹੜੇ ਉਸ ਵੇਲੇ ਦੇ ਪ੍ਰੋਮੀਨੈਂਟ ਇੱਥੇ ਸ਼ਖਸੀਅਤਾਂ ਸਨ, ਜਿਨ੍ਹਾਂ 'ਚ ਡਾਕਟਰ ਗੁਰਿੰਦਰ ਗਰੇਵਾਲ ਕਾਰਡੀਓਲੋਜਿਸਟ ਟ੍ਰੇਸੀ ਤੋਂ, ਡਾਕਟਰ ਗੁਰਚਰਨ ਸਿੰਘ ਢਿੱਲੋਂ ਜਿਹੜੇ ਕਿ ਫਰੈਜ਼ਨੋ 'ਚ ਰਹਿੰਦੇ ਸੀ, ਔਰ ਬਾਕੀਆਂ ਦੇ ਨਾਲ ਮਿਲ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਂ ਦੀ ਜਥੇਬੰਦੀ ਬਣਾਈ। ਹਾਲਾਂਕਿ ਇਹ ਇੱਕ ਵੱਖਰੀ ਕਹਾਣੀ ਹੈ ਔਰ ਉਸ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਮੁੱਢਲੇ ਤੌਰ ਦੇ ਉੱਤੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਹੀ ਖਾਲਿਸਤਾਨ ਦੀ ਕਾਇਮੀ ਲਿਖਿਆ ਹੋਇਆ। ਬੇਸ਼ੱਕ ਅਮਰੀਕਾ 'ਚ ਵਕਤ ਪਾ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਡਿਸਫੰਕਸ਼ਨਲ ਹੋ ਗਈ, ਪਰ ਕੈਨੇਡਾ ਦੇ ਵਿੱਚ ਅਜੇ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਐਕਟਿਵ ਹੈ। ਔਰ ਸਰ ਅਜੀਤ ਸਿੰਘ ਸਹੋਤਾ ਜਿਹੜੇ ਕਿ ਪਹਿਲਾਂ ਆਟਵਾ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਆਫਿਸ ਹੈਂਡਲ ਕਰਦੇ ਸਨ, ਹੁਣ ਉਹ ਟੋਰਾਂਟੋ ਏਰੀਆ ਦੇ ਵਿੱਚ ਨੇ। ਔਰ ਜੂਨ ਦੇ ਪਹਿਲੇ ਹਫਤੇ ਵਿਸ਼ੇਸ਼ ਡਿਨਰ ਵੀ ਪਾਰਲੀਮੈਂਟ 'ਚ ਆਰਗੇਨਾਈਜ਼ ਕੀਤਾ ਜਾਂਦਾ। ਪਰ ਅਮਰੀਕਾ 'ਚ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਮੁੱਢਲੇ ਤੌਰ ਤੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਫੋਕਸ ਕਰਦੇ ਹੈ। ਵਾਸ਼ਿੰਗਟਨ ਡੀਸੀ 'ਚ ਮੈਸਾਚੂਸਟਸ ਐਵਨਿਊ ਦੇ ਉੱਤੇ ਇੱਕ ਬੜਾ ਵੱਡਾ ਘਰ ਖਰੀਦਿਆ ਜਿਹੜਾ ਹਿਸਟੋਰੀਕਲ ਸੀ, ਕਿਸੇ ਸਾਬਕਾ ਪ੍ਰੈਜ਼ੀਡੈਂਟ ਜਾਂ ਕਿਸੇ ਸੈਕਟਰੀ ਆਫ ਸਟੇਟ ਨਾਲ ਸੰਬੰਧਿਤ ਸੀ, ਜਿਸ ਦੇ ਵਿੱਚ ਉਹਨਾਂ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਦਫ਼ਤਰ ਬਣਾਇਆ ਔਰ ਉਹਨੂੰ ਖਾਲਿਸਤਾਨ ਹਾਊਸ ਦਾ ਨਾਂ ਦਿੱਤਾ ਗਿਆ। ਔਰ ਮੈਂ ਵੀ ਜਦੋਂ ਵਾਸ਼ਿੰਗਟਨ ਡੀਸੀ 'ਚ ਆਇਆ ਲੇਟ 80s ਦੇ ਵਿੱਚ, ਤੇ ਉਦੋਂ ਵੀ ਖਾਲਿਸਤਾਨ ਹਾਊਸ ਫੰਕਸ਼ਨਲ ਸੀ। ਇੱਕ ਬਜ਼ੁਰਗ ਕੈਨੇਡਾ ਤੋਂ ਸਰਦਾਰ ਲਛਮਣ ਸਿੰਘ ਔਜਲਾ ਉਸ ਨੂੰ ਹੈਂਡਲ ਕਰਦੇ ਹੁੰਦੇ ਸਨ। ਪਰ ਵਕਤ ਪਾ ਕੇ ਮੈਂ ਸਮਝਦਾ ਵੀ ਜਦੋਂ ਕੋਈ ਠੀਕ ਅਗਵਾਈ ਨਾ ਮਿਲੇ ਔਰ ਇਸ ਕਿਸਮ ਦਾ ਕੁਛ ਨਾ ਕੁਛ ਐਸਾ ਵਾਪਰ ਜਾਂਦਾ ਹੈ ਜਿਹਦੇ ਥੱਲੇ ਡਿਸਕ੍ਰੈਡਿਟ ਹੋਣੀ ਕੋਈ ਸੰਸਥਾ ਸ਼ੁਰੂ ਹੋ ਜਾਂਦੀ ਹੈ। ਔਰ ਖ਼ਾਸ ਤੌਰ 'ਤੇ ਅਮਰੀਕਾ 'ਚ ਜਨਰਲ ਭੁੱਲਰ, ਜਸਵੰਤ ਸਿੰਘ ਭੁੱਲਰ ਦੀ ਆਮਦ, ਜਿਨ੍ਹਾਂ ਨੂੰ ਇੱਥੇ 85 ਦੇ ਵਿੱਚ ਮੈਡੀਸਨ ਸਕੇਅਰ ਦੇ ਇੱਕ ਇਕੱਠ ਦੇ ਵਿੱਚ ਪ੍ਰਧਾਨ ਚੁਣਿਆ ਗਿਆ ਸੀ WHO ਦਾ, ਔਰ ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਸ 'ਤੇ ਸਵਾਲੀਆ ਨਿਸ਼ਾਨ ਸੀ। ਇਹ ਕਿਹਾ ਜਾਂਦਾ ਹੈ ਕਿ ਉਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਖੇਡ ਸੀ ਕਿ ਉਹਨਾਂ ਨੇ ਇਹ ਕੈਲਕੂਲੇਟ ਕੀਤਾ ਹੋਇਆ ਸੀ ਕਿ 84 ਤੋਂ ਬਾਅਦ ਜੋ ਬਾਹਰ ਰਿਐਕਸ਼ਨ ਹੋਏਗਾ ਉਸ ਨੂੰ ਕਿਵੇਂ ਕਾਬੂ ਕਰਨਾ ਹੈ। ਵੈਦਰ ਜਨਰਲ ਭੁੱਲਰ ਪਲਾਂਟ ਸੀ ਕਿ ਨਹੀਂ ਸੀ, ਲੇਕਿਨ ਜੇ ਉਹਨਾਂ ਦੀ ਕਾਰਗੁਜ਼ਾਰੀ ਦੇਖੀਏ ਤਾਂ ਕਾਰਗੁਜ਼ਾਰੀ 'ਚ ਉਹਨਾਂ ਨੇ ਡਿਸਅਪੁਆਇੰਟ ਹੀ ਕੀਤਾ ਹੈ। ਇੱਥੇ ਵੀ ਕੋਈ ਉਹ ਲੀਡ ਨਹੀਂ ਦੇ ਸਕੇ ਔਰ ਫਿਰ ਵਾਪਸ ਜਾ ਕੇ ਚੰਡੀਗੜ੍ਹ ਹੀ ਸੈਟਲ ਹੋਏ, ਜਿਸ ਤੋਂ ਇਹ ਲੱਗਦਾ ਹੈ ਕਿ ਜਾਂ ਉਹਨਾਂ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ ਤੇ ਜਾਂ ਜਿਹੜੀ ਕਹਾਣੀ ਹੈ ਕਹੀ ਜਾਂਦੀ ਹੈ ਕਿ ਭਾਈ ਉਹਨਾਂ ਨੂੰ ਪਲਾਂਟ ਕੀਤਾ ਗਿਆ ਸੀ। ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਕਿ ਜੂਨ 84 ਦੇ ਘੱਲੂਘਾਰੇ ਨੇ ਗੋਲ ਪੱਗ ਤੇ ਲੰਮਾ ਚੋਲਾ ਜੋ ਸੰਤ ਪਿੰਡਾਂ ਵਾਲਿਆਂ ਦਾ ਪਹਿਰਾਵਾ ਸੀ ਜਾਂ ਦਮਦਮੀ ਟਕਸਾਲ ਦੇ ਸਿੰਘ ਜਿਹੜੇ ਨੇ ਉਹ ਪਹਿਨਦੇ ਸਨ, ਉਸ ਨੂੰ ਬੜਾ ਸਤਿਕਾਰ ਦਿੱਤਾ ਹੈ। ਔਰ ਕਿਉਂਕਿ ਜਨਰਲ ਸੁਬੇਗ ਸਿੰਘ ਜਿਹੜੇ ਲਾਸਟ ਬ੍ਰੈਥ ਐਂਡ ਬੁਲੇਟ ਤੱਕ ਨਾ ਸਿਰਫ ਆਪ ਲੜੇ, ਉਹਨਾਂ ਦੀ ਪਲੈਨਿੰਗ ਦੇ ਥੱਲੇ ਸਿੰਘ ਲੜੇ। ਸੋ
ਫੌਜੀ ਜਰਨਲ ਲਫ਼ਜ਼ ਵੀ ਸਤਿਕਾਰਤ ਸੀ ਔਰ ਇਸ ਦਾ ਫਾਇਦਾ ਫਿਰ ਬਹੁ ਰੂਪੀਆਂ ਨੇ ਚੁੱਕਿਆ। ਕਿਵੇਂ ਫਿਰ ਚੋਲੇ ਔਰ ਗੋਲ ਦਸਤਾਰ ਵਾਲਿਆਂ ਤੋਂ ਵੀ ਕੌਮ ਡਿਸਅਪੁਆਇੰਟ ਹੋਈ ਔਰ ਜਨਰਲ ਭੁੱਲਰ ਦੀ ਕਾਰਗੁਜ਼ਾਰੀ ਵੀ ਇੱਥੇ ਜਿਹੜੀ ਹੈ, ਕਿਉਂਕਿ ਬਹੁਤ ਸਾਰੇ ਤਾਂ ਉਹਨਾਂ ਚੋਂ ਜਨਰਲ ਸੁਬੇਗ ਸਿੰਘ ਦੇਖਣ ਲੱਗ ਗਏ ਸੀ। ਪਰ ਗੱਲ ਇਹ ਨਹੀਂ ਹੈ, ਗੱਲ ਤਾਂ ਅਲਟੀਮੇਟਲੀ ਇਹੀ ਹੁੰਦੀ ਹੈ ਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਬਿਲਕੁਲ। ਸੋ ਉਹ ਸਾਰੇ ਦਾ, ਕਿਉਂਕਿ ਉਸ ਨੇ ਅਮਰੀਕਨ ਸਿੱਖ ਕਮਿਊਨਿਟੀ ਨੂੰ ਵੀ, ਇਵਨ ਕੈਨੇਡੀਅਨ ਨੂੰ ਵੀ ਔਰ ਨੌਜਵਾਨਾਂ ਨੂੰ ਔਰ ਸੀਨੀਅਰ ਲੀਡਰਸ਼ਿਪ ਨੂੰ ਅੱਡ-ਅੱਡ ਖੈਮਿਆਂ 'ਚ ਲੈ ਆਉਂਦਾ ਔਰ ਉਹਦੇ 'ਚੋਂ ਹੀ ਸਿੱਖ ਯੂਥ ਆਫ ਅਮਰੀਕਾ ਦਾ ਜਨਮ ਹੋਇਆ, ਜਿਨ੍ਹਾਂ ਨੇ ਜਨਰਲ ਭੁੱਲਰ ਦਾ ਵਿਰੋਧ ਕੀਤਾ। ਫਿਰ ਗੰਗਾ ਸਿੰਘ ਢਿੱਲੋਂ ਸੈਂਟਰਲ ਸਟੇਜ ਤੇ ਆਏ ਔਰ ਜਨਰਲ ਭੁੱਲਰ ਨੂੰ ਡਿਸਆਨਰ ਕੀਤਾ ਗਿਆ। ਸਟਾਕਟਨ ਦੀ ਇੱਕ ਸਟੇਜ ਦੇ ਉੱਤੇ ਉਹਨਾਂ ਦੀ ਦਸਤਾਰ ਉਤਾਰੀ ਗਈ, ਉਹ ਪਿੱਛੇ ਹਟੇ। ਗੰਗਾ ਸਿੰਘ ਢਿੱਲੋਂ ਇਸ ਕਿਸਮ ਦੇ ਚੱਕਰ 'ਚ ਉਹ ਵੀ ਡਿਸਕ੍ਰੈਡਿਟ ਹੋਇਆ। ਮੁੱਕਦੀ ਗੱਲ ਹੌਲੀ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਅਮਰੀਕਾ ਦੇ ਵਿੱਚ ਭੋਗ ਪੈ ਗਿਆ। ਹਾਲਾਂਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਕੋਲ ਸਿਰਫ ਖਾਲਿਸਤਾਨ ਹਾਊਸ ਹੀ ਨਹੀਂ ਸੀ, ਉਹਨਾਂ ਦੀ ਪਹਿਲੀ ਪਬਲੀਕੇਸ਼ਨ ਅੰਗਰੇਜ਼ੀ ਦੇ ਵਿੱਚ, ਔਰ ਉਸ ਅੱਜ ਤੱਕ ਅਸੀਂ ਕੋਈ ਇੰਗਲਿਸ਼ ਨਿਊਜ਼ਪੇਪਰ ਮੁੜ ਕੇ ਨਹੀਂ ਕੱਢ ਸਕੇ। ਹੁਣ ਉਹਦਾ ਵੈਬ ਵਰਲਡ ਸਿੱਖ ਨਿਊਜ਼ ਨੂੰ ਸਰ ਜਗਮੋਹਨ ਸਿੰਘ ਟੋਨੀ ਕੱਢਦੇ ਰਹੇ ਕੁਝ ਦੇਰ ਪਹਿਲਾਂ ਤੱਕ, ਉਹਨਾਂ ਦਾ ਮੈਨੂੰ ਆਉਂਦਾ ਸੀ, ਹੁਣ ਤਾਂ ਮੈਂ ਨਹੀਂ ਦੇਖਿਆ ਹੈ ਜੀ। ਲੇਕਿਨ ਵਰਲਡ ਸਿੱਖ ਨਿਊਜ਼ ਜਿਹੜਾ ਸਟਾਕਟਨ ਤੋਂ ਛਪਦਾ ਸੀ ਔਰ ਬੜੀ ਕਾਮਯਾਬੀ ਨਾਲ ਇੰਗਲਿਸ਼ ਔਰ ਪੰਜਾਬੀ ਦੋਨੋਂ ਹੀ ਐਡੀਸ਼ਨ ਉਸ ਦੇ ਛਪਦੇ ਸੀ। ਲੇਕਿਨ ਜਦੋਂ ਆਪਸ ਫਿਰ ਨਾ ਇਤਫਾਕੀ ਹੁੰਦੀ ਹੈ ਜਾਂ ਤੁਹਾਡਾ ਜਿਹੜਾ ਸਪੋਰਟ ਬੇਸ ਹੈ ਉਹ ਡਵਿੰਡਲ ਹੁੰਦਾ ਹੈ, ਫਿਰ ਇਸ ਕਿਸਮ ਦੇ ਪ੍ਰੋਜੈਕਟਸ ਰਨ ਨਹੀਂ ਹੁੰਦੇ। ਅਖਬਾਰ ਵੀ ਬੰਦ ਹੋਇਆ, ਖਾਲਿਸਤਾਨ ਹਾਊਸ ਵੀ ਬੰਦ ਹੋਇਆ ਔਰ ਦੀਦਾਰ ਸਿੰਘ ਬੈਂਸ ਔਰ ਉਹ ਵੀ, ਉਹਨਾਂ ਨੇ ਵੀ ਯੂ ਟਰਨ ਮਾਰਿਆ, ਵਾਪਸ ਭਾਰਤ ਜਾਣ ਦੀ ਚਾਹਨਾ ਤਾਂ ਹੁੰਦੀ ਹੈ ਕਿਉਂਕਿ ਅਮੀਰ ਆਦਮੀ ਨੂੰ ਰੈਕਗਨੀਸ਼ਨ ਵੀ ਚਾਹੀਦੀ ਹੁੰਦੀ ਹੈ। ਫਿਰ ਉਹ ਬਾਦਲ ਦੇ ਨੇੜੇ ਢੁਕੇ ਔਰ ਇਹ ਕਰਦੇ ਕਰਦੇ ਖਾਲਿਸਤਾਨੀ ਸਫਾਂ 'ਚ ਡਿਸਕ੍ਰੈਡਿਟ ਹੋਏ। ਲੇਕਿਨ ਮੈਂ ਸਮਝਦਾ ਵੀ ਹਮੇਸ਼ਾ ਹੀ ਜਿਵੇਂ ਸਾਡਾ ਗੁਰਬਾਣੀ ਆਧਾਰਿਤ ਕ੍ਰਾਈਟੇਰੀਆ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਆਪਣ ਚੱਲੀ, ਕਿ ਜਿਹੜੀ ਜਿਹਦੀ ਦੇਣ ਹੈ ਉਸ ਨੂੰ ਜ਼ਰੂਰ ਰੈਕਗਨਾਈਜ਼ ਕਰਨਾ ਚਾਹੀਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਜਿਹੜਾ ਹੈ ਦੀਦਾਰ ਸਿੰਘ ਬੈਂਸ ਦਾ ਫਿਰ ਗ੍ਰਾਫ ਥੱਲੇ ਨੂੰ ਜਾਂਦਾ ਕਾਫੀ ਥੱਲੇ ਗਿਆ। ਪਰ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਯੂਬਾ ਸਿਟੀ ਦੇ ਵਿੱਚ ਐਸਟੈਬਲਿਸ਼ ਕਰ ਦਿੱਤਾ ਹੈ ਔਰ ਹੁਣ ਵੀ ਇਵਨ ਪਿਛਲੇ ਸਾਲ ਵੀ, ਹਾਲਾਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਇਹਨਾਂ ਸਾਰੇ ਵਰਿਆਂ ਦੇ ਵਿੱਚ ਜਿਉਂ ਹੀ ਨਗਰ ਕੀਰਤਨ ਤੁਰਦਾ ਸੀ ਉਹ ਸਾਰੇ ਰਸਤੇ 'ਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖਲੋ ਕੇ ਚੌਰ ਕਰਦੇ ਸੀ ਔਰ ਉਹਨਾਂ ਦਾ ਹੀ ਕੰਟਰੋਲ ਸੀ। ਔਰ ਜਦੋਂ ਫਿਰ ਅਮੀਰ ਆਦਮੀ ਦਾ ਜੱਫਾ ਪੈਂਦਾ ਹੈ, ਕਈ ਵਾਰ ਧੱਕਾ ਵੀ ਕਰਦਾ ਹੈ, ਨੌਜਵਾਨ ਹਮੇਸ਼ਾ ਸ਼ਿਕਾਇਤ ਵੀ ਕਰਦੇ ਰਹੇ, ਸਾਨੂੰ ਵੀ ਸ਼ਿਕਾਇਤ ਹੁੰਦੀ ਸੀ ਹਰ ਵਰੇ, ਜਿਹੜਾ ਇਹ ਝਗੜਾ ਹੀ ਰਹਿੰਦਾ ਸੀ ਕਿ ਕਿਹਨੂੰ ਬੋਲਣ ਦੇਣਾ ਕਿਹਨੂੰ ਨਹੀਂ ਬੋਲਣ ਦੇਣਾ। ਪਰ ਨੌਜਵਾਨਾਂ ਦਾ ਜ਼ੋਰ ਪੈਂਦਾ ਸੀ, ਖਾਲਿਸਤਾਨੀ ਸਪੀਕਰ ਬੋਲਦੇ ਵੀ ਸੀ ਔਰ ਖਾਲਿਸਤਾਨ ਦੇ ਨਾਅਰੇ ਵੀ ਲੱਗਦੇ ਸੀ ਔਰ ਜਿਹੜੀ ਉਹਨਾਂ ਦੀ ਚਾਹਨਾ ਹੁੰਦੀ ਸੀ ਕਿਉਂਕਿ ਉਹ ਬਾਦਲ ਅਕਾਲੀ ਦਲ ਦੇ ਨੇੜੇ ਸੀ ਕਿ ਭਾਈ ਉਹਨਾਂ ਨੂੰ ਰੈਕਗਨੀਸ਼ਨ ਮਿਲੇ, ਬਹੁਤ ਵਾਰ ਉਹ ਬੇਇੱਜ਼ਤੀ ਕਰਵਾ ਕੇ ਜਾਂਦੇ ਸੀ। ਸੋ ਇਹ ਖਿੱਚ ਤੂੰ ਸਾਲ ਦੇ ਜਿਹੜਾ ਹੈ ਨਵੰਬਰ ਦੇ ਮਹੀਨੇ ਦੇ ਵਿੱਚ ਹੁੰਦੀ ਸੀ। ਲੇਕਿਨ ਪਿਛਲੇ ਕੁਝ ਪੀਰੀਅਡ ਤੋਂ ਦੀਦਾਰ ਸਿੰਘ ਬੈਂਸ ਬਿਮਾਰ ਚੱਲ ਰਹੇ ਸੀ, ਸ਼ਾਇਦ ਕੈਂਸਰਸ ਟਿਊਮਰ ਸੀ ਉਹਨਾਂ ਨੂੰ ਦਿਮਾਗ ਦੇ ਵਿੱਚ, ਰਿਕਵਰ ਵੀ ਹੋਏ, ਫਿਰ ਢਿੱਲੇ ਹੋਏ ਔਰ 84 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ। ਔਰ ਇਹ ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਜਿਹੜਾ ਨਗਰ ਕੀਰਤਨ ਅਮਰੀਕਾ ਦਾ ਸਭ ਤੋਂ ਵੱਡਾ ਸਿੱਖਾਂ ਦਾ ਇਕੱਠ ਹੈ ਔਰ ਇਹ ਲਗਭਗ ਇੱਕ ਹਫ਼ਤਾ ਉੱਥੇ ਪੂਰੀ ਜਿਵੇਂ ਤੁਸੀਂ ਅਨੰਦਪੁਰ ਸਾਹਿਬ ਦੀ ਜੂਹ ਦੇ ਵਿੱਚ ਹੋਲੇ ਮਹੱਲੇ ਦੇ ਮੌਕੇ ਸਿੱਖ ਸੰਗਤਾਂ ਦਾ ਇਕੱਠ ਜੋ ਮਹਿਸੂਸ ਕਰਦੇ ਹੋ ਉਹ ਤੁਸੀਂ ਉੱਥੇ ਮਹਿਸੂਸ ਕਰਦੇ ਹੋ ਔਰ ਇਹ ਇੱਕ ਇੰਟਰਨੈਸ਼ਨਲ ਇਵੈਂਟ ਬਣ ਚੁੱਕੀ ਹੈ ਔਰ ਬੜੇ ਸ਼ਾਨੋ ਸ਼ੌਕਤ ਨਾਲ ਜਦੋਂ ਮਹਾਰਾਜ ਦੀ ਸਵਾਰੀ ਨਿਕਲਦੀ ਹੈ, ਹਵਾਈ ਜਹਾਜ਼ ਰਾਹੀਂ, ਹੈਲੀਕਾਪਟਰ ਰਾਹੀਂ, ਫੁੱਲਾਂ ਦੀ ਵਰਖਾ ਹੁੰਦੀ ਹੈ ਔਰ ਕਈ ਦਿਨ ਪਹਿਲਾਂ ਪੂਰਾ ਦੋਨੋਂ ਪਾਸੇ ਬਾਜ਼ਾਰ ਸੱਜ ਜਾਂਦੇ ਨੇ। ਔਰ ਮੈਂ ਸਮਝਦਾ ਵੀ ਇਸ ਵਾਰ ਜਦੋਂ ਇਹ ਨਗਰ ਕੀਰਤਨ ਨਵੰਬਰ ਦੇ, ਕਿਉਂਕਿ ਇਸ ਵਾਰ 6 ਨਵੰਬਰ ਹੈ ਐਤਵਾਰ ਹੋਏਗਾ, ਸੋ ਦੀਦਾਰ ਸਿੰਘ ਬੈਂਸ ਨੂੰ ਮਿਸ ਕੀਤਾ ਜਾਏਗਾ। ਹਾਲਾਂਕਿ ਮੇਰੀ ਉਹਨਾਂ ਨਾਲ ਕੋਈ ਪਰਸਨਲ ਰਿਲੇਸ਼ਨਸ਼ਿਪ ਤਾਂ ਕਦੇ ਵੀ ਨਹੀਂ ਬਣੀ ਕਿਉਂਕਿ
ਅਸੀਂ ਨੌਜਵਾਨਾਂ ਦੇ ਨਾਲ ਹੀ ਸੀ ਤੇ ਨੌਜਵਾਨ ਵਿਰੋਧ ਦੇ ਵਿੱਚ ਖਲੋਤੇ ਹੁੰਦੇ ਸੀ, ਲੇਕਿਨ ਦਿਦਾਰ ਸਿੰਘ ਬੈਂਸ ਐਡਮਾਇਰ ਕਰਦੇ ਸੀ ਜਦੋਂ ਵੀ ਕਿਤੇ ਹੋਣਾ। ਔਰ ਭਾਵੇਂ ਕਿਤੇੋਂ ਵੀ ਜਦੋਂ ਅਸੀਂ ਜੁਆਇਨ ਕਰਨਾ, ਦੂਜੇ ਪਾਸਿਓਂ ਆ ਰਹੇ ਨੇ, ਆ ਕੇ ਉਹਨਾਂ ਨੇ ਕਹਿਣਾ ਜੀ ਆਇਆਂ ਨੂੰ, ਜੀ ਆਇਆਂ ਨੂੰ। ਔਰ ਇਹ ਵੀ ਹੋਣਾ ਉਹਨਾਂ ਨੇ ਇੱਕ ਅੱਧੀ ਵਾਰ ਜਦੋਂ ਸ਼ੁਰੂ 'ਚ 89 ਪੀਰੀਅਡ 'ਚ ਡਾਕਟਰ ਗੁਰਿੰਦਰ ਗਰੇਵਾਲ ਔਰ ਦੂਸਰੇ ਬੈਠੇ ਸੀ ਤੇ ਉਹ ਜਿਵੇਂ ਇੱਕ ਬਜ਼ੁਰਗ ਦਾ ਪੈਟਰਨਾਈਜ਼ਿੰਗ ਹੁੰਦਾ ਹੈ, ਉਹਨੇ ਕਿਹਾ ਵੀ ਆ ਜੇ ਡਾਕਟਰ ਅਮਰਜੀਤ ਵਰਗਾ ਮੁੰਡਾ ਸਾਨੂੰ ਮਿਲ ਜਾਏ ਨਾ, ਅਸੀਂ WSO ਨੂੰ ਖੜਾ ਕਰ ਦੇਈਏ। ਕਿਉਂਕਿ ਉਦੋਂ ਸਾਡੀ ਤਾਂ ਵਿਰੋਧ ਲਾਈਨ ਸੀ। ਹਾਲਾਂ ਅਸੀਂ ਇਹ ਹਮੇਸ਼ਾ ਹੀ, ਮੈਂ ਕਦੇ ਵੀ ਕਿਸੇ ਚੀਜ਼ ਨੂੰ ਪਰਸਨਲਾਈਜ਼ ਨਹੀਂ ਕੀਤਾ ਹੈ। ਮੈਂ ਸਮਝਦਾ ਕਿ ਵੀ ਇਹ ਇੱਕ ਸਿਧਾਂਤਕ ਵਿਰੋਧ, ਕਿਉਂਕਿ ਇਹ ਫਿਰ ਕੱਚੇ ਹੁੰਦੇ ਚਲੇ ਗਏ ਤੇ ਜਦੋਂ ਕੱਚੇ ਹੋਣਾ ਸ਼ੁਰੂ ਹੋ ਜਾਏ ਤੇ ਫਿਰ ਗੁਰਬਾਣੀ ਦਾ ਦੂਸਰਾ ਸਿਧਾਂਤ ਸਾਨੂੰ ਅਗਵਾਈ ਦਿੰਦਾ ਹੈ, ਨਾਨਕ ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਫਿਰ ਕੱਚਿਆਂ ਦੇ ਨਾਲ ਜਿਹੜੇ ਆ ਝੜ ਪਾਉਂਦੇ ਕੱਚੇ ਬਿਰਹੀ। ਸੋ ਉਹਨਾਂ ਦਾ ਸਤਿਕਾਰ ਤਾਂ ਰਿਹਾ ਹਮੇਸ਼ਾ ਹੀ ਇੱਕ ਐਲਡਰ ਦੇ ਤੌਰ ਤੇ, ਲੇਕਿਨ ਜਿਹੜਾ ਰੁਤਬਾ ਉਹਨਾਂ ਦਾ ਇੱਕ ਖਾਲਿਸਤਾਨ ਦੇ ਆਗੂ ਵਜੋਂ 84 ਤੋਂ ਬਾਅਦ ਬਣਿਆ ਸੀ, ਉਹ ਹੌਲੀ ਹੌਲੀ ਐਰੋਡ ਹੁੰਦਾ ਚਲਾ ਗਿਆ। ਔਰ ਅਸੀਂ ਸਮਝਦੇ ਹਾਂ ਕਿ ਭਾਈ ਸਭ ਚਾਲੇ ਹੈ ਹਮ ਵੀ ਚੱਲਣਾ, ਜੋ ਦਿਸੈ ਸੋ ਕਾਲੈ ਖੜਨਾ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਰਦਾਰ ਸਿੰਘ ਬੈਂਸ ਉਹਨਾਂ ਦੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਉਹਨਾਂ ਦੀ ਜਿਹੜੀ ਲੈਗੇਸੀ ਹੈ ਖਾਸ ਤੌਰ ਤੇ ਇਹ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਇਵੇਂ ਹੀ ਇਹ ਚੜ੍ਹਦੀ ਕਲਾ ਦੇ ਵਿੱਚ ਚੱਲਦਾ ਰਹੇ। ਅੱਜ ਭਾਰਤ ਦੇ ਹਾਕਮਾਂ ਵੱਲੋਂ ਜਿਹੜਾ ਅੱਜ ਦਾ ਦਿਨ ਹੈ 14 ਸਤੰਬਰ ਦਾ, ਹਿੰਦੀ ਦਿਵਸ ਐਲਾਨਿਆ ਹੋਇਆ। ਵੈਸੇ ਇਸ ਦੇ ਉੱਤੇ ਡਿਬੇਟ ਤਾਂ ਬਹੁਤ ਪੁਰਾਣੀ ਚਲੀ ਜਾਏਗੀ ਜੇ ਅਸੀਂ ਜ਼ਬਾਨਾਂ ਦੇ ਬੋਲੀਆਂ ਦੇ ਆਧਾਰ ਤੇ ਗੱਲ ਕਰੀਏ, ਪਰ ਅਸੀਂ ਇਹ ਦੱਸ ਦਈਏ ਕਿ ਭਾਈ ਨਾ ਤਾਂ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਹਿੰਦੀ ਨੂੰ ਕੌਮੀ ਜ਼ਬਾਨ ਐਲਾਨਿਆ ਹੋਇਆ, ਨਾ ਹੀ ਭਾਰਤ ਦੇ ਵਿੱਚ ਮੈਜੋਰਿਟੀ ਲੋਕ ਹਿੰਦੀ ਬੋਲਣ ਵਾਲੇ ਨੇ। ਸਿਰਫ ਭਾਰਤ ਦੇ 27-28% ਲੋਕਾਂ ਦੀ ਬੋਲੀ ਹਿੰਦੀ ਹੈ, ਉਹ ਵੀ ਉਹ ਹਿੰਦੀ ਨਹੀਂ ਜਿਹੜੀ ਅੱਜ ਪ੍ਰਚਾਰੀ ਜਾ ਰਹੀ ਹੈ। ਜਿਸ ਕਿਸਮ ਦਾ ਹਿੰਦੂ ਤਵੀਆਂ ਨੇ ਜੋ ਇਹਨਾਂ ਦੇ ਰੇਡੀਓ TV ਔਰ ਬਾਕੀ ਪ੍ਰਿੰਟ ਸਰਕਾਰੀ ਦਫ਼ਤਰਾਂ 'ਚ ਕੰਮਕਾਜਾਂ ਦੇ ਵਿੱਚ ਜਿਸ ਕਿਸਮ ਦੀ ਹਿੰਦੀ ਵਰਤੀ ਜਾ ਰਹੀ ਹੈ, ਉਹ ਕਹਿਣ ਨੂੰ ਹੀ ਹਿੰਦੀ ਹੈ, ਅਸਲ ਦੇ ਵਿੱਚ ਉਹ ਸੰਸਕ੍ਰਿਤੀ ਹੈ, ਜਾਂ ਇਹ ਕਿਹਾ ਜਾਏ ਕਿ ਸੰਸਕ੍ਰਿਟਾਈਜ਼ਡ ਹਿੰਦੀ ਹੈ। ਬੇਸ਼ੱਕ ਹਿੰਦੁਸਤਾਨੀ ਲਫ਼ਜ਼ ਜਾਂ ਜਦੋਂ ਅਸੀਂ ਹਿੰਦੁਸਤਾਨ ਲਫ਼ਜ਼ ਦੀ ਗੱਲ ਕਰਦੇ ਹਾਂ, ਇਸ ਦੇ ਉੱਤੇ ਵੀ ਆਪਣੀ ਡਿਬੇਟ ਹੁੰਦੀ ਹੈ ਕਿ ਕਿਨੇ ਹਿੰਦੁਸਤਾਨ ਲਫ਼ਜ਼ ਬਹੁਤ ਵਾਰ ਅਰਬਾਂ ਦੇ ਨਾਲ ਹੀ ਜੋੜਿਆ ਜਾਂਦਾ ਕਿ ਉਹਨਾਂ ਨੇ ਇਸ ਨੂੰ ਹਿੰਦੁਸਤਾਨ ਦਾ ਨਾਮ ਦਿੱਤਾ। ਔਰ ਹਿੰਦੂ ਲਫ਼ਜ਼ ਨੂੰ ਲੈ ਕੇ ਵੀ ਡਿਬੇਟ ਹੁੰਦੀ ਹੈ ਕਿ ਭਾਈ ਹਿੰਦੂ ਲਫ਼ਜ਼ ਦਾ ਮਤਲਬ ਚੋਰ ਹੈ ਜਿਵੇਂ ਅਰਬੀ ਦੇ ਵਿੱਚ ਕਿਹਾ ਜਾਂਦਾ ਹੈ, ਜਾਂ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਦਰਿਆਏ ਇੰਡਸ, ਕਿਉਂਕਿ ਗ੍ਰੀਕਸ ਕੋ ਵੱਲੋਂ ਆਈ ਨੂੰ H ਕਿਹਾ ਜਾਂਦਾ ਸੀ, ਸੋ ਇੰਡਸ ਨੂੰ ਉਹਨਾਂ ਨੇ ਹਿੰਡਸ ਔਰ ਇੱਥੋਂ ਦੇ ਰਹਿਣ ਵਾਲਿਆਂ ਨੂੰ ਹਿੰਦੂ ਕਿਹਾ ਔਰ ਉਸ ਦੇ ਉੱਤੋਂ ਲਫ਼ਜ਼ ਹਿੰਦੁਸਤਾਨ ਪੋਪੂਲਰ ਹੋਇਆ। ਹਾਲਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਇੱਕ ਸ਼ਬਦ ਦੇ ਵਿੱਚ ਜਦੋਂ ਕਿ ਬਾਬਰ ਦਾ ਹਮਲਾ ਹੁੰਦਾ ਹਿੰਦੁਸਤਾਨ ਲਫ਼ਜ਼ ਦਾ ਇਸਤੇਮਾਲ ਕੀਤਾ, ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਆਣ 78 ਹੈ ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਇਹ ਉਹਨਾਂ ਦੀ ਬਾਣੀ ਹੈ, ਪਰ ਇਹਦੇ 'ਚ ਹੈ ਕਿ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ, ਆਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬਿਲ। ਸੋ ਹਿੰਦੂ ਜਾਂ ਹਿੰਦੀ ਜਾਂ ਹਿੰਦੁਸਤਾਨ ਜਾਂ ਹਿੰਦੁਸਤਾਨੀ ਇਹ ਲਫ਼ਜ਼ਾਂ ਦੇ ਓਰੀਜਨ ਨੂੰ ਲੈ ਕੇ ਤਾਂ ਜ਼ਰੂਰ ਅੱਡ ਰਾਵਾਂ ਨੇ, ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਖਿੱਤੇ ਦੇ ਵਿੱਚ ਜੇ ਅਸੀਂ 5000 ਸਾਲ ਪੁਰਾਣੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰੀਏ, ਜਿਹਨੂੰ ਇੰਡਸ ਵੀ ਇਸ ਲਈ ਕਿਹਾ ਜਾਂਦਾ ਹੈ ਔਰ ਇਸ ਨੂੰ ਸਿੰਧੂ ਵੀ S ਨੂੰ I ਦੇ ਨਾਲ ਵਾਂਗ ਪ੍ਰੋਨਾਊਂਸ ਕੀਤਾ ਜਾਂਦਾ ਹੈ, ਸਿੰਧੂ ਘਾਟੀ ਦੀ ਸੱਭਿਅਤਾ ਦੀ ਗੱਲ ਕਰੀਏ ਤੇ ਜ਼ਾਹਰ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਵਾਲਿਆਂ ਦੀ ਜ਼ਬਾਨ ਹਿੰਦੀ ਨਹੀਂ ਸੀ। ਔਰ ਲੇਟਰ ਔਨ ਜੇ ਈਵਨ ਅੱਜ ਜਿਸ ਨੂੰ ਗੰਗਾ ਜਮਨਾ ਬੈਲਟ ਕਿਹਾ ਜਾਂਦਾ ਜਾਂ ਕਾਊ ਬੈਲਟ ਕਿਹਾ ਜਾਂਦਾ,
ਇਸ ਦੇ ਵਿੱਚ ਵੀ ਜੇ ਤੁਸੀਂ ਡਾਇਲੈਕਟ ਦੇਖੋਗੇ ਤੇ ਅਵਧੀ ਹੈ, ਅਵਧ ਲਖਨਊ ਦਾ ਪੁਰਾਣਾ ਹੈ, ਕਿਉਂਕਿ ਇੱਥੇ ਜਿਹੜੇ ਰੂਲਰ ਸੀ ਉਹਨਾਂ ਨੂੰ ਅਵਧ ਕੇ ਨਵਾਬ ਕਿਹਾ ਜਾਂਦਾ ਸੀ। ਲਖਨਊ ਉਸ ਪੀਰੀਅਡ ਦੇ ਵਿੱਚ ਹੀ ਹੋਂਦ ਦੇ ਵਿੱਚ ਆਇਆ। ਇਸੇ ਤਰ੍ਹਾਂ ਜਿਹੜੀ ਬ੍ਰਜ ਭਾਸ਼ਾ ਹੈ, ਜਦੋਂ ਅਸੀਂ ਮਥੁਰਾ ਬਿੰਦਰਾਬਨ ਜਿੱਥੇ ਕ੍ਰਿਸ਼ਨ ਜੀ ਨਾਲ ਜੁੜੇ ਹੋਏ ਜਿਹੜੇ ਸਥਾਨ ਨੇ ਉਹਨਾਂ ਦੀ ਬੋਲੀ ਦੀ ਗੱਲ ਕਰੀਏ ਤੇ ਉਹ ਬੋਲੀ ਜਿਹੜੀ ਹੈ ਉਸ ਨੂੰ ਤੁਸੀਂ ਬ੍ਰਜ ਭਾਸ਼ਾ ਔਰ ਇਸੇ ਲਈ ਕਿਉਂਕਿ ਬ੍ਰਜ ਉਸ ਖਿੱਤੇ ਨੂੰ ਕਹਿੰਦੇ ਸੀ ਔਰ ਇਹੀ ਬ੍ਰਜ ਰੀਜਨ ਕਰਕੇ ਬ੍ਰਜ ਭਾਸ਼ਾ ਵੀ ਸੀ। ਔਰ ਜਾਂ ਜਿਹੜਾ ਬੜਾ ਇੱਕ ਪਪੂਲਰ ਭਜਨ ਵੀ ਹੈ ਉਹਦੇ 'ਚ ਬ੍ਰਜ ਬਾਲਾ ਜਿਹੜੀਆਂ ਉੱਥੋਂ ਦੀਆਂ ਕਨਿਆਵਾਂ ਨੇ ਬਾਲਾਵਾਂ ਨੇ ਉਹਨਾਂ ਨੂੰ ਵੀ ਕਿ ਬੜੀ ਦੇਰ ਭਈ ਨੰਦ ਲਾਲਾ ਤੇਰੀ ਰਾਹਤ ਤੱਕ ਕੇ ਬ੍ਰਜ ਬਾਲਾ। ਬ੍ਰਜ ਉਸ ਖਿੱਤੇ ਨੂੰ ਕਹਿੰਦੇ ਸੀ, ਜਿਵੇਂ ਅਵਧ ਦਾ ਨਾਂ ਹੈ। ਇਸੇ ਤਰ੍ਹਾਂ ਜੇ ਤੁਸੀਂ ਈਸਟਰਨ ਯੂਪੀ ਤੋਂ ਬਿਹਾਰ ਵੱਲ ਜਾਓ ਤੇ ਫਿਰ ਈਸਟਰਨ ਯੂਪੀ ਔਰ ਇਧਰੋਂ ਵੈਸਟਰਨ ਬਿਹਾਰ, ਸੋ ਉਹਨਾਂ ਦੀ ਬੋਲੀ ਭੋਜਪੁਰੀ ਜਿਹੜੀ ਬੜੀ ਮਿੱਠੀ ਜ਼ਬਾਨ ਹੈ। ਹੁਣ ਹਾਲਾਂਕਿ NDTV ਦਾ ਐਂਕਰ ਵੀਸ਼ ਕੁਮਾਰ ਉਸਨੇ ਆਪਣੀ ਇੱਕ ਥਾਂ ਬਣਾਈ ਹੈ ਸਰਕਾਰ ਦੇ ਕ੍ਰਿਟਿਸਿਜ਼ਮ ਔਰ ਹਿੰਦੀ ਬਹੁਤ ਚੇਸਟ ਹਿੰਦੀ ਬੋਲਦਾ ਹੈ। ਉਸ ਦੀ ਹਿੰਦੀ ਜਿਹੜੀ ਹੈ ਉਹ ਬਿਲਕੁਲ ਇਵੇਂ ਹੀ ਹੁੰਦੀ ਹੈ ਜਿਵੇਂ ਉਹ ਪੋਇਟਰੀ ਬੋਲ ਰਿਹਾ ਹੋਏ ਉਸ ਦੇ ਦੂਜੇ। ਲੇਕਿਨ ਜਦੋਂ ਉਹਨੂੰ ਮਦਰ ਲੈਂਗੁਏਜ ਡੇ ਆਉਂਦਾ ਹੈ 21 ਫਰਵਰੀ ਦਾ ਜਿਹੜਾ UN ਨੇ ਡਿਕਲੇਅਰ ਕੀਤਾ ਹੋਇਆ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ, ਤਾਂ ਉਦੋਂ ਬੜੇ ਫਖਰ ਨਾਲ ਕਹਿੰਦਾ ਹੈ ਕਿ ਮੇਰੀ ਮਾਂ ਬੋਲੀ ਜਿਹੜੀ ਹੈ ਉਹ ਭੋਜਪੁਰੀ ਹੈ। ਸੋ ਇਹ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਹਿੰਦੀ ਜ਼ਬਾਨ ਅੱਜ ਸੰਸਕ੍ਰਿਟਾਈਜ਼ ਕਰਕੇ ਹਿੰਦੂ ਤਵੀਆਂ ਵੱਲੋਂ ਥੋਪੀ ਜਾ ਰਹੀ ਹੈ, ਇਹਦੀ ਉਮਰ 200 ਸਾਲ ਤੋਂ ਜ਼ਿਆਦਾ ਨਹੀਂ ਹੈ। ਔਰ ਅਸੀਂ ਇੱਕ ਬੜਾ ਅੱਛਾ ਆਰਟੀਕਲ ਜਿਹੜਾ ਕਿ ਦੇਵਤਨ ਚੌਧਰੀ ਨੇ ਲਗਭਗ 1 ਸਾਲ ਪਹਿਲਾਂ ਲਿਖਿਆ ਸੀ ਕਿ ਕਿਵੇਂ ਇਹ ਹਿੰਦੀ ਜ਼ਬਾਨ ਨੂੰ ਇੱਕ ਸਕਾਟਿਸ਼ ਭਾਸ਼ਾ ਦੇ ਵਿਗਿਆਨੀ ਨੇ ਜਿਹੜਾ ਹੈ ਉਹ ਘੜਿਆ ਔਰ ਕਿਵੇਂ ਉਸ ਨੂੰ ਅੰਗਰੇਜ਼ਾਂ ਨੇ, ਜਿਵੇਂ ਜਦੋਂ ਭਾਰਤ ਦੀ ਐਜੂਕੇਸ਼ਨ ਪਾਲਿਸੀ ਦੀ ਗੱਲ ਹੁੰਦੀ ਹੈ ਤੇ ਅਕਸਰ ਜਿਹੜੇ ਮੈਕਾਲੇ ਨੂੰ ਇਹ ਕ੍ਰੈਡਿਟ ਜਾਂ ਡਿਸਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਜੀ ਉਸ ਨੇ ਕਲਰਕ ਕਿੰਗ ਪੈਦਾ ਕੀਤੇ, ਕਿਉਂਕਿ ਮੈਕਾਲੇ ਨੇ ਹੀ ਇਹ ਜਿਹੜਾ ਇੰਗਲਿਸ਼ ਔਰ ਕਿਸ ਲੈਵਲ ਦਾ ਸਿਲੇਬਸ ਔਰ ਦੂਸਰਾ ਕਿ ਉਹਦੇ ਥੱਲੇ ਸੀ ਕਿ ਓਰੀਜਨਲ ਥਿੰਕਿੰਗ ਨਹੀਂ ਹੈ। ਇਸ ਲਈ ਜਿਹੜੇ ਉਹਨਾਂ ਦੇ ਐਜੂਕੇਸ਼ਨ ਅਦਾਰਿਆਂ ਚੋਂ ਇੰਗਲਿਸ਼ ਲੈਂਗੁਏਜ ਦੇ ਵਿੱਚ ਟ੍ਰੇਨਡ ਹੋ ਕੇ ਨਿਕਲਦੇ ਸੀ ਉਹਨਾਂ ਨੂੰ ਮੈਕਾਲੇਜ਼ ਕਿਡਸ ਕਿਹਾ ਜਾਂਦਾ ਸੀ ਕਿ ਭਾਈ ਇਹ ਮੈਕਾਲੇ ਨੇ ਪੈਦਾ ਕੀਤੇ ਨੇ। ਔਰ ਇਸੇ ਤਰ੍ਹਾਂ ਜੇ ਅਸੀਂ ਇਹਨਾਂ ਦੀ ਦੇਵਤਨ ਚੌਧਰੀ ਦੀ ਇਸ ਥਿਊਰੀ ਨੂੰ ਔਰ ਇਸ ਦੇ ਉੱਤੇ ਹੋਰ ਵੀ ਬਹੁਤ ਸਾਰਿਆਂ ਨੇ ਲਿਖਿਆ, ਇਸ ਵੱਲ ਦੇਖੀਏ ਦੇਵਤਨ ਚੌਧਰੀ ਨੇ 2019 ਦੇ ਵਿੱਚ ਆਰਟੀਕਲ ਲਿਖਿਆ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਹਿੰਦੀ ਜੇ ਅੰਗਰੇਜ਼ੀ ਬੋਲਣ ਵਾਲੇ ਜਾਂ ਅੰਗਰੇਜ਼ੀ ਸਿਲੇਬਸ 'ਚ ਸਾਰਾ ਕੁਝ ਪੜ੍ਹਨ ਵਾਲੇ ਮੈਕਾਲੇ ਦੇ ਬੱਚੇ ਨੇ ਤੇ ਹਿੰਦੀ ਜ਼ਬਾਨ ਵਾਲੇ ਜਿਹੜੇ ਨੇ ਉਹ ਜੌਨ ਗਿਲਕ੍ਰਿਸਟ ਦੇ ਬੱਚੇ ਨੇ। ਔਰ ਜੌਨ ਗਿਲਕ੍ਰਿਸਟ ਦੀ ਉਹਨਾਂ ਨੇ ਬੈਕਗਰਾਊਂਡ ਵੀ ਦਿੱਤੀ ਹੈ। ਔਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਕਿਵੇਂ ਜ਼ਬਰਦਸਤੀ ਹਿੰਦੀ ਥੋਪੀ ਜਾ ਰਹੀ ਹੈ। ਇਹ ਨਾ ਤਾਂ ਕਨਸਟੀਟਿਊਸ਼ਨ ਦੇ ਵਿੱਚ ਇਸ ਨੂੰ ਜਿਹੜੀਆਂ 22 ਦੇ ਕਰੀਬ ਜ਼ਬਾਨਾਂ ਨੇ ਜਿਨ੍ਹਾਂ ਨੂੰ ਰੈਕਗਨਾਈਜ਼ ਕੀਤਾ ਗਿਆ, ਹਾਲਾਂਕਿ ਜਦੋਂ ਅਸੀਂ 2001 ਦੀ ਸੈਂਸਸ ਭਾਰਤ ਦੀ ਦੇਖਦੇ ਹਾਂ ਤੇ 122 ਮੁੱਖ ਜ਼ਬਾਨਾਂ ਉਸ ਮਰਦਮਸ਼ੁਮਾਰੀ ਦੇ ਵਿੱਚ ਲਿਖਾਈਆਂ ਗਈਆਂ ਸੀ ਔਰ ਉਹਨਾਂ 'ਚ 1599 ਜਿਹੜੀਆਂ ਨੇ ਉਸ ਦੇ ਨਾਲ ਛੋਟੀਆਂ ਲੈਂਗੁਏਜਸ ਸੀ। ਔਰ ਇਹ ਇਸ ਤੋਂ ਇਹ ਸਾਬਤ ਹੁੰਦਾ ਹੈ। ਔਰ ਈਵਨ ਜੇ ਤੁਸੀਂ ਇੰਡੀਅਨ ਕਰੰਸੀ ਦੇਖੋ ਤੇ ਉਹਦੇ 'ਚ ਉਹ 22 ਜ਼ਬਾਨਾਂ ਦੇ ਵਿੱਚ ਹੀ ਉਹ 1 ਰੁਪਈਆ ਜਾਂ 10 ਜਾਂ 100 ਵਟਐਵਰ ਉਹ ਲਿਖਿਆ ਜਾਂਦਾ ਹੈ। ਸੋ ਇਹ ਕਿਤੇ ਨਹੀਂ ਹੈ ਜਿਵੇਂ ਗਾਂਧੀ ਨੂੰ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਭਾਰਤ ਦੇ ਜਿਹੜਾ ਉਹ ਫਾਦਰ ਆਫ ਦਾ ਨੇਸ਼ਨ ਨਹੀਂ ਐਲਾਨਿਆ ਹੋਇਆ ਪਰ ਬਣਾ ਦਿੱਤਾ ਧੱਕੇ ਨਾਲ ਕਾਂਗਰਸ ਨੇ। ਇਸੇ ਤਰ੍ਹਾਂ ਹਿੰਦੀ ਜ਼ਬਾਨ ਨੂੰ ਜ਼ਬਰਦਸਤੀ ਥੋਪ ਦਿੱਤਾ ਗਿਆ ਜਾਂ ਅੱਗੋਂ ਹਿੰਦੂ ਤਵੀਆਂ ਦੇ ਕੋਲ ਜਦੋਂ ਪਾਵਰ ਆਈ ਹੈ। ਹਾਲਾਂ 1950 'ਚ ਵੀ ਇਹ ਯਤਨ ਹੋਇਆ ਸੀ ਹਿੰਦੀ ਨੂੰ ਜਿਹੜਾ ਉਹ ਨੈਸ਼ਨਲ ਲੈਂਗੁਏਜ ਦੇ ਨਾਂ ਥੱਲੇ ਥੋਪਣ 'ਚ, ਪਰ ਉਸ ਜ਼ਮਾਨੇ 'ਚ ਫਿਰ ਤਮਿਲਨਾਡੂ, ਕਰਨਾਟਕਾ, ਆਂਧਰਾ ਪ੍ਰਦੇਸ਼, ਕੇਰਲਾ ਉੱਥੇ ਬਹੁਤ ਜ਼ਬਰਦਸਤ ਰਾਇਟ ਹੋਏ ਸੀਗੇ। ਔਰ ਅੱਜ ਵੀ ਤੁਹਾਨੂੰ ਤਮਿਲਨਾਡੂ ਜਿਹੜਾ ਬਹੁਤ ਵੱਡਾ ਸੂਬਾ ਹੈ ਜਾਂ ਆਂਧਰਾ ਜਾਂ ਈਵਨ ਕੇਰਲਾ, ਕਰਨਾਟਕਾ, ਤੇਲੰਗਾਨਾ, ਉਹਦੇ 'ਚ ਜਿੱਥੇ ਕਿਤੇ ਹਿੰਦੀ ਲਿਖੀ ਹੋਏ ਉਹ ਆ ਕੇ ਉਸ ਦੇ ਉੱਤੇ ਪੋਚਾ ਮਾਰ ਦਿੰਦੇ ਨੇ ਕਿਉਂਕਿ ਉਹ ਆਪਣੀਆਂ ਜ਼ਬਾਨਾਂ ਨੂੰ ਇੰਨਾ ਪਿਆਰ ਕਰਦੇ ਨੇ ਔਰ ਉਹਨਾਂ ਦਾ ਮੰਨਣਾ ਹੈ ਕਿ ਵੀ
ਅਸੀਂ ਡ੍ਰੈਵਿਡਨ ਸਿਵਲਾਈਜੇਸ਼ਨ ਵਾਲੇ ਹੈ, ਦਰਾਵੜ ਹੈ ਅਸੀਂ, ਔਰ ਸਾਡੀ ਆਪਣੀ ਬੋਲੀ ਹੈ। ਇਹੀ ਕਾਰਨ ਹੈ ਕਿ ਜੇ ਸੰਸਕ੍ਰਿਤ ਨੂੰ ਭਾਰਤ ਦੇ ਵਿੱਚ ਇੱਕ ਕਲਾਸਿਕ ਲੈਂਗੁਏਜ ਵਜੋਂ ਰੈਕਗਨਾਈਜ਼ ਕੀਤਾ ਹੋਇਆ ਹੈ ਤੇ ਤਮਿਲ ਲੈਂਗੁਏਜ ਨੂੰ ਵੀ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤਾ ਹੋਇਆ ਹੈ, ਔਰ ਅਜੇ ਤੱਕ ਉਹਨਾਂ ਨੇ ਹਿੰਦੀ ਨੂੰ ਵੜਨ ਨਹੀਂ ਦਿੱਤਾ ਹੈ। ਹਾਲਾਂਕਿ ਹੌਲੀ ਟਰਾਈ ਲੈਂਗੁਏਜ ਫਾਰਮੂਲੇ ਦੇ ਨਾਂ ਥੱਲੇ ਕਿ ਭਾਈ ਅਸੀਂ 3 ਜ਼ਬਾਨਾਂ ਜਿਹਦੇ 'ਚ ਇੱਕ ਰੀਜਨਲ ਲੈਂਗੁਏਜ ਹੋਏ, ਹਿੰਦੀ ਨੂੰ ਨੈਸ਼ਨਲ ਲੈਂਗੁਏਜ ਔਰ ਅੰਗਰੇਜ਼ੀ ਨੂੰ ਕੰਟੈਕਟ ਲੈਂਗੁਏਜ ਦੇ ਇੰਟਰਨੈਸ਼ਨਲ ਲੈਂਗੁਏਜ ਦੇ ਤੌਰ ਤੇ ਉਹ ਇਸ ਨੂੰ ਇੰਪਲੀਮੈਂਟ ਕਰਦੇ ਨੇ। ਔਰ ਇਹ ਜਦੋਂ ਅਸੀਂ ਹੁਣ ਵੀ ਦੇਖ ਰਹੇ ਹਾਂ, ਅੱਜ ਦੀ ਖਬਰ 'ਚ ਪਹਿਲਾਂ ਸੀ, ਸੈਂਟਰ ਟੂ ਪ੍ਰਮੋਟ ਯੂਜ਼ ਆਫ ਹਿੰਦੀ ਇਨ ਗਵਰਨਮੈਂਟ ਆਫਿਸਿਸ ਬੈਂਕਸ ਇਨ ਫੋਰਨ ਕੰਟਰੀਜ਼, ਕਿਉਂਕਿ ਜੇ ਉੱਥੇ ਤਮਿਲ ਰੈਜ਼ਿਸਟੈਂਸ ਹੈ ਜਾਂ ਹੁਣ ਉਹਨਾਂ ਦੀਆਂ ਆਪਣੀਆਂ ਖੇਤਰੀ ਭਾਸ਼ਾਵਾਂ ਨੇ, ਤਮਿਲਨਾਡੂ ਦੀ ਤਮਿਲ ਹੈ, ਆਂਧਰਾ ਪ੍ਰਦੇਸ਼ ਦੀ ਤੇਲਗੂ ਹੈ, ਕਰਨਾਟਕਾ ਦੀ ਕੰਨੜ ਹੈ, ਕੇਰਲਾ ਦੀ ਮਲਿਆਲਮ ਹੈ। ਸੋ ਉਹ ਆਪਣੀ ਲੈਂਗੁਏਜ ਦੇ ਉੱਤੇ ਫਖਰ ਮਹਿਸੂਸ ਕਰਦੇ ਨੇ। ਸੋ ਇਹਨਾਂ ਨੇ ਹੁਣ ਇਹਨਾਂ ਦਾ, ਕਿਉਂਕਿ ਬਾਹਰਲਾ ਤਾਂ ਇਹਨਾਂ ਦੇ ਕੋਲ ਕੰਟਰੋਲ ਹੈ ਸਾਰਾ। ਹੁਣ ਮੈਂ ਜਦੋਂ ਇਸ ਖਬਰ ਨੂੰ ਵੀ ਦੇਖ ਰਿਹਾ ਸੀ ਕਿ ਈਵਨ ਇਹ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਵੀ ਹਿੰਦੀ ਨੂੰ ਵਾੜ ਰਹੇ ਨੇ। ਔਰ ਹੋਮ ਅਫੇਅਰ ਜਿਹੜਾ ਅਮਿਤ ਸ਼ਾਹ ਬੈਠਾ, ਉਹਨੂੰ ਆਪ ਤਾਂ ਕੁਛ ਆਉਂਦਾ ਨਹੀਂ ਹੈ ਸਵਾਏ ਹਿੰਦੀ ਜਾਂ ਗੁਜਰਾਤੀ ਦੇ, ਤੇ ਉਹਨੇ ਇਹ ਕਿਹਾ ਕਿ ਵੀ ਇਹ ਆਫੀਸ਼ੀਅਲ ਵਰਕਸ ਇਨ ਬੈਂਕਸ, ਪਬਲਿਕ ਸੈਕਟਰ ਅੰਡਰਟੇਕਿੰਗਸ, ਐਮਬੈਸੀਜ਼ ਐਂਡ ਅਦਰ ਗਵਰਨਮੈਂਟ ਆਫਿਸਿਸ ਇਨ ਫੋਰਨ ਕੰਟਰੀਜ਼ ਦੇ ਵਿੱਚ ਕੰਮ ਸਾਰਾ ਹਿੰਦੀ 'ਚ ਹੋਣਾ ਚਾਹੀਦਾ ਹੈ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਅਸੀਂ 2014 ਤੋਂ ਜਦੋਂ ਤੋਂ ਬੀਜੇਪੀ ਦੀ ਗਵਰਨਮੈਂਟ ਬਣੀ ਹੈ ਇਸ ਨੂੰ ਪ੍ਰਮੋਟ ਕਰਨ ਦੇ ਉੱਤੇ ਲੱਗਿਆ। ਹੁਣ ਈਵਨ ਜਿਹੜਾ ਸੈਂਟਰਲ ਰਿਜ਼ਰਵ ਪੁਲਿਸ ਫੋਰਸ CRPF ਦਾ ਵੈਬਸਾਈਟ ਹੈ, ਬਾਰਡਰ ਸਿਕਿਉਰਿਟੀ ਫੋਰਸ ਦਾ ਜਾਂ ਨੈਸ਼ਨਲ ਕ੍ਰਾਈਮ ਰੈਕਰਡਸ ਬਿਊਰੋ ਹੈ, ਦੈਟ ਓਪਨਸ ਇਨ ਹਿੰਦੀ ਬਾਈ ਡਿਫਾਲਟ। ਤੁਸੀਂ ਖੋਲੋ ਤੇ ਹਿੰਦੀ ਦੇ ਵਿੱਚ ਹੀ ਇਹ ਖੁੱਲ੍ਹਦਾ। ਔਰ ਨਾਲ ਦੀ ਨਾਲ ਉਹਨਾਂ ਨੇ ਟਿਕਟਾਂ ਜਿਹੜੀਆਂ ਰੇਲਵੇ ਦੀਆਂ ਨੇ, ਦੂਜੀਆਂ ਤੀਜੀਆਂ, ਸਭ ਹਿੰਦੀ ਦੇ ਵਿੱਚ ਇਹ ਕਰ ਰਹੇ ਨੇ। ਔਰ ਐਜ਼ ਪਰ ਮਿਨਿਸਟਰੀ ਆਫ ਹੋਮ ਅਫੇਅਰ April 26 notification, more than 80% staff in at least 7 offices under ministry, including the director of census operations in West Bengal and Delhi police commissioner offices, had attained the working knowledge of Hindi. So ਉਹਨਾਂ ਨੇ ਇਹ ਹਿੰਦੀ ਪੂਰੀ ਤਰ੍ਹਾਂ ਠੋਸੀ ਹੋਈ ਹੈ। ਔਰ ਮੈਂ ਜਦੋਂ ਕਿ ਇਸ ਨੂੰ ਇੱਕ ਹਿੰਦੀ ਡੇ ਵਜੋਂ 14 ਸਤੰਬਰ ਨੂੰ ਮਨਾ ਰਹੇ ਨੇ, ਮੈਂ ਦੇਖ ਰਿਹਾ ਕਿ ਵੀ ਸਾਊਥ ਦੇ ਵਿੱਚ ਕਈ ਥਾਂ ਇਹਨੂੰ ਐਜ਼ ਏ ਬਲੈਕ ਡੇ ਡਿਕਲੇਅਰ ਕੀਤਾ ਗਿਆ ਹੈ, ਉਸ ਨੂੰ ਉਵੇਂ ਹੀ ਮੰਨਿਆ ਜਾ ਰਿਹਾ। ਔਰ ਭਾਰਤ ਦੀਆਂ ਜਿਹੜੀਆਂ 22 ਭਾਸ਼ਾਵਾਂ ਨੂੰ ਬੋਲਣ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਹਿੰਦੀ ਥੋਪਣਾ, ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਦਾ, ਕਿਉਂਕਿ ਜੇ ਇਹ ਹਿੰਦੀ ਇਵੇਂ ਥੋਪਦੇ ਨਹੀਂ ਤਾਂ ਜਿਹੜਾ ਹਿੰਦੂ ਰਾਸ਼ਟਰ ਇਹਨਾਂ ਨੇ ਐਲਾਨਣਾ ਹੈ ਉਸ ਦਾ ਕੰਮ ਫਿਰ ਮੁੱਕ ਜਾਂਦਾ ਹੈ। ਔਰ ਇਹ ਜਿਹੜਾ ਇਸ ਦੇ ਉੱਤੇ ਖਾਸ ਤੌਰ ਤੇ ਇੱਕ ਲਿਖਤ ਜਿਸ ਦੇ ਉੱਤੇ ਇਹ ਪੂਰਾ ਜ਼ੋਰ ਸੀ ਕਿ ਕਿਵੇਂ ਜੌਨ ਗਿਲਕ੍ਰਿਸਟ ਨੇ ਇਸ ਨੂੰ ਲਾਗੂ ਕੀਤਾ, ਉਸ ਦੀ ਸ਼ੁਰੂਆਤ, ਕਿਉਂਕਿ ਜੌਨ ਗਿਲਕ੍ਰਿਸਟ ਇਹ ਸਕਾਟਿਸ਼ ਸੀ, ਅਸਿਸਟੈਂਟ ਸਰਜਨ ਸੀ, ਔਰ ਉਹਦੀ ਸ਼ਕਲ ਕਹਿੰਦੇ ਨੇ ਇਵੇਂ ਹੀ ਸੀ ਜਿਵੇਂ ਉਹਦੇ ਸਿਰ ਖਿਲਰੇ ਹੋਏ, ਵਾਲ ਖਿਲਰੇ ਹੋਏ। ਔਰ 1784 ਦੇ ਵਿੱਚ ਉਹ ਕਲਕੱਤੇ ਦੇ ਵਿੱਚ ਉਤਰਦਾ। ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਜੇ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਦਰਾੜ ਪਾਣੀ ਹੈ ਔਰ ਅਲਟੀਮੇਟਲੀ ਆਪਣੇ ਏਜੰਡੇ ਨੂੰ ਉਹਨਾਂ ਨੇ ਅੱਗੇ ਤੋਰਨਾ ਹੈ, ਤੇ ਜੇ ਮੁਸਲਮਾਨਾਂ ਦਾ ਉਰਦੂ ਜਿਹੜਾ ਹੈ ਉਹ ਲਿਖਿਆ ਜਾਂਦਾ ਸੀ ਉਰਦੂ ਅਰੈਬਿਕ ਸਕ੍ਰਿਪਟ ਦੇ ਵਿੱਚ, ਤੇ ਇਹ ਚਾਹੁੰਦੇ ਸੀ ਕਿ ਬਈ ਇੱਕ ਐਸੀ ਸਕ੍ਰਿਪਟ ਬਣਾਈ ਜਾਏ ਜਿਹਦੇ ਥੱਲੇ ਹੁਣ ਜੇ ਤੁਸੀਂ ਸੁਣਨ ਵਾਲਿਆਂ ਦੇ ਲਈ ਉਰਦੂ ਜਾਂ ਹਿੰਦੀ 'ਚ ਤਾਂ ਕੋਈ ਫਰਕ ਨਹੀਂ ਲੱਗਦਾ ਹੈ ਬਹੁਤਾ। ਇਹੀ ਹੈ, ਉਰਦੂ 'ਚ ਤੁਹਾਨੂੰ ਫਾਰਸੀ ਦੇ ਲਫ਼ਜ਼ ਜ਼ਿਆਦਾ ਨਜ਼ਰ ਆਉਣਗੇ, ਇਹਦੇ 'ਚ ਦੇਸੀ ਬੋਲੀਆਂ ਦੇ ਭੋਜਪੁਰੀ ਦੂਜੇ, ਪਰ ਉਹਨਾਂ ਨੇ ਯਕੀਨੀ ਬਣਾਇਆ ਕਿ ਇਹਨਾਂ ਦੀਆਂ ਸਕ੍ਰਿਪਟਸ ਅੱਡ ਕਰਤੀਆਂ ਜਾਣ, ਜਿਹੜੀ ਉਹਨਾਂ ਦੀ ਲਿਪੀ ਹੈ। ਸੋ ਉਹਨਾਂ ਨੇ, ਤਾਂ ਕਿ ਮੁਸਲਮਾਨ ਉਰਦੂ ਨਾਲ ਚੰਬੜ ਗਏ, ਹਿੰਦੂ ਜਿਹੜੇ ਨੇ ਉਹਨਾਂ ਨੇ ਇੱਕ ਸਟੈਂਡਰਡ ਸਕ੍ਰਿਪਟ ਬਣਾ ਕੇ, ਦੇਵਨਾਗਰੀ ਸੰਸਕ੍ਰਿਤ ਦੇ ਵਰਡ ਤਾਂ ਐਗਜ਼ਿਸਟ ਕਰਦੇ ਸੀ, ਸੋ ਅਵਧੀ, ਭੋਜਪੁਰੀ, ਖੜੀ ਬੋਲੀ, ਬ੍ਰਜ ਭਾਸ਼ਾ, ਉਹਦੇ ਲਫ਼ਜ਼ਾਂ ਨੂੰ ਜੋੜ ਕੇ 1785 'ਚ ਜਿਹੜਾ ਇਹਨੇ ਬੰਦੇ ਨੇ 1 ਸਾਲ ਦੀ ਛੁੱਟੀ ਲਈ। ਔਰ ਫਿਰ ਉਹਨੇ ਜਿਹੜਾ ਪਹਿਲਾ ਲਿਖਤੀ ਕਾਰਜ, ਇੱਕ ਡਿਕਸ਼ਨਰੀ ਇੰਗਲਿਸ਼ ਐਂਡ ਹਿੰਦੁਸਤਾਨੀ ਉਹਨੇ ਤਿਆਰ ਕੀਤੀ, ਜਿਹੜੀ 1787 ਤੋਂ 1790 ਦੇ ਵਿੱਚ ਤਿਆਰ ਹੋਈ। ਫਿਰ ਉਹਨਾਂ ਨੇ ਇਸ ਨੂੰ ਕਲਕੱਤੇ ਦੇ ਵਿੱਚ ਇੱਕ ਸਿਖਲਾਈ ਅਦਾਰਾ ਕਾਇਮ ਕੀਤਾ ਗਿਆ। ਗਿਲਕ੍ਰਿਸਟ ਨੇ ਉਸ ਅਦਾਰੇ ਦਾ ਉਹ ਫੋਰਟ ਵਿਲੀਅਮ ਕਾਲਜ ਦੇ ਵਿੱਚ ਇਹ ਬਣਿਆ,
ਔਰ ਉਹਦਾ ਪਹਿਲਾ ਪ੍ਰਿੰਸੀਪਲ ਲੱਗ ਗਿਆ। ਫਿਰ ਉਹਨਾਂ ਨੇ ਕਈ ਕਿਤਾਬਾਂ ਪਬਲਿਸ਼ ਕਰਨੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਦੇ ਵਿੱਚ ਦਾ ਹਿੰਦੀ ਰੋਮਨ ਆਰਥੋਗ੍ਰਾਫਿਕਲ ਅਲਟੀਮੇਟਮ ਇਹ ਮੇਨ ਕਿਤਾਬ ਸੀ। ਔਰ ਗਿਲਕ੍ਰਿਸਟ ਨੇ ਫਿਰ ਇੰਡੀਅਨ ਰਾਈਟਰਸ ਨੂੰ ਹਾਇਰ ਕੀਤਾ ਕਿ ਉਹ ਹਿੰਦੀ ਦੇ ਵਿੱਚ ਲਿਖਣ, ਔਰ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਜਿਹੜਾ ਇਸ ਦੇ ਵਿੱਚ ਪਹਿਲੀ ਜਿਹੜੀ ਕਿਤਾਬ ਹੈ ਉਹ ਲੱਲੂ ਲਾਲ ਨੇ ਲਿਖੀ, ਪ੍ਰੇਮ ਸਾਗਰ, ਪ੍ਰੇਮ ਦਾ ਸਮੁੰਦਰ, ਇਹ ਗ੍ਰੰਥ ਰਚਿਆ। ਫਿਰ ਬਾਈਬਲ ਦਾ 1818 ਦੇ ਵਿੱਚ ਹਿੰਦੀ 'ਚ ਅਨੁਵਾਦ ਕਰਾਇਆ ਗਿਆ। ਫਿਰ ਉਦੰਤ ਮਾਰਤੰਡ ਨਾਂ ਦਾ ਪਹਿਲਾ ਹਿੰਦੀ ਅਖਬਾਰ 1826 'ਚ ਕਲਕੱਤਾ 'ਚ ਛਪਣਾ। ਤੁਸੀਂ ਇਹ ਦੇਖੋ ਕਿ 1826 ਤੱਕ ਹਿੰਦੀ ਨਾਂ ਦੀ ਕੋਈ ਜ਼ਬਾਨ ਦਾ ਕੋਈ ਅਖਬਾਰ ਨਹੀਂ ਸੀ। ਫਿਰ ਇਕੱਲਾ ਇਹੀ ਨਹੀਂ ਕੀਤਾ ਵੀ ਇਹਨਾਂ ਨੇ ਦੇਵਨਾਗਰੀ ਸਕ੍ਰਿਪਟ ਨੂੰ ਪਪੂਲਰ ਕੀਤਾ, ਈਵਨ ਬੰਗਾਲੀ ਬੰਗਲਾ ਜਿਹੜੀ ਕਿ ਅਰੈਬਿਕ ਸਕ੍ਰਿਪਟ ਦੇ ਵਿੱਚ ਲਿਖੀ ਜਾਂਦੀ ਸੀ, ਇਹਨਾਂ ਨੇ ਕਿਹਾ ਜੀ ਦੇਵਨਾਗਰੀ 'ਚ ਲਿਖੋ। ਇਵੇਂ ਬੰਗਾਲ ਦਾ ਹਿੰਦੂ ਔਰ ਮੁਸਲਮਾਨ ਜਿਹੜਾ ਹੈ ਉਸ ਦੇ ਵਿੱਚ ਵੀ ਵਿੱਥ ਪਾਈ। ਔਰ ਇਸ ਦੇ ਨਾਲ ਨਾਲ ਉਹਨਾਂ ਨੇ 1826 'ਚ ਮਾਰਤੰਡ ਪਹਿਲਾ ਹਿੰਦੀ ਅਖਬਾਰ ਛਪਣਾ ਸ਼ੁਰੂ ਹੋਇਆ। ਔਰ ਇਹ ਸਾਰਾ ਜਿਹੜਾ ਪਾਠ ਚੱਲਦਾ ਇਹ ਹੈ ਕਿ ਹਿੰਦੁਸਤਾਨੀ ਭਾਸ਼ਾ ਨੂੰ ਹਿੰਦੀ ਤੇ ਉਰਦੂ ਇਹਨਾਂ ਦੋਵਾਂ 'ਚ ਵੰਡ ਕੇ ਇੱਕ ਪਾਸੇ ਫਾਰਸੀ ਲਿਪੀ ਆ ਗਈ, ਇੱਕ ਪਾਸੇ ਦੇਵਨਾਗਰੀ ਲਿਪੀ ਆ ਗਈ। ਔਰ ਇਸ ਤਰੀਕੇ ਨਾਲ ਫਿਰ ਮੁਸਲਮਾਨਾਂ ਨੂੰ ਇਹ ਲੱਗਾ ਕਿ ਉਹਨਾਂ ਦੀ ਆਈਡੈਂਟੀਟੀ ਜਾਂ ਉਹਨਾਂ ਦੀ ਸਰਵਾਈਵਲ ਉਰਦੂ ਨਾਲ ਜੁੜਨ 'ਚ ਹੀ ਹੈ। ਔਰ ਇਹੀ ਜੇ ਅਸੀਂ ਲੈਂਗੁਏਜ ਪਾਲਿਸੀ ਦੇਖੀਏ, ਔਰ ਬਹੁਤ ਵਾਰ ਅਸੀਂ ਆਪਣੇ ਦੋਵੇਂ ਪੰਜਾਬਾਂ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਇੱਧਰ ਸਿੱਖਾਂ ਦੇ ਲਈ ਗੁਰਮੁਖੀ ਸਕ੍ਰਿਪਟ ਕਿਉਂ ਅਹਿਮ ਹੋ ਗਈ ਵਕਤ ਦੇ ਨਾਲ। ਹਾਲਾਂ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਸਿੱਖਾਂ ਨੇ ਤਾਂ ਪੜ੍ਹਨੀ ਸੀ, ਪਰ ਲਹਿੰਦੇ ਪੰਜਾਬ ਵਾਲੇ ਕਿਉਂ ਪੰਜਾਬੀ ਜ਼ਬਾਨ ਬੋਲੀ ਨਾਲ ਤਾਂ ਜੁੜੇ ਰਹੇ, ਪਰ ਸਕ੍ਰਿਪਟ ਕਿਵੇਂ ਉਰਦੂ ਵੱਲ ਚਲੀ ਗਈ, ਗੁਰਮੁਖੀ ਤੋਂ ਵਿੱਥ ਹੋਈ, ਜਾਂ ਅੰਗਰੇਜ਼ਾਂ ਨੇ ਕਿਵੇਂ ਚਲਾਕੀ ਦੇ ਨਾਲ ਕਦੇ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਪੰਜਾਬੀ ਜ਼ਬਾਨ ਨੂੰ ਐਨਕਰੇਜ ਨਹੀਂ ਕੀਤਾ ਲਿਆ ਕੇ ਇੱਥੇ ਉਰਦੂ ਸਪੀਕਿੰਗ ਜਿਹੜੇ ਨੇ ਲਿਆਂਦੇ। ਲੇਕਿਨ ਵਿਦਨ ਦਾ ਕੰਟਰੀ ਜਿਹੜਾ ਉਹਨਾਂ ਨੇ ਅੰਗਰੇਜ਼ਾਂ ਨੇ ਹਿੰਦੂਆਂ ਨੂੰ ਤਾਕਤ ਦਿੱਤੀ, ਉਹਨਾਂ ਦੇ ਨਾਲ ਪੋਲੀਟੀਕਲ ਡੀਲ ਵੀ ਕੀਤੀ, ਔਰ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਹਿੰਦੀ ਜ਼ਬਾਨ ਵੀ ਦਿੱਤੀ। ਹੁਣ ਇਹ ਜੇ ਅਸੀਂ ਇਹ ਕਹੀਏ ਕਿ ਜਿਹੜੀ ਦੇਵਨਾਗਰੀ ਸਕ੍ਰਿਪਟ 'ਚ ਹਿੰਦੀ ਹੈ ਇਹਦੀ ਉਮਰ ਸਿਰਫ 200 ਸਾਲ ਹੈ, ਔਰ ਇਹ ਅੰਗਰੇਜ਼ਾਂ ਨੇ ਖੜੀ ਕੀਤੀ। ਔਰ ਹੁਣ ਜਿਹਨਾਂ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੈ ਉਹ ਇਹਨੂੰ ਜ਼ਬਰਦਸਤੀ 1 ਬਿਲੀਅਨ 500 ਮਿਲੀਅਨ ਲੋਕਾਂ ਦੇ ਉੱਤੇ ਥੋਪਣਾ ਚਾਹੁੰਦੇ ਨੇ। ਔਰ ਇਹ ਕਿੰਨੇ ਕੁ ਕਾਮਯਾਬ ਹੋਣਗੇ। ਔਰ ਇੱਕ ਵੱਖਰੀ ਗੱਲ ਹੈ ਕਿ ਜਦੋਂ ਇਹਨਾਂ ਨੇ ਲਿੰਗੁਇਸਟਿਕ ਕਮਿਸ਼ਨ ਬਣਾਇਆ 1950 'ਚ, ਜਿਹਦੇ ਆਧਾਰ ਤੇ ਜ਼ਬਾਨ ਦੇ ਆਧਾਰ ਤੇ ਸੂਬੇ ਬਣੇ, ਪਰ ਤੁਸੀਂ ਦੇਖੋ ਪੰਜਾਬੀ ਨੂੰ ਕਿਵੇਂ ਇਹਨਾਂ ਨੇ ਸੁਪਰੈਸ ਕੀਤਾ। ਪਹਿਲਾਂ ਤਾਂ 1950 ਤੋਂ ਹੀ ਆਲਮੋਸਟ 16 ਸਾਲ ਸਿੱਖਾਂ ਨੂੰ ਪੰਜਾਬ 'ਚ ਮੋਰਚੇ ਲਾਣੇ ਪਏ ਕਿ ਜੀ ਅਸੀਂ ਪੰਜਾਬੀ ਬੇਸਡ ਸੂਬਾ ਬਣਾਓ। ਹਿੰਦੂ ਪੰਜਾਬ ਦਾ ਖਲੋ ਗਿਆ ਜੀ ਨਹੀਂ ਸਾਡੀ ਬੋਲੀ ਤਾਂ ਹਿੰਦੀ ਹੈ। ਐਸੀ ਦੁਨੀਆ 'ਚ ਸ਼ਾਇਦ ਹੀ ਕਿਤੇ ਹੋਇਆ ਹੋਏ ਕਿ ਆਪਣੀ ਮਾਂ ਨਾਲੋਂ ਹੀ ਜਿਹੜਾ ਕੋਈ ਟੁੱਟ ਜਾਏ। ਫਿਰ ਜਿਹੜੇ ਇਲਾਕੇ ਪੰਜਾਬ ਨਾਲੋਂ ਕੱਢ ਕੇ ਹਿਮਾਚਲ ਸੂਬਾ ਬਣਾਇਆ ਜਾਂ ਹਰਿਆਣਾ ਬਣਾਇਆ, ਤੁਸੀਂ ਦੇਖੋ ਉੱਥੇ ਵੱਡੀ ਗਿਣਤੀ 'ਚ ਪੰਜਾਬੀ ਸਪੀਕਿੰਗ ਲੋਕ ਸੀ, ਪਰ ਹਿਮਾਚਲ ਵਾਲਿਆਂ ਨੇ ਕਿਹਾ ਜੀ ਅਸੀਂ ਸੈਕੰਡ ਲੈਂਗੁਏਜ ਪੰਜਾਬੀ ਨਹੀਂ ਹਿੰਦੀ ਬਣਾਣੀ ਹੈ। ਔਰ ਇਧਰ ਚੌਧਰੀ ਬੰਸੀ ਲਾਲ ਹਰਿਆਣੇ ਦਾ ਚੀਫ ਮਿਨਿਸਟਰ ਬਣਿਆ, ਉਹਨੇ ਦੱਖਣ ਦੀ ਤਮਿਲ ਨੂੰ ਜਿਹੜਾ ਉਹ ਸੈਕੰਡ ਲੈਂਗੁਏਜ ਬਣਾਤਾ, ਪੰਜਾਬੀ ਨਹੀਂ ਬਣਨ ਦਿੱਤੀ। ਸੋ ਇਹ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤੇ ਇਹ ਹੇਟਰੇਡ ਜ਼ਬਾਨ ਨਾਲ, ਜ਼ਬਾਨਾਂ ਤਾਂ ਜਿੰਨੀਆਂ ਸਿੱਖੀਆਂ ਜਾਣ ਉਨੀਆਂ ਥੋੜੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਤੋਂ ਜ਼ਿਆਦਾ ਜ਼ਬਾਨਾਂ ਦੇ ਅਲਫਾਜ਼ ਨੇ, ਕਿਉਂਕਿ ਗੁਰੂ ਸਾਹਿਬ ਦਾ ਮੈਸੇਜ ਹੀ ਇਹ ਸੀ ਕਿ ਭਾਈ ਮੈਸੇਜ ਇੰਪੋਰਟੈਂਟ ਹੈ, ਜਿਵੇਂ ਵੀ ਲੋਕ ਸਮਝਦੇ ਨੇ। ਇਸ ਲਈ ਜਿਹੜੀ ਆ ਉਹ ਕੋਈ ਬੰਦਸ਼ ਹੀ ਨਹੀਂ ਹੈ, ਹਰ ਜ਼ਬਾਨ ਦਾ ਲਫ਼ਜ਼ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲਦਾ ਹੈ। ਪਰ ਅੱਜ ਹਿੰਦੂ ਤਵੀਆਂ ਨੇ ਇਹ ਫੈਸਲਾ ਕੀਤਾ ਹੋਇਆ, ਉਹਨਾਂ ਨੇ ਉਹ ਹਰ ਜ਼ਬਾਨ ਦਾ ਲਫ਼ਜ਼ ਵੀ ਪਰਜ ਕਰ ਰਹੇ ਨੇ, ਔਰ ਜਿਸ ਕਿਸਮ ਦੀ ਹਿੰਦੀ ਉਹ ਬਣਾ ਕੇ ਪਰੋਸ ਰਹੇ ਨੇ, ਜੇ ਉਹ ਮੇਰੇ ਕੋਲ ਹੁਣ ਵਕਤ ਨਹੀਂ ਹੈ ਮੈਂ ਉਹਨਾਂ ਦੇ ਕੁਛ ਹੀ ਅਲਫਾਜ਼ ਦੱਸਾਂ ਤੇ ਬਹੁਤਿਆਂ ਲਈ ਜਿਹੜਾ ਉਹ ਲਾਈਟਰ ਵੇਨ ਦੇ ਵਿੱਚ ਉਹ ਦੇਖਣਗੇ। ਹੁਣ ਅਸੀਂ ਜਿਵੇਂ ਅੰਗਰੇਜ਼ੀ ਦਾ ਅੰਗਰੇਜ਼ ਟ੍ਰੇਨਾਂ ਲਿਆਏ, ਰੇਲ ਗੱਡੀਆਂ ਉਹਨਾਂ ਨਾਲ ਆਈਆਂ, ਪਲੇਟਫਾਰਮ ਵੀ ਉਹਨਾਂ ਨੇ ਬਣਾਏ, ਗੱਡੀਆਂ ਵੀ ਉਹਨਾਂ ਨੇ ਬਣਾਈਆਂ। ਹੁਣ ਇਹਨਾਂ ਨੂੰ ਇਹ ਅੰਗਰੇਜ਼ੀ ਨਾਲੋਂ ਵੀ ਇਹ ਜਿਹੜਾ ਨਫ਼ਰਤ ਕਰਦੇ ਨੇ, ਔਰ ਇਹਨਾਂ ਨੇ ਜਿਹੜਾ ਉਹਦੇ ਲਈ ਲਫ਼ਜ਼ ਘੜਿਆ ਟ੍ਰੇਨ ਦੇ ਲਈ ਲੋਪਤਗਾਮਨੀ। ਇਹ ਹੁਣ ਹਿੰਦੀ 'ਚ ਤਾਂ ਇੱਕ ਆਮ ਨੂੰ ਪੁੱਛੋ ਵੀ ਟ੍ਰੇਨ, ਰੇਲ, ਗੱਡੀ, ਤੇ ਕਹੇਗਾ ਕੋਈ ਕਿ ਲੋਪਤਗਾਮਨੀ ਕਹੇਗਾ। ਫਿਰ ਇਹਨਾਂ ਨੇ ਪਲੇਟਫਾਰਮ ਲਈ ਸ਼ਬਦ ਘੜਿਆ ਲੋਪਤਗਾਮਨੀ ਵਿਸ਼ਰਾਮ ਗ੍ਰਹਿ। ਹੁਣ ਤੁਸੀਂ ਪਲੇਟਫਾਰਮ ਕਹਿ ਕੇ ਸੌਖੇ ਮਹਿਸੂਸ ਕਰਦੇ ਹੋ ਕਿ ਲੋਪਤਗਾਮਨੀ ਵਿਸ਼ਰਾਮ ਗ੍ਰਹਿ।
ਔਰ ਸਿਗਨਲ ਜਿਹਦੇ ਰਾਹੀਂ ਟ੍ਰੇਨ ਨੇ ਕਿੱਥੇ ਰੁਕਣਾ ਹੈ ਉਹਦੇ ਲਈ ਇਹਨਾਂ ਦਾ ਹਿੰਦੀ ਲਫ਼ਜ਼ ਹੈ ਲੋਪਤਗਾਮਨੀ ਪਥ ਪ੍ਰਦਰਸ਼ਕ ਯੰਤਰ। ਹੁਣ ਇਹ ਇਸ ਕਿਸਮ ਔਰ ਹੁਣੇ ਟੈਕਨੀਕਲ ਐਜੂਕੇਸ਼ਨ ਵੀ ਇਸ ਜ਼ਬਾਨ 'ਚ ਕਰਨ ਜਾ ਰਹੇ ਨੇ। ਬਾਕੀ ਟੈਲੀਫੋਨ ਲਈ ਵੀ ਦੂਰਭਾਸ਼, ਹੁਣ ਤੁਸੀਂ ਕਹੋ ਜੀ ਹਮਨੇ ਦੂਰਭਾਸ਼ ਕੀਤਾ ਥਾ, ਹੁਣ ਕਿਸ ਕਿਸਮ ਦੀ ਬੋਲੀ ਹੈ ਬੁਲਾਣਗੇ, ਪਰ ਜਿਨ੍ਹਾਂ ਦੇ ਕੋਲ ਫਿਰ ਰਾਜ ਸ਼ਕਤੀ ਆ ਜਾਂਦੀ ਹੈ ਉਹਨਾਂ ਦੀ ਬੋਲੀ, ਉਹਨਾਂ ਦਾ ਸੱਭਿਆਚਾਰ, ਉਹਨਾਂ ਦਾ ਕਲਚਰ ਉਹ ਡੋਮੀਨੇਟ ਕਰਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ ਚੀਨ ਗੋਗਰਾ ਹੌਟ ਸਪ੍ਰਿੰਗ ਏਰੀਆ ਦਾ ਪੁਆਇੰਟ 15 ਤੋਂ ਪਿੱਛੇ ਹਟ ਗਿਆ ਹੈ। ਸਾਨੂੰ ਤਾਂ ਪਹਿਲਾਂ ਹੀ ਇਹ ਦਾਅਵਾ ਸ਼ੱਕੀ ਜਾਪਦਾ ਸੀ, ਪਰ ਹੁਣ ਹਿੰਦੂਤਵੀ ਆਈਡੀਆਲੋਗ ਸੁਬਰਾਬਨੀਅਮ ਸਵਾਮੀ ਅਤੇ ਬ੍ਰਹਮ ਚਲਾਨੀ ਨੇ ਇਸ ਨੂੰ ਚੀਨ ਸਾਹਮਣੇ ਸਰੈਂਡਰ ਕਰਨਾ ਕਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਮਾਲ ਹਿੰਦੂ ਤਵੀਆਂ ਨੂੰ ਹਾਸਲ ਹੈ ਕਿ ਉਹ ਮੁਕੰਮਲ ਹਾਰ ਨੂੰ ਜਿੱਤ ਵਿੱਚ ਬਦਲ ਸਕਦੇ ਨੇ ਪ੍ਰੋਪੇਗੈਂਡੇ ਨਾਲ। ਜੀ 43 ਲੱਖ ਬੰਦਾ ਮਰਿਆ ਹੋਏ ਕੋਵਿਡ-19 ਨਾਲ, ਔਰ ਉਹਨਾਂ ਚੋਂ ਅੱਗੋਂ ਲੱਖਾਂ ਇਸ ਲਈ ਮਰੇ ਹੋਣ ਕਿ ਆਕਸੀਜਨ ਸਪਲਾਈ ਨਹੀਂ ਸੀ ਹਸਪਤਾਲਾਂ ਦੇ ਵਿੱਚ। ਤੇ ਇਹ ਭਾਰਤ ਦੇ ਹਿੰਦੂਤਵੀ ਹਾਕਮ ਹੀ ਪਾਰਲੀਮੈਂਟ 'ਚ ਖਲੋ ਕੇ ਕਹਿ ਸਕਦੇ ਨੇ ਕਿ ਇੱਕ ਵੀ ਬੰਦਾ ਆਕਸੀਜਨ ਦੀ ਜਿਹੜੀ ਹੈ ਕਮੀ ਨਾਲ ਨਹੀਂ ਮਰਿਆ। ਤੇ 45 ਲੱਖ ਨੂੰ ਤੁਸੀਂ 3 ਲੱਖ ਦੇ ਉੱਤੇ ਲਿਆਓ ਕਿ ਜੀ 3 ਲੱਖ ਮਰੇ ਨੇ
ਔਰ ਇਹ ਓਵਰ ਹੋ ਗਿਆ। ਹੁਣ ਇਹ ਜਦੋਂ ਚੱਲ ਰਿਹਾ ਸੀ ਤਾਂ ਪਿਛਲੇ ਹਫਤੇ ਆਇਆ ਕਿ ਜੀ ਕਿਵੇਂ ਚਾਈਨਾ ਔਰ ਭਾਰਤ ਦੇ ਵਿੱਚ ਜਿਹੜੀ 15ਵੀਂ ਉਹਨਾਂ ਦੀ ਕਮਾਂਡਰ ਲੈਵਲ ਮੀਟਿੰਗ ਹੋਈ ਔਰ ਗੋਗਰਾ ਔਰ ਹੌਟ ਸਪਰਿੰਗ ਏਰੀਆ 'ਚ ਪੁਆਇੰਟ 15 ਤੇ ਦੋਨੋਂ ਪਾਸਿਓਂ ਜਿਹੜੀਆਂ ਨੇ ਚੀਨ ਨੇ ਵੀ ਫੌਜ ਵਾਪਸ ਦਾ ਫੈਸਲਾ ਕਰ ਲਿਆ, ਡਿਸਐਨਗੇਜਮੈਂਟ ਲਫ਼ਜ਼ ਇਸਤੇਮਾਲ ਭਾਰਤ ਨੇ ਵੀ ਕਰ ਲਿਆ। ਅਸੀਂ ਇਸ 'ਤੇ ਸੈਗਮੈਂਟ ਕੀਤਾ ਸੀ, ਪਰ ਮੈਂ ਇਹ ਕਿਹਾ ਸੀ, ਮੈਂ ਕਿਹਾ ਵੀ ਅਜੇ ਤੱਕ ਇਹ ਡੀਟੇਲ ਨਹੀਂ ਆਈ ਵੀ ਕਿਹੜੇ ਏਰੀਏ 'ਚੋਂ ਵਾਪਸ ਹੋਇਆ, ਕੀ ਉਹ ਭਾਰਤ ਦੀ ਟੈਰੀਟਰੀ ਸੀ, ਕਿਉਂਕਿ ਹੁਣ ਤੱਕ ਤਾਂ ਇਹ ਹੈ ਵੀ ਚੀਨ ਦੀ ਤਾਂ ਟੈਰੀਟਰੀ ਹੈ ਨਹੀਂ ਸੀ ਭਾਰਤ ਦੇ ਕਹਿਣ ਮੁਤਾਬਕ। ਹਾਲਾਂ ਮੋਦੀ ਜਾਂ ਕਿਸੇ ਨੇ ਇਹ ਵੀ ਨਹੀਂ ਕਦੇ ਕਿਹਾ ਕਿ ਚੀਨ ਨੇ ਸਾਡੀ ਟੈਰੀਟਰੀ, ਪਰ ਹਕੀਕਤ ਇਹ ਹੈ ਕਿ ਇਹ ਰਿਪੀਟਡਲੀ ਆਪੋਜੀਸ਼ਨ ਨੇ ਵੀ ਕਿਹਾ ਕਿ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਨੇ ਲੈ ਲਈ। ਕੁਛ ਨੇ ਇਹ ਜਿਹੜਾ ਉਹ ਕਟਾਕਸ਼ ਕੀਤਾ ਜਾਂ ਵਿਅੰਗ ਕੀਤਾ ਕਿ ਭਾਈ ਕਿਤੇ ਇਹ ਤਾਂ ਨਹੀਂ ਕਿ ਆਪਣੀ ਥਾਂ ਚੋਂ ਕਿ ਭਾਰਤ ਆਪਣੀ ਥਾਂ ਤੋਂ ਆਪ ਹੀ ਪਿੱਛੇ ਹਟ ਗਿਆ ਤੇ ਜਿਹੜਾ ਉਹ ਪੈਟਰੋਲਿੰਗ ਪੁਆਇੰਟ ਹੈ ਉਹ ਚੀਨ ਡਿਸਾਈਡ ਕਰੇਗਾ ਵੀ ਉਹਨੇ ਕੀ ਕਰਨਾ ਹੈ। ਹੁਣ ਇਸ ਦੇ ਉੱਤੇ ਅਸੀਂ ਤਾਂ ਆਪਣਾ ਕਮੈਂਟ ਕਰਤਾ ਕਿ ਭਾਈ ਇਹ ਐਵੇਂ ਉਹ SCO ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੈ ਸਮਰਕੰਦ ਉਜ਼ਬੇਕਿਸਤਾਨ 'ਚ, ਤੇ ਉਹਨੇ ਮੋਦੀ ਮੀਟਿੰਗ ਕਰਨਾ ਚਾਹੁੰਦਾ ਸ਼ੀ ਜਿਨਪਿੰਗ ਨਾਲ, ਤੇ ਉਹ ਥੋੜ੍ਹਾ ਬਹੁਤ ਉਹਨਾਂ ਨੂੰ ਚਾਹੀਦਾ ਸੀ ਕਿ ਭਈ ਉਹਨਾਂ ਨੂੰ ਥੋੜ੍ਹਾ ਬਹੁਤ ਕਵਰ ਮਿਲ ਜਾਏ ਕਿ ਭਈ ਇਹ ਇੱਕ ਡਰਾਮੇਬਾਜ਼ੀ ਹੈ। ਅੱਜ ਮੈਂ ਜਦੋਂ ਟਵੀਟ ਸੁਬਰਾਮਨੀਅਮ ਸਵਾਮੀ ਦੇ ਵੀ ਔਰ ਇੱਕ ਦੂਸਰੇ ਬ੍ਰਹਮਚਰਾਨੀ ਜਿਹੜਾ ਇੱਕ ਆਈਡੀਆਲੋਗ ਹੈ ਉਸ ਦੇ ਦੇਖੇ ਤੇ ਸਾਹਮਣੇ ਆਇਆ ਇਹ ਸੁਬਰਾਮਨੀਅਮ ਸਵਾਮੀ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਹੈ, ਮੇਜਰ ਇਸ਼ੂ ਆਫ ਡੈਪਸੋਂਗ ਐਂਡ ਡੈਮਚੌਕ ਰਿਮੇਨ this Chinese coordinated and amplified planned withdrawal before SCO meeting next week, where Modi, Xi will be present in area of Gogra Hot Springs, is viewed as a mouse trap for Modi. उन्हें क्या भी ये माउस ट्रैप है। ਹੁਣ ਮਾउस ट्रैप ਕੀ ਹੈ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੱਲ ਹੋਰ ਹੈ ਇਹਦੇ 'ਚ ਕੋਈ ਵਿਦਡਰਾਲ ਨਹੀਂ ਹੋਈ। ਭਾਰਤ ਨੇ ਮੰਨ ਲਿਆ ਕਿ ਜਿਹੜੀ ਟੈਰੀਟਰੀ ਚਾਈਨਾ ਦੇ ਕੋਲ ਹੈ ਉਹ ਰਹੇਗੀ, ਜਿਹੜਾ ਬਫਰ ਜ਼ੋਨ ਹੈ ਉਹ ਭਾਰਤ ਦੀ ਟੈਰੀਟਰੀ 'ਚ ਹੀ ਕ੍ਰੀਏਟ ਹੋ ਰਿਹਾ। ਸੋ ਇੱਕ ਇਸ ਤੋਂ ਬਾਅਦ ਇੱਕ ਹੋਰ ਜਿਹੜਾ ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ, ਗਿਵਿੰਗ ਅਪ ਇੰਡੀਅਨ ਟੈਰੀਟਰੀ ਇਨ ਨੇਮ ਆਫ ਸੋ ਕਾਲਡ ਡਿਸਐਨਗੇਜਮੈਂਟ, ਚਾਈਨਾ ਇਜ਼ ਵਿਨਿੰਗ ਦਾ ਗੇਮ ਬਾਈ देयर ਸਟ੍ਰੈਟਜੀ। ਉਹਨਾਂ ਨੇ ਕਿਹਾ ਜੀ ਇੰਡੀਅਨ ਟੈਰੀਟਰੀ ਨੂੰ ਹੀ ਗਿਵ ਅਪ ਕਰਤਾ ਇਹਨਾਂ ਨੇ ਔਰ ਚਾਈਨਾ ਜਿਹੜਾ ਉਸ ਗੇਮ ਨੂੰ ਵਿਨ ਕਰ ਰਿਹਾ ਹੈ ਔਰ ਇਹ ਬਿਲਕੁਲ ਇਹਨਾਂ ਨੇ ਆਈ ਵਾਸ਼ ਖੜਾ ਕੀਤਾ। ਔਰ ਜਿਹੜਾ ਖਾਸ ਤੌਰ ਤੇ ਸੁਬਰਾਮਨੀਅਮ ਸਵਾਮੀ ਦਾ ਇੱਕ ਹੋਰ ਟਵੀਟ ਦੇ ਉੱਤੇ ਹੈ ਕਿ ਚਾਈਨੀਜ਼ ਆਰ ਲਾਫਿੰਗ ਅਵੇ on Indian media reports quoting Modi government that India and China have vacated to either side of LAC. Truth, China has withdrawn from Indian land and India has withdrawn from Indian land. Thus China claims what mine is mine and what is yours is also mine. ਇਹ ਇੱਕ ਬੜਾ ਇੰਟਰਸਟਿੰਗ ਕਮੈਂਟ ਹੈ ਕਿ ਵੀ ਦੋਨੋਂ ਹੀ ਪਾਸੇ ਜੇ ਚਾਈਨਾ ਪਿੱਛੇ ਹਟਿਆ ਤੇ ਉਹ ਵੀ ਇੰਡੀਅਨ ਟੈਰੀਟਰੀ ਸੀ ਤੇ ਜੇ ਇੰਡੀਆ ਤੇ ਉਹ ਇੰਡੀਅਨ। ਹੁਣ ਜਿੱਥੇ ਚਾਈਨਾ ਬੈਠਾ ਉਹ ਵੀ ਇੰਡੀਅਨ ਟੈਰੀਟਰੀ ਹੈ। ਸੋ ਚਾਈਨਾ ਦਾ ਇਹ ਹੀ ਕਹਿਣਾ ਕਿ ਭਾਈ ਜੋ ਕੁਛ ਹੈ ਵਟ ਮਾਈਨ ਇਜ਼ ਮਾਈਨ, ਜੋ ਮੇਰਾ ਸੀ ਉਹ ਮੇਰਾ ਹੈ, ਐਂਡ ਵਟ ਇਜ਼ ਯੋਰ ਇਜ਼ ਆਲਸੋ ਮਾਈਨ, ਜੋ ਤੁਹਾਡਾ ਸੀ ਉਹ ਵੀ ਮੇਰਾ ਹੈ। ਹੁਣ ਇਹ ਗੱਲ ਈਵਨ ਅਜੇ ਖੁੱਲ ਕੇ ਮੰਨਣ ਨੂੰ ਤਿਆਰ ਨਹੀਂ ਨੇ ਕਿ ਭਾਈ ਅਸੀਂ ਅਜੇ ਤਾਂ ਦੋ ਇਸ਼ੂ ਜਿਹੜੇ ਖਾਸ ਤੌਰ ਤੇ ਡੈਮਚੌਕ ਔਰ ਡੈਪਸੋਂਗ ਉਸ ਨਾਲ ਰਿਲੇਟਡ ਨੇ। ਮੇਨਲੀ ਚਾਈਨਾ ਨੇ ਤਾਂ ਉੱਥੇ ਕਿਹਾ ਵੀ ਫੋਰਗੇਟ ਅਬਾਊਟ ਕਿ ਵੀ ਅਪ੍ਰੈਲ 2020 ਤੋਂ ਪਹਿਲਾਂ ਜੋ ਇੰਡੀਆ ਚਾਹੁੰਦਾ ਹੈ ਕਿ ਜੀ ਜੋ ਪੋਜੀਸ਼ਨ ਸੀ ਉਹ ਰਹੇ। ਹੁਣ ਫਰਾਂਸ ਦੇ ਫੋਰਨ ਮਿਨਿਸਟਰ ਜਿਹੜਾ ਮਿਸਟਰ ਕੈਥਰੀਨ ਮਿਸ ਕੈਥਰੀਨ ਕੋਲੋਨਾ ਆਈ ਹੋਈ ਹੈ ਇੰਡੀਆ ਔਰ ਉਹਨਾਂ ਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ ਜੈ ਸ਼ੰਕਰ ਨੇ ਔਰ ਉਹਦੇ 'ਚ ਉਹਨੇ ਜਿਹੜੀ ਹੈਡਲਾਈਨ ਵੀ ਅੱਜ ਲੱਗੀ ਹੈ, ਵਿਦਡਰਾਲ ਫਰੋਮ PP15 one problem less on the border। ਜੈ ਸ਼ੰਕਰ ਕਹਿ ਰਿਹਾ ਜੀ ਇਹਦੇ ਨਾਲ ਇੱਕ ਪ੍ਰੋਬਲਮ ਘਟੀ ਹੈ ਔਰ ਉਹਦੇ 'ਚ ਹੌਟ ਸਪਰਿੰਗ ਗੋਗਰਾ ਏਰੀਆ ਦਾ ਜ਼ਿਕਰ ਕਰਦੇ, ਪਰ ਇਹ ਬਿਲਕੁਲ ਗੋਲ ਕੀਤਾ ਹੋਇਆ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਸਮਝਦੇ ਹਾਂ ਕਿ ਵੀ the issue of military tension between India and China came up during interaction with the media when both French and Indian ministers referred to Ukrainian crisis and the tension over China military drills in a close proximity of Taiwan।
ਹੁਣ ਬਾਹਰਲੀਆਂ ਤਾਕਤਾਂ ਪ੍ਰੈਸ਼ਰ ਤਾਂ ਇੰਡੀਆ ਤੇ ਰੱਖ ਰਹੀਆਂ ਨੇ, ਜਿਵੇਂ G7 ਦੀ ਮੀਟਿੰਗ ਹੁਣ ਕੱਸ ਰਹੀ ਹੈ ਇੰਡੀਆ ਦੇ ਪੇਜ ਕਿ ਬਈ ਤੁਸੀਂ ਜਿਹੜਾ ਇਹ ਰਸ਼ੀਅਨ ਆਇਲ ਨਹੀਂ ਲੈ ਸਕਦੇ, ਈਰਾਨੀਅਨ ਆਇਲ ਦੇ ਉੱਤੇ ਵੀ ਪਾਬੰਦੀਆਂ ਹੋਣਗੀਆਂ। ਔਰ ਇਸ ਸਾਰੇ ਦੇ ਚੱਲਦੇ ਨਾਲ ਦੀ ਨਾਲ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਇੱਕ ਸਿਰ ਦਰਦ ਸਾਡੀ ਘਟੀ ਹੈ ਕਿ ਵੀ withdrawal of troops from PP-15 had been verified after India and China announced that their armies had begun to disengage from PP-15 in Gogara Hot Springs, which is being considered as a positive step to end tension which erupted in May 2020 in Ladakh। ਪਰ ਤੁਸੀਂ ਕੁੱਲ ਮਿਲਾ ਕੇ ਜਦੋਂ ਇਹ ਸਾਰੇ ਨੂੰ ਦੇਖਦੇ ਹੋ ਤੇ ਇਹ ਨਜ਼ਰ ਆਉਂਦਾ, ਔਰ ਮੈਂ ਬਿਲਕੁਲ ਸਹਿਮਤ ਹਾਂ ਸੁਬਰਾਮਨੀਅਮ ਸਵਾਮੀ ਨਾਲ ਵੀ ਔਰ ਬ੍ਰਹਮ ਚਲਾਨੀ ਨਾਲ ਵੀ। ਅੱਛਾ, ਬ੍ਰਹਮ ਚਲਾਨੀ ਨੇ ਵੀ ਬੜਾ ਵੱਡਾ, ਔਰ ਚਾਈਨਾ ਦਾ ਉਹ ਐਕਸਪਰਟ ਹੈ ਬ੍ਰਹਮ ਚਲਾਨੀ, ਔਰ ਇਹ ਉਹੀ ਬ੍ਰਹਮ ਚਲਾਨੀ ਹੈ ਜਿਹੜਾ ਕਿਸੇ ਵੇਲੇ ਐਸੋਸੀਏਟਡ ਪ੍ਰੈਸ ਦਾ ਕੋਰਸਪੋਂਡੈਂਟ ਹੋਣ ਦੇ ਨਾਤੇ ਜੂਨ 84 ਦੇ ਫੌਜੀ ਹਮਲੇ ਵੇਲੇ ਅੰਮ੍ਰਿਤਸਰ ਸ਼ਹਿਰ 'ਚ ਮੌਜੂਦ ਸੀ, ਔਰ ਉਸਨੇ ਬਾਅਦ 'ਚ ਸ਼ਿਮਲੇ ਤੋਂ ਜਾ ਕੇ ਆਪਣੇ ਡਿਸਪੈਚ ਭੇਜੇ ਸੀ ਕਿ ਭਾਈ ਕਿਵੇਂ ਫੌਜ ਨੇ ਜ਼ੁਲਮ ਕੀਤੇ ਨੇ, ਕਿਵੇਂ ਉਹਨਾਂ ਡਾਕਟਰਾਂ ਨੂੰ ਵੀ ਇੰਟਰਵਿਊ ਕੀਤਾ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਡੈੱਡ ਬਾਡੀਜ਼ ਲਿਆਂਦੀਆਂ ਗਈਆਂ ਉਹਨਾਂ ਦੇ ਹੱਥ ਬਾਹਾਂ ਜਿਹੜੀਆਂ ਨੇ ਉਹਨਾਂ ਦੀ ਪਿੱਠ ਪਿੱਛੇ ਉਹਨਾਂ ਦੀਆਂ ਪੱਗਾਂ ਨਾਲ ਹੀ ਬੰਨੀਆਂ ਹੋਈਆਂ ਸੀ, ਔਰ ਪੁਆਇੰਟ ਬਲੈਂਕ ਰੇਂਜ ਤੇ ਗੋਲੀ ਮਾਰੀ ਹੋਈ ਸੀ, ਛੋਟੇ ਛੋਟੇ ਬੱਚੇ ਵੀ ਮਰਨ ਵਾਲੇ ਸੀ ਹਨਾ। ਇਸ ਦੇ ਉੱਤੇ ਬ੍ਰਹਮ ਚਲਾਨੀ ਤੇ ਟਾਡਾ ਦਾ ਕੇਸ ਵੀ ਰਜਿਸਟਰ ਕੀਤਾ ਗਿਆ, ਪਰ ਜਦੋਂ ਉਹਨੇ ਗੋਡੇ ਟੇਕ ਦਿੱਤੇ ਔਰ ਹਿੰਦੂ ਤਵੀਆਂ ਦਾ ਜਿਹੜਾ ਖੈਰ ਖਵਾਹ ਬਣ ਗਿਆ, ਫਿਰ ਕੇਸ ਕੂਸ ਸਾਰੇ ਵਾਪਸ ਹੋ ਗਏ। ਹੁਣ ਉਹ ਇੱਕ ਵੱਡਾ ਹਿੰਦੂ ਤਵੀ ਥਿੰਕ ਟੈਂਕ ਰਨ ਕਰਦਾ ਦਿੱਲੀ 'ਚ ਬੈਠਾ, ਉਹਨੇ ਵੀ ਕਿਹਾ ਵੀ ਇਹ ਬਿਲਕੁਲ ਸਰੈਂਡਰ ਹੈ, ਕਿਉਂਕਿ ਹਿੰਦੂ ਤਵੀਆਂ ਦਾ ਵੀ ਇਹ ਇੱਕ ਸਟਾਈਲ ਹੈ, ਜੇ ਇੱਕ ਪਾਸਾ ਇੱਧਰ ਨੂੰ ਜਾ। ਹੁਣ ਸੁਬਰਾਮਨੀਅਮ ਸਵਾਮੀ ਇਹਦੇ ਬਾਵਜੂਦ ਕਿ ਮੋਦੀ ਦਾ ਉਹ ਵੱਡਾ ਕ੍ਰਿਟਿਕ ਹੈ, ਇਹਨਾਂ ਦਾ ਜਲੂਸ ਕੱਢਦਾ ਹੈ, ਇਹਨਾਂ ਨੂੰ ਜੋਕ ਵੀ ਬਣਾਉਂਦਾ ਇਹਨਾਂ ਤੇ, ਲੇਕਿਨ RSS ਨੇ ਹੀ ਉਹਨੂੰ ਰਾਜ ਸਭਾ 'ਚ ਭੇਜਿਆ, ਅਪਰ ਹਾਊਸ 'ਚ ਭੇਜਿਆ, ਕਿਉਂਕਿ ਇਹ ਜਿਵੇਂ ਗੁੱਡ ਕਾਪ ਬੈਡ ਕਾਪ ਹੁੰਦਾ, ਇਹ ਦੋਵੇਂ ਪਾਸੇ ਹੀ ਰੱਖਦੇ ਨੇ ਕਿ ਭਾਈ ਜਦੋਂ ਇੱਕ ਅਨਪੋਪੂਲਰ ਹੋਏਗਾ ਜਾਂ ਉਸ ਦਾ ਨੈਰੇਟਿਵ ਟੁੱਟੇਗਾ ਤੇ ਦੂਜੇ ਨੂੰ ਖੜਾ ਕਰ ਦਿਓ। ਲੋਕਾਂ ਨੂੰ ਲੱਗਦਾ ਦੇਖੋ ਜੀ ਸੁਬਰਾਮਨੀਅਮ ਸਵਾਮੀ ਨੇ ਕਿਵੇਂ ਮੋਦੀ ਦੇ ਜਿਹੜੀਆਂ ਨੇ ਉਹ ਪਰਛੇ ਉਡਾਤੇ ਇਹ ਕਹਿ ਕੇ, ਲੇਕਿਨ ਇਹ ਸਾਰੇ ਅਲਟੀਮੇਟਲੀ ਨਾਗਪੁਰ ਦੀ ਕਮਾਂਡ ਥੱਲੇ ਹੀ ਕੰਮ ਕਰਦੇ ਨੇ। ਔਰ ਉਹ ਕਮਾਂਡ ਕਿਉਂਕਿ ਇਹੀ ਸੁਬਰਾਮਨੀਅਮ ਸਵਾਮੀ ਜਿਹੜਾ ਇਸ ਨੇ ਮੁਸਲਮਾਨਾਂ ਨੂੰ ਡਿਸਐਨਫਰੈਂਚਾਈਜ਼ ਕਰਨ ਦੀ ਗੱਲ ਕੀਤੀ ਸੀ ਕਿ ਇਹ ਇਹਨਾਂ ਨੂੰ ਕਹੋ ਵੀ 100 ਮਸੀਤਾਂ ਆਪਣੀਆਂ ਹਵਾਲੇ ਕਰਨ, ਨਹੀਂ ਤਾਂ ਇਹਨਾਂ ਤੋਂ ਵੋਟਾਂ ਦਾ ਹੱਕ ਖੋਹ ਲਓ। ਔਰ ਜਿਹੜੀ ਹਿੰਦੂ ਧਰਮ ਸੰਸਦ ਦਾ ਅਗਲੇ ਸਾਲ ਜੁਲਾਈ ਦੇ ਵਿੱਚ ਹੋਣ ਵਾਲਾ ਸੈਸ਼ਨ ਹੈ, ਉਸ ਦੇ ਵਿੱਚ ਜਿਹੜਾ 33 ਸਫ਼ੇ ਦਾ ਡਰਾਫਟ ਜਿਹੜਾ ਇਹਨਾਂ ਨੇ ਸਾਹਮਣੇ ਲਿਆਂਦਾ, ਉਹਦੇ 'ਚ ਭਾਰਤ ਦੇ ਮੁਸਲਮਾਨਾਂ ਔਰ ਈਸਾਈਆਂ ਤੋਂ ਵੋਟ ਦਾ ਹੱਕ ਖੋਹਣ ਦੀ ਗੱਲ ਕੀਤੀ ਹੋਈ ਹੈ। ਇਸੇ ਤਰ੍ਹਾਂ ਸੁਬਰਾਮਨੀਅਮ ਸਵਾਮੀ ਨੇ ਜਿਹੜੀ ਹੁਣ ਗਿਆਨ ਵਿਆਪੀ ਮਸਜਿਦ ਬਨਾਰਸ ਵਾਰਾਣਸੀ ਦਾ ਹੈ, ਇਸ ਨੂੰ ਵੀ ਸੁਬਰਾਮਨੀਅਮ ਸਵਾਮੀ ਨੇ ਹਾਈਲਾਈਟ ਕੀਤਾ। ਈਵਨ ਬਾਬਰੀ ਮਸਜਿਦ ਦੇ ਮੁੱਦੇ ਦੇ ਉੱਤੇ ਜਿਹੜਾ ਫਾਈਨਲ ਡਿਸੀਜਨ 9 ਨਵੰਬਰ 2019 ਨੂੰ ਮੰਦਰ ਬਣਾਉਣ ਦਾ ਉੱਥੇ ਸੁਪਰੀਮ ਕੋਰਟ ਨੇ ਦਿੱਤਾ, ਉਹਦੇ 'ਚ ਵੀ ਮੇਨ ਰੋਲ ਜਿਹੜਾ ਸੁਬਰਾਮਨੀਅਮ ਸਵਾਮੀ ਦਾ ਸੀ। ਸੋ ਜੇ ਸੁਬਰਾਮਨੀਅਮ ਔਰ ਇਹਨਾਂ 'ਚੋਂ ਸੁਬਰਾਮਨੀਅਮ ਸਵਾਮੀ ਆ ਜਿਹੜਾ ਚਾਈਨੀਜ਼ ਮੈਂਡਰਿਨ ਲੈਂਗੁਏਜ ਬੋਲਦਾ, ਲੇਕਿਨ ਅਲਟੀਮੇਟਲੀ ਇਹ ਸਾਰੇ ਹਿੰਦੂਤਵਾ ਦੇ ਖਾਤੇ 'ਚ ਨੇ। ਪਰ ਚੀਨ ਦੇ ਸਾਹਮਣੇ ਇਹਨਾਂ ਦੇ ਗੋਡੇ ਹੀ ਨਹੀਂ ਟਿਕੇ ਹੋਏ, ਇਹ ਦੰਡਵਤ ਪ੍ਰਣਾਮ ਕਰ ਰਹੇ ਨੇ, ਡੰਡੇ ਵਾਂਗ ਜਿਹੜਾ ਉਹਨਾਂ ਦੇ ਸਾਹਮਣੇ ਲੰਮੇ ਪਏ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੱਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਹੋਵੇਗੀ ਕਿ ਅਮਰੀਕਾ ਅਤੇ ਭਾਰਤ ਦੇ ਹਵਾਲੇ ਨਾਲ ਕਿ ਪਿਛਲੇ ਹਫ਼ਤੇ ਅਮਰੀਕਾ ਨੇ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਦੇ ਤਕਨੀਕੀ ਸਮਾਨ ਦੇ ਲਈ $450 ਮਿਲੀਅਨ ਦੇ ਸਮਝੌਤੇ ਦੀ ਪੇਸ਼ਕਸ਼ ਕੀਤੀ ਸੀ। ਭਾਰਤ ਨੇ ਇੱਕ ਹਫ਼ਤੇ ਬਾਅਦ ਇਸ ਡੀਲ ਤੇ ਅਮਰੀਕਾ ਕੋਲ ਇਤਰਾਜ਼ ਜਤਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੀ ਪਾਕਿਸਤਾਨ ਪ੍ਰਤੀ ਜਿਹੜੀ ਪਾਲਿਸੀ ਹੈ ਉਸ ਨੂੰ ਜੇ ਅਸੀਂ ਪੋਸਟ 47 ਪੀਰੀਅਡ ਦੇਖੀਏ 50s ਤੋਂ ਲੈ ਕੇ, ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੇ ਜਦੋਂ ਇਹ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਾਲੇ ਦੋ ਗਰੁੱਪ ਬਣਦੇ ਨੇ, ਦੁਨੀਆ ਦੇ ਵਿੱਚ ਪੋਲਰਾਈਜ਼ ਹੁੰਦੀ ਹੈ ਸੋਸਾਇਟੀ, ਤੇ ਪਾਕਿਸਤਾਨ ਖੁੱਲ ਕੇ ਅਮਰੀਕਾ ਦੇ ਨਾਲ ਆ ਕੇ ਖਲੋਂਦਾ ਹੈ। ਔਰ ਇਕੱਲਾ ਇਹੀ ਨਹੀਂ ਕਿ ਪਾਕਿਸਤਾਨ ਸੀਟੋ ਦਾ ਜਾਂ ਬਗਦਾਦ ਪੈਕਟ ਦਾ ਮੈਂਬਰ ਬਣਿਆ, ਉਹਨੂੰ ਨੌਨ ਨੈਟੋ ਐਲਾਈ ਵਾਂਗ ਦੇਖਿਆ ਜਾਂਦਾ ਸੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਮਰੀਕਾ ਦੀ ਵੀਅਤਨਾਮ ਦੇ ਵਿੱਚ ਹਿਊਮਿਲੇਸ਼ਨ ਸੀ, ਜੇ ਉਸ ਦਾ ਰਿਵੈਂਜ ਅਮਰੀਕਾ ਲੈ ਸਕਿਆ ਜਦੋਂ 1979 'ਚ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਤੇ ਹਮਲਾਵਰ ਹੋਇਆ, ਤੇ ਉਸ 'ਚ ਪਾਕਿਸਤਾਨ ਦਾ ਇੱਕ ਵੱਡਾ ਰੋਲ ਸੀ, ਕਿਉਂਕਿ ਮੁਜਾਹਿਦੀਨ ਦੇ ਨਾਂ ਥੱਲੇ ਜਾਂ ਮਜ਼ਹਬ ਦਾ ਐਂਗਲ ਜਿਹੜਾ ਵਰਤਿਆ ਅਮਰੀਕਾ ਨੇ ਜਾਂ ਪਾਕਿਸਤਾਨ ਨੇ, ਉਸ ਦਾ ਨਤੀਜਾ ਸੀ ਕਿ ਦੁਨੀਆ ਭਰ ਤੋਂ ਜਿਹੜੇ ਡਿਵਾਊਟ ਮੁਸਲਮਾਨ ਸੀ ਉਹ ਪਹੁੰਚੇ। ਪਹਾੜਾ ਮੈਜੋਰਟੀ ਤਾਂ ਅਫਗਾਨ ਸੀ ਲੜਨ ਵਾਲੇ, ਔਰ ਸੋਵੀਅਤ ਯੂਨੀਅਨ ਨੂੰ ਆਲਮੋਸਟ 10 ਸਾਲ ਬਾਅਦ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ। ਅਗਲੇ 2 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਔਰ ਅਮਰੀਕਾ ਸੋਲ ਸੁਪਰ ਪਾਵਰ ਦੇ ਤੌਰ ਤੇ ਉਭਰੇ। ਉਸ ਤੋਂ ਪਹਿਲਾਂ ਚਾਈਨਾ ਜਿਹੜਾ 1950 ਤੋਂ ਬਿਲਕੁਲ ਦੁਨੀਆ ਨਾਲੋਂ ਇੱਕ ਆਈਸੋਲੇਟਡ ਤੌਰ ਦੇ ਉੱਤੇ ਆਪਣੇ ਆਪ ਨੂੰ ਅੰਦਰੋਂ ਡਿਵੈਲਪ ਕਰ ਰਿਹਾ ਸੀ, ਉਹ ਵੀ ਜਦੋਂ ਇੱਕ ਵਰਲਡ ਸਟੇਜ ਦੇ ਉੱਤੇ ਪਾਵਰ ਬਣ ਕੇ ਉਭਰਨ ਵਾਲਾ ਸੀ, ਔਰ ਅਮਰੀਕਾ ਦਾ ਕੱਟ ਆਫ ਸੀ। ਅਮਰੀਕਾ ਨੇ ਚਿਆਂਗ ਕਾਈ ਸ਼ੇਕ ਦੇ ਗਰੁੱਪ ਨੂੰ ਜਿਹੜਾ ਤਾਈਵਾਨ 'ਚ ਬੈਠਾ ਸੀ ਰੈਕਗਨਾਈਜ਼ ਕੀਤਾ ਹੋਇਆ ਸੀ, ਤੇ ਇਹ ਬ੍ਰੇਕ ਥਰੂ ਵੀ ਪਾਕਿਸਤਾਨ ਨੇ ਹੀ ਕਰਵਾਇਆ ਸੀ ਨਿਕਸਨ ਦੇ ਪੀਰੀਅਡ 'ਚ ਹੈਨਰੀ ਕਿਸਿੰਜਰ ਰਾਹੀਂ ਨੂੰ, ਕਿ ਭਾਈ ਚੀਨ ਔਰ ਅਮਰੀਕਾ ਦੇ ਸਬੰਧ ਆਪਸ 'ਚ ਖੁੱਲ੍ਹੇ। ਚਾਈਨਾ ਫਿਰ UN ਸਿਕਿਉਰਿਟੀ ਕੌਂਸਲ ਦੇ ਵਿੱਚ ਆਇਆ ਔਰ ਦੁਨੀਆ ਦੇ ਵਿੱਚ ਚੀਨ ਦਾ ਇੱਕ ਆਪਣਾ ਪ੍ਰਭਾਵ ਬਣਨਾ ਸ਼ੁਰੂ ਹੋਇਆ। ਪਰ ਅਮਰੀਕਾ ਦੇ ਲਈ ਚੀਨ ਦੇ ਦਰਵਾਜ਼ੇ ਖੋਲ੍ਹਣ 'ਚ ਪਾਕਿਸਤਾਨ ਨੇ ਵੱਡਾ ਰੋਲ ਅਦਾ ਕੀਤਾ। ਹੁਣ 1999 ਤੱਕ ਜਦੋਂ ਮੁੱਕ ਜਾਂਦਾ ਹੈ, ਸੋਵੀਅਤ ਯੂਨੀਅਨ ਦਾ ਪੂਰਾ ਭੋਗ ਪੈ ਜਾਂਦਾ ਹੈ, ਔਰ ਉਸ ਤੋਂ ਬਾਅਦ ਅਮਰੀਕਾ ਐਬੈਂਡਨ ਕਰਕੇ ਆ ਜਾਂਦਾ ਹੈ ਸਾਰਿਆਂ ਨੂੰ, ਔਰ ਅਫਗਾਨ ਜਿਹੜੇ ਨੇ ਇੱਕ ਹੋਰ ਸਿਵਲ ਵਾਰ ਵੱਲ ਧੱਕੇ ਜਾਂਦੇ ਨੇ, ਜਿਹਦੇ 'ਚੋਂ ਫਿਰ ਤਾਲਿਬਾਨ ਫਾਈਨਲੀ ਟੇਕ ਓਵਰ ਕਰਦੇ ਨੇ, 1996 ਤੱਕ ਪਹੁੰਚਦੇ ਆ। ਔਰ ਫਿਰ ਪਾਕਿਸਤਾਨ ਅਮਰੀਕਾ ਸੰਬੰਧਾਂ ਦਾ ਦੂਸਰਾ ਚੈਪਟਰ ਸ਼ੁਰੂ ਹੋ ਜਾਂਦਾ ਹੈ ਜਦੋਂ 9/11 ਜਿਹੜਾ ਪਿਛਲੇ ਸੰਡੇ ਹੀ ਸੀ, ਉਸ ਦਾ ਇਹ ਦੁਖਾਂਤ ਵਾਪਰਦਾ, ਔਰ ਫਿਰ ਅਮਰੀਕਾ ਅਗੇਨ ਪਾਕਿਸਤਾਨ ਨੂੰ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ ਦੀ ਲਾਈਨ ਥੱਲੇ, ਜਿਹੜੀ ਫਿਰ 20 ਸਾਲ ਜੰਗ ਅਮਰੀਕਾ ਨੇ ਨੈਟੋ ਫੋਰਸਿਸ ਨੂੰ ਲੈ ਕੇ ਜਿਹੜੀ ਹੈ ਉਹ ਲੜੀ ਹੈ ਅਫਗਾਨਾਂ ਦੇ ਖਿਲਾਫ, ਖਾਸ ਤੌਰ ਤੇ ਤਾਲਿਬਾਨ ਦੇ, ਉਹਦੇ 'ਚ ਪਾਕਿਸਤਾਨ ਅਮਰੀਕਾ ਦਾ ਸਹਿਯੋਗੀ ਸੀ। ਜਦੋਂ ਅਮਰੀਕਾ ਫਿਰ ਵੀ ਕਿਸੇ ਕੰਢੇ ਨਹੀਂ ਲੱਗਾ, ਡਿਫੀਟ ਹੀ ਹੋਈ, ਤੇ ਫਿਰ ਪਾਕਿਸਤਾਨ ਨੇ ਹੀ ਅਮਰੀਕਾ ਨੂੰ ਉਸ ਨਮੋਸ਼ੀ 'ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਦੇ ਵਿੱਚ ਇੱਕ ਵਿਚੋਲਗੀ ਦਾ ਰੋਲ ਅਦਾ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ। ਨਤੀਜੇ ਦੇ ਤੌਰ ਤੇ 15 ਅਗਸਤ ਪਿਛਲੇ ਵਰੇ ਜਦੋਂ ਅਮਰੀਕਾ ਸੇਫਲੀ ਆਪਣੀਆਂ ਫੌਜਾਂ ਜਿੱਦਣ ਉਹ ਆ ਕੇ ਕਾਬਲ 'ਚ ਬੈਠ ਗਏ, ਸੋ ਉਹਨਾਂ ਨੇ ਫੌਜਾਂ ਕੱਢੀਆਂ। ਸੋ ਇਹ ਇੱਕ ਕਹਾਣੀ ਹੈ, ਕਿਉਂਕਿ ਹਰ ਵਾਰ ਰਿਪੀਟ ਕਰਨਾ ਜ਼ਰੂਰੀ ਹੁੰਦਾ ਹੈ ਦੱਸਣ ਦੇ ਲਈ ਕਿ ਅੱਜ ਜੇ ਪਾਕਿਸਤਾਨ ਜਿਸ ਵੀ ਹਾਲ 'ਚ ਖੜ੍ਹਾ, ਔਰ ਜਿਵੇਂ ਪਾਕਿਸਤਾਨ ਦਾ ਇਹ ਕਹਿਣਾ ਹੁੰਦਾ ਵੀ ਕਿਵੇਂ ਉਹਨਾਂ ਨੇ ਇਹ ਜਿਹੜੀ ਜੰਗ ਪਾਕਿਸਤਾਨ ਦੀ ਨਹੀਂ ਸੀ ਅਮਰੀਕਾ ਦੀ ਸੀ, ਉਹਦੇ 'ਚ 70,000 ਤੋਂ ਜ਼ਿਆਦਾ ਆਪਣੇ ਲੋਕ ਮਰਵਾਏ, ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਕਰਵਾਇਆ। ਲੇਕਿਨ ਇਹਦੇ ਬਾਵਜੂਦ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਨਾ ਤਾਂ ਦੁਨੀਆ ਦੇ ਵਿੱਚ ਜਿਹੜੇ ਰਿਸ਼ਤੇ ਨੇ ਮੁਲਕਾਂ ਦੇ ਵਿੱਚ ਉਹ ਕੋਈ ਹਿਊਮਨ ਰਾਈਟਸ ਤੇ ਖੜੇ ਹੁੰਦੇ ਨੇ, ਨਾ ਇਖਲਾਕ ਤੇ ਖੜੇ ਹੁੰਦੇ ਨੇ।
ਇਹ ਵੈਸਟਡ ਇੰਟਰਸਟ ਹੁੰਦਾ ਹੈ। ਜੀ। ਸੋ ਭਾਰਤ ਜਿਹੜਾ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਹੱਕ ਦੇ ਵਿੱਚ ਹੀ ਨਹੀਂ ਭੁਗਤਦਾ ਰਿਹਾ, ਉਹਨੇ ਸੋਵੀਅਤ ਯੂਨੀਅਨ ਨਾਲ 1970ਵਿਆਂ ਦੇ ਵਿੱਚ ਇੰਦਰਾ ਗਾਂਧੀ ਨੇ ਡਿਫੈਂਸ ਪੈਕਟ ਕੀਤਾ, ਜਿਸ ਕਿਸਮ ਦਾ ਪੈਕਟ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ, ਪੋਲੈਂਡ, ਹੰਗਰੀ ਨਾਲ ਕੀਤਾ ਸੀ। ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਪਾਕਿਸਤਾਨ ਵਾਲੇ ਤਾਂ ਅਮਰੀਕਾ ਦਾ 7th ਫਲੀਟ ਉਡੀਕਦੇ ਰਹੇ ਵੀ ਕਦੋਂ ਉਹਨੇ ਆਉਣਾ, ਇਹ ਨਹੀਂ ਪਹੁੰਚੇ ਉੱਥੇ। ਲੇਕਿਨ ਪਾਕਿਸਤਾਨ ਨੇ ਉਹਨੂੰ ਵੀ ਜਿਹੜਾ ਉਹ ਮੰਨ ਲਿਆ ਫਾਈਨਲੀ ਕਿ ਭਾਈ ਬੰਗਲਾਦੇਸ਼ ਬਣ ਗਿਆ ਹੁਣ। ਫਿਰ ਇਸ ਸਾਰੇ ਦੇ ਚਲਦਿਆਂ ਭਾਰਤ ਦਾ ਰਵੱਈਆ ਜਿਹੜਾ ਐਂਟਾਈ ਅਮਰੀਕਾ ਰਿਹਾ, ਪਰ ਬ੍ਰਾਹਮਣ ਬਾਣੀਆਂ ਔਰ ਅਮਰੀਕਨ ਬਾਣੀਆਂ ਇਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਦੋਂ ਨੇੜੇ ਹੋਣਾ ਹੈ। ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਭਾਰਤ ਹੌਲੀ 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 ਖਿਸਕਦਾ ਅਮਰੀਕਾ ਦੇ ਨਾਲ ਜਿਹੜਾ ਕਰੀਬ ਹੋਣਾ ਸ਼ੁਰੂ ਹੋਇਆ, ਔਰ ਜਿਹੜੀ ਇੰਡੋ US ਨਿਊਕਲੀਅਰ ਡੀਲ ਜੂਨੀਅਰ ਬੁਸ਼ ਦੇ ਵੇਲੇ ਹੋਈ, ਉਸ ਤੋਂ ਬਾਅਦ ਅੱਜ ਭਾਰਤ ਨਾ ਸਿਰਫ ਉਹਨਾਂ ਦਾ ਸਟ੍ਰੈਟੇਜਿਕ ਪਾਰਟਨਰ ਹੈ, ਉਹ ਕੁਆਡ ਦਾ ਹਿੱਸਾ ਵੀ ਹੈ। ਔਰ ਇਸ ਵੇਲੇ ਦੇ ਬਾਵਜੂਦ ਕਿ ਭਾਰਤ ਨੇ ਯੂਕਰੇਨ ਦੇ ਮੁੱਦੇ ਦੇ ਉੱਤੇ ਐਂਟਾਈ ਅਮਰੀਕਾ ਲਾਈਨ ਲਈ ਹੋਈ ਹੈ, ਪ੍ਰੋ ਰਸ਼ੀਆ ਉਹਨਾਂ ਦਾ ਤੇਲ ਵੀ ਖਰੀਦ ਰਿਹਾ ਹੈ, ਉਹਨਾਂ ਤੋਂ ਉਹਨਾਂ ਨੇ ਜਿਵੇਂ ਸੋਵੀਅਤ ਯੂਨੀਅਨ ਦੇ ਮਿਨਿਸਟਰ ਨੇ ਅੱਜ ਕਿਹਾ, ਰਸ਼ੀਆ ਸੇਜ਼ it delivered S-400 missile system to India on time despite pressure from US advanced long range surface to air missile defense system S-400। ਹੁਣ ਇਸ ਦੇ ਉੱਤੇ ਵੀ ਜਿਹੜਾ ਕਿਉਂਕਿ ਰਸ਼ੀਆ ਤੇ ਸੈਂਕਸ਼ਨਸ ਲੱਗੀਆਂ ਹੋਈਆਂ ਕ੍ਰਾਈਮੀਆ ਨੂੰ ਅਨੈਕਸ ਕਰਨ ਤੋਂ ਬਾਅਦ, ਪਰ ਇਹਦੇ ਬਾਵਜੂਦ S-400 ਜਿਹੜਾ ਮਿਸਲ ਸਿਸਟਮ ਹੈ, ਡਿਫੈਂਸ ਮਿਸਲ ਸਿਸਟਮ, ਇਹ ਰਸ਼ੀਆ ਤੋਂ ਲਿਆ ਇੰਡੀਆ ਨੇ। ਅਮਰੀਕਾ ਨੇ ਐਕਸੈਪਸ਼ਨ ਦੇ ਦਿੱਤੀ ਉਹਨੂੰ। ਹੁਣ ਅਮਰੀਕਾ ਨੂੰ ਸ਼ਾਇਦ ਕਿਤੇ ਨਾ ਕਿਤੇ ਹੈ ਤਾਂ ਇਹ ਸਾਰੇ ਦੁਕਾਨਦਾਰ ਨੇ, ਸੌਦਾ ਇਹਨਾਂ ਨੇ ਵੇਚਣਾ ਹੈ, ਜਾਂ ਉਹਨਾਂ ਨੂੰ ਇਹ ਵੀ ਲੱਗਦਾ ਵੀ ਪਾਕਿਸਤਾਨ ਨੂੰ ਬਿਲਕੁਲ ਹੀ ਜਿਹੜਾ ਅਸੀਂ ਨਾ ਨਿਗਲੈਕਟ ਕਰੀਏ, ਕੋਈ ਨਾ ਕੋਈ ਉਹਦੇ ਨਾਲ ਰੱਖੀਏ। ਔਰ 2018 'ਚ ਟਰੰਪ ਨੇ ਡੀਲ ਕੈਂਸਲ ਕਰਤੀ ਸੀ। ਹੁਣ F-16 ਸ਼ਾਇਦ 65 ਜਾਂ 75 ਪਾਕਿਸਤਾਨ ਦੇ ਕੋਲ ਨੇ। ਅਮਰੀਕਾ ਦਾ ਲੜਾਕੂ ਜਹਾਜ਼ ਹੈ, ਫਾਸਟ ਜਹਾਜ਼ ਹੈ। ਹਾਲਾਂ ਇੰਡੀਆ ਨੇ ਹੁਣ ਫਰਾਂਸ ਤੋਂ ਰਾਫੇਲ ਵੀ ਲਏ ਨੇ ਔਰ ਦੂਸਰੀਆਂ ਵੀ ਜਿਹੜੀਆਂ ਨੇ ਮਿਸਲ ਸਿਸਟਮ ਉਹਦੇ 'ਚ ਹੈ। ਲੇਕਿਨ ਪਾਕਿਸਤਾਨ ਨੂੰ ਤਾਂ ਜਿਹੜੇ F-16 ਉਹਨਾਂ ਨੇ ਲਏ ਹੋਏ ਨੇ, ਉਸ ਨੂੰ ਜਿਹੜਾ ਉਹਦੀ ਮੇਨਟੇਨੈਂਸ ਦੇ ਲਈ ਜਿਹੜੇ ਪੁਰਜ਼ੇ ਚਾਹੀਦੇ ਨੇ, ਫੰਕਸ਼ਨਲ ਚਾਹੀਦੇ ਨੇ, ਉਹਦੇ ਲਈ ਵੀ ਸਟੱਫ ਚਾਹੀਦਾ। ਔਰ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ ਤੋਂ 4 ਸਾਲ ਪਹਿਲਾਂ ਪਾਕਿਸਤਾਨ ਨਾਲ ਜਿਹੜੀ ਡੀਲ ਸੀ ਉਹ ਕੈਂਸਲ ਕਰਕੇ ਉਹਨੂੰ ਈਵਨ ਸਪੇਅਰ ਪਾਰਟ ਦੇਣ ਤੋਂ ਵੀ ਨਾ ਕਰ ਦਿੱਤੀ ਸੀ। ਹਾਲਾਂ ਪਾਕਿਸਤਾਨ ਨੇ ਆਪਣਾ ਬੁੱਤਾ ਸਾਰਿਆ, ਕਿਉਂਕਿ F-16 ਟਰਕੀ ਦੇ ਕੋਲ ਵੀ ਨੇ, ਸ਼ਾਇਦ UAE ਕੋਲ ਵੀ ਨੇ ਜਾਂ ਦੂਜਾ ਤੀਜਾ। ਪਰ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਹਫਤੇ ਇਹ ਫੈਸਲਾ ਕੀਤਾ ਕਿ $450 ਮਿਲੀਅਨ ਦਾ ਸੌਦਾ ਜਿਹੜਾ ਹੈ ਪਾਕਿਸਤਾਨ ਕੋਈ ਮੁਫਤ ਨਹੀਂ ਦਿੱਤਾ ਹੈ, ਕੋਈ ਗਿਫਟ ਨਹੀਂ ਹੈ, ਬਿਲਕੁਲ ਉਹਨੇ ਪੇ ਕਰਨੇ। ਪਰ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਅਸੀਂ ਪਾਕਿਸਤਾਨ ਨੂੰ ਦੇ ਰਹੇ ਹਾਂ, Pakistan is an important counter-terrorism partner, and as part of long-standing policy, United States provides life cycle maintenance and sustainable packages ਕਿ ਅਸੀਂ ਦੇ ਰਹੇ। ਔਰ ਇਸ ਦੇ ਉੱਤੇ ਉਹਨਾਂ ਨੇ $450 ਮਿਲੀਅਨ ਦੀ ਡੀਲ ਔਰ ਇਹ ਉਹ। ਹੁਣ ਤੁਸੀਂ ਇੰਡੀਆ ਦਾ ਰਵੱਈਆ ਦੇਖੋ। ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਵੀ ਇਹ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੈ, ਵੀ ਸ਼ਹਬਾਜ਼ ਸ਼ਰੀਫ ਕਿਉਂ ਕਾਲੇ ਪਏ ਹੋਏ ਨੇ ਕਿ ਉਹਨਾਂ ਨੇ ਜ਼ਰੂਰੀ ਮਿਲਣਾ ਮੋਦੀ ਨੂੰ। ਹੁਣ ਇਸ ਤੋਂ ਠੀਕ 2 ਦਿਨ ਪਹਿਲਾਂ, ਹਾਲਾਂ ਇਹ ਡੀਲ ਪਿਛਲੇ ਹਫਤੇ ਦੀ ਆਫਰ ਕੀਤੀ ਹੋਈ ਹੈ ਅਮਰੀਕਾ ਨੇ, ਪਰ ਅੱਜ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੂੰ ਮਿਸਟਰ ਲੋਇਡ ਆਸਟਿਨ ਉਹਨੂੰ ਕਾਲ ਕਰਕੇ ਪ੍ਰੋਟੈਸਟ ਕੀਤਾ ਹੈ ਕਿ ਜੀ ਇਹ ਜਿਹੜਾ ਤੁਸੀਂ F-16 ਡੀਲ ਪਾਕਿਸਤਾਨ ਨੂੰ ਦੇ ਰਹੇ ਹੋ ਠੀਕ ਨਹੀਂ ਹੈ, ਇਹ ਉਸ ਬੈਲੈਂਸ ਨੂੰ ਖਰਾਬ ਕਰ ਸਕਦੀ ਹੈ, ਇਹ ਉਹ। ਸੋ ਅਸੀਂ ਸਮਝਦੇ ਹਾਂ ਕਿ ਵੀ ਭਾਰਤ ਦੀ ਹੌਸਟਿਲਿਟੀ ਪੂਰੀ ਦੀ ਪੂਰੀ ਅੱਗੇ ਨਾਲੋਂ ਵੀ ਬਦਤਰ ਹੈ ਪਾਕਿਸਤਾਨ ਦੇ ਨਾਲ। ਔਰ ਮੈਂ ਸਮਝਦਾ ਹਾਂ ਵੀ ਜੇ ਸ਼ਹਬਾਜ਼ ਸ਼ਰੀਫ ਈਵਨ ਇਸ ਗੱਲ ਨੂੰ ਹੀ ਲੈ ਕੇ ਵੀ ਅਸੀਂ ਤਾਂ ਇਹ ਕਿਹੜੇ ਕੋਈ ਨਵੇਂ ਜਹਾਜ਼ ਉਹਨਾਂ ਨੇ ਦਿੱਤੇ ਨੇ, ਪੁਰਾਣੀ ਔਰ ਵੀ ਮੁਫਤ ਨਹੀਂ ਹੈ, ਔਰ ਇਹ ਜਿਹੜਾ ਭਾਰਤ ਨੇ ਪ੍ਰੋਟੈਸਟ ਕੀਤਾ ਹੈ ਇਹਨੂੰ ਆਧਾਰ ਬਣਾ ਕੇ ਕਹਿਣ ਜੀ ਕਿ ਵੀ ਅਸੀਂ 1 to 1 ਨਹੀਂ ਮਿਲਣਾ। ਜੇ ਕਸ਼ਮੀਰ ਇਹਨਾਂ ਨੂੰ ਭੁੱਲਿਆ ਹੋਇਆ ਹੈ, ਘੱਟੋ ਘੱਟ ਇਸ ਇਸ਼ੂ ਨੂੰ ਆਧਾਰ ਬਣਾ ਕੇ ਕੋਈ ਤਾਂ ਗੈਰਤ ਦਿਖਾਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ
ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਹੋਣ ਜਾ ਰਹੀ ਹੈ ਕਿ ਬੀਜੇਪੀ ਵੱਲੋਂ ਗੋਆ ਵਿੱਚ ਕਾਂਗਰਸ ਦੇ 11 ਐਮਐਲਏ ਚੋਂ 8 ਨੂੰ ਖਰੀਦ ਕੇ ਬੀਜੇਪੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦੋਸ਼ ਲਾਇਆ ਗਿਆ ਹੈ ਕਿ ਬੀਜੇਪੀ 25 ਕਰੋੜ ਵਿੱਚ ਉਸ ਦੇ ਐਮਐਲਏ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਬੀਜੇਪੀ ਨੇ ਕਰਪਸ਼ਨ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਨੇ ਉਹ ਕ੍ਰੋਸ ਕਰ ਲਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਨਿਰਾਜ ਚੌਧਰੀ ਦਾ ਜ਼ਿਕਰ ਕਰਨਾ ਬਣਦਾ ਹੈ ਜਦੋਂ ਵੀ ਕਰਪਸ਼ਨ ਜਾਂ ਕਰਪਟ ਲਫ਼ਜ਼ ਇੰਡੀਅਨ ਕੰਟੈਕਸਟ ਯੂਜ਼ ਹੁੰਦਾ ਹੈ। ਬੰਗਾਲੀ ਰਾਈਟਰ ਜਿਹੜੇ ਯੂਕੇ ਬੇਸ ਸੀ, ਉਹਨੇ ਕਿਸੇ ਵੇਲੇ ਲਿਖਿਆ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਜੀ। ਔਰ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਹਿੰਦੂ ਤਵੀਆਂ ਦੇ, ਇਹ ਤਾਂ ਇੰਟੈਲੈਕਚੁਅਲੀ ਕਰਪਟ, ਫਾਈਨੈਂਸ਼ੀਅਲੀ ਕਰਪਟ ਫਰਮ ਐਵਰੀ ਐਂਗਲ, ਕਿਉਂਕਿ ਇੰਟੈਗਰਿਟੀ ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੈ। ਝੂਠ ਦੇ ਮਾਹਿਰ, ਵੱਡੇ ਤੋਂ ਵੱਡਾ ਝੂਠ ਜੋ ਇਹਨਾਂ ਤੋਂ ਮਰਜ਼ੀ ਕਰਾ ਲਓ। ਲੇਕਿਨ ਹੁਣ ਇਹਨਾਂ ਨੇ ਧਈਆ ਕੀਤਾ ਹੋਇਆ ਕਿ ਹਿੰਦੂ ਤਵਾ, ਜਦੋਂ ਇਹਨਾਂ ਦਾ ਤੁਸੀਂ ਟਾਰਗੇਟਡ ਹਿੰਦੂ ਧਰਮ ਸੰਸਦ, ਮੁਸਲਮਾਨਾਂ ਈਸਾਈਆਂ ਤੋਂ ਵੋਟ ਦਾ ਹੱਕ ਲੈਣ ਦੀ ਗੱਲ, ਖਤਮ ਕਰਨ ਦੀ ਗੱਲ ਕਰਦੇ ਨੇ ਤੇ 2024 ਤੱਕ ਇਹਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਨੇ, ਤੇ ਉਹ ਹਰ ਪਾਸਿਓਂ ਆਪਣਾ ਜਿਹੜਾ ਹੈ ਉਹ ਏਜੰਡਾ ਇੰਪਲੀਮੈਂਟ ਕਰ ਰਹੇ ਨੇ। ਅਸੀਂ ਦੇਖਿਆ ਕਿ ਅੱਜ ਹਿੰਦੀ ਦਿਵਸ ਦੇ ਨਾਂ ਥੱਲੇ ਜ਼ਬਰਦਸਤੀ ਹਿੰਦੀ ਇਹਨਾਂ ਨੇ, ਜਿੰਨੇ ਫੋਰਨ ਐਮਬੈਸੀਆਂ, ਹਾਈ ਕਮਿਸ਼ਨ ਦੂਜੇ ਨੇ, ਉਹਦੇ 'ਚ ਹਿੰਦੀ ਔਰ ਈਵਨ ਸਿਕਿਉਰਿਟੀ ਫੋਰਸਿਸ ਦੀਆਂ ਜਿੰਨੇ ਵੈਬਸਾਈਟ ਨੇ ਬਾਈ ਡਿਫਾਲਟ ਹਿੰਦੀ 'ਚ, ਇਹ ਸਾਰਾ ਉਹਨਾਂ ਦਾ ਏਜੰਡਾ ਚੱਲ ਹੀ ਰਿਹਾ। ਪਰ ਉਸ ਦੇ ਨਾਲ ਨਾਲ ਕਿਵੇਂ ਜਿੱਥੇ ਕੋਈ ਮਾੜੀ ਮੋਟੀ ਆਪੋਜੀਸ਼ਨ ਹੈ ਉਹਨੂੰ ਕਿਵੇਂ ਧਰਾਸ਼ਾਹੀ ਕਰ ਰਹੇ ਨੇ। ਔਰ ਮੇਨ ਖਬਰਾਂ ਜਿਹੜੀਆਂ ਦੋ ਅੱਜ ਦੀਆਂ ਇਹਨਾਂ ਦੀ ਕਰਪਟ ਪ੍ਰੈਕਟਿਸਿਸ ਜੋ ਨਿਕਲਦੀਆਂ ਨੇ ਕਿ ਗੋਆ ਦੇ ਵਿੱਚ ਕਾਂਗਰਸ ਦੇ 11 ਐਮਐਲਏਆਂ ਚੋਂ 8 ਐਮਐਲਏ ਜਿਹੜੇ ਨੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ। ਹੁਣ ਉਹਨਾਂ ਦੇ ਵਿੱਚ ਈਵਨ ਦਿਗੰਬਰ ਕਮਾਤ ਜਿਹੜਾ ਸਾਬਕਾ ਜਿਹੜਾ ਕਾਂਗਰਸ ਵੱਲੋਂ ਚੀਫ ਮਿਨਿਸਟਰ ਸੀ ਗੋਆ ਦਾ, ਉਹ ਵੀ ਸ਼ਾਮਲ ਹੈ। ਹੁਣ ਅੱਜ ਹੀ ਇਸ ਬਾਰੇ ਕਿ ਵੀ ਇਹ ਸਾਰੇ ਹੀ ਐਮਐਲਏ ਜਦੋਂ ਜਿੱਤੇ ਵੀ, ਇਹਨਾਂ ਨੂੰ ਮੰਦਰ 'ਚ, ਚਰਚ ਦੇ ਵਿੱਚ, ਦਰਗਾਹ 'ਤੇ ਲਿਜਾ ਕੇ ਸਹੁੰ ਖਵਾਈਆਂ ਗਈਆਂ ਔਰ ਮਹਾਲਕਸ਼ਮੀ ਕੇ ਕਹਿੰਦਾ ਮੰਦਰ ਹੈ, ਉਹਦੇ 'ਚ ਹੀ ਦਿਗੰਬਰ ਕਮਾਤ ਔਰ ਇਹ ਸਹੁੰ ਖਾ ਰਹੇ ਨੇ ਵੀ ਅਸੀਂ, ਹੇ ਮਾਤਾ, ਤੇਰਾ ਨਾਂ ਲੈ ਕੇ ਕਿ ਵੀ ਅਸੀਂ ਕਾਂਗਰਸ 'ਚ ਰਵਾਂਗੇ, ਕਿਸੇ ਹਾਲਤ 'ਚ ਵੀ ਪਾਰਟੀ ਨਹੀਂ ਛੱਡਾਂਗੇ। ਹੁਣ ਜਦੋਂ ਉਹਨੇ ਛੱਡੀ ਤਾਂ ਉਹਨੂੰ ਕਿਹਾ ਵੀ ਉਹ ਵੀਡੀਓਜ਼ ਨਾਰਮਲ ਵਾਇਰਲ ਹੋਈਆਂ ਨੇ। ਉਹਨੇ ਕਿਹਾ ਜੀ ਮੈਂ ਉਦੋਂ ਮੈਂ ਸਹੁੰ ਖਾਧੀ ਸੀ, ਮੈਂ ਫਿਰ ਗਿਆ ਦੇਵੀ ਦੇ ਮੰਦਰ, ਦੇਵੀ ਤੋਂ ਮੈਂ ਫਿਰ ਪੁੱਛਿਆ ਤੇ ਦੇਵੀ ਨੇ ਮੈਨੂੰ ਕਿਹਾ ਵੀ ਕੋਈ ਕਰ ਨਹੀਂ, ਜੈਸਾ ਤੂੰ ਚਾਹ ਤੂੰ ਕਰ, ਤੂੰ ਠੀਕ ਹੈ। ਔਰ ਮੈਂ ਹੁਣ ਜੇ ਇਸ ਹੱਦ ਤੱਕ ਇਹਨਾਂ ਦੀ ਮੈਂਟੈਲਿਟੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਵੀ ਕਰਪਸ਼ਨ ਦਾ ਲੈਵਲ ਕੀ ਹੈ। ਔਰ ਇਹ ਰੁਝਾਨ, ਕਿਉਂਕਿ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਇਹ ਲੱਗਦਾ ਹੈ ਵੀ ਭਾਵੇਂ ਕਾਂਗਰਸ ਸਿੱਖਾਂ ਦੇ ਨੁਕਤਾ ਨਿਗਾਹ ਤੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਉਹਨਾਂ ਦਾ ਵੀ ਏਜੰਡਾ ਇਹੀ ਸੀ, ਸੌਫਟ ਹਿੰਦੂਤਵ। ਪਰ ਉਹਨੂੰ ਲੱਗਦਾ ਹੈ ਵੀ ਜਦੋਂ ਤੱਕ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਮੌਜੂਦ ਹੈ ਜਿਹੜੀ ਉਹਨਾਂ ਨੂੰ ਚੈਲੰਜ ਕਰ ਸਕਦੀ ਹੈ,
ਉਦੋਂ ਕਿਸੇ ਵੇਲੇ ਵੀ ਲੋਕ ਦੂਜੇ ਪਾਸੇ ਉਹਨੂੰ ਬਿਲਕੁਲ ਫਿਨਿਸ਼ ਕਰੋ। ਰੀਜਨਲ ਪਾਰਟੀਆਂ ਉਹਨਾਂ ਨੇ ਵੈਸੇ ਹੀ ਸ਼ਿਵ ਸੈਨਾ ਦਾ ਜੋ ਹਾਲ ਮਹਾਰਾਸ਼ਟਰ 'ਚ ਕੀਤਾ, ਨਤੀਸ਼ ਕੁਮਾਰ ਬਚ ਗਿਆ, ਅਕਾਲੀ ਦਲ ਦਾ ਜੋ ਹਾਲ ਪੰਜਾਬ 'ਚ ਕੀਤਾ, ਔਰ ਉਹਨਾਂ ਨੂੰ ਇਹ ਲੱਗਦਾ ਕਿ ਵੰਸ ਇਹ ਜਿਹੜੀ ਕਾਂਗਰਸ ਦਾ ਮਾੜਾ ਮੋਟਾ ਇਹ ਫਿਨਿਸ਼ ਹੋ ਗਿਆ ਤੇ ਖਲੋਣਾ ਕਿਨੇ ਹੁਣ ਰਾਹੁਲ ਗਾਂਧੀ ਤਾਂ ਲੱਗਾ ਹੋਇਆ ਭਾਰਤ ਜੋੜੋ ਦੇ ਨਾਂ ਥੱਲੇ, ਤੇ ਉਹ ਉਹਦੇ ਥੱਲੋਂ ਜਿਹੜਾ ਉਹ ਕਾਰਪੇਟ ਖਿੱਚ ਰਹੇ ਨੇ। 11 ਚੋਂ 8 MLA ਜਿਹੜੇ ਨੇ, ਔਰ ਹੁਣ ਉਹਨਾਂ ਦਾ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ, ਹੁਣ ਇਹ ਹੈ ਵੀ ਤੁਸੀਂ ਪਾਰਟੀ ਬਦਲ ਨਹੀਂ ਸਕਦੇ, ਪਰ ਇਹ ਹੈ ਵੀ ਜੇ 2/3 ਮੈਜੋਰਿਟੀ ਹੋਏ ਜਿੰਨੇ ਵੀ MLA MP ਨੇ, ਫਿਰ ਉਹਦੇ ਤੇ ਐਂਟੀ ਡਿਫੈਕਸ਼ਨ ਲਾਅ ਹੀ ਜਿਹੜਾ ਉਹ ਲਾਗੂ ਨਹੀਂ ਹੁੰਦਾ। ਹੁਣ ਜੇ 11 ਚੋਂ 8 ਨਿਕਲ ਗਏ, 2/3 ਤਾਂ ਹੋ ਗਏ। ਹੁਣ ਇਕੱਲਾ ਇਹੀ ਨਹੀਂ ਵੀ ਗੋਆ 'ਚ ਹੈ, ਹੁਣ ਪੰਜਾਬ ਦੇ ਵਿੱਚ ਭਾਵੇਂ ਇਹਨਾਂ ਦੀ ਹੀ B ਟੀਮ ਹੈ, ਆਮ ਆਦਮੀ ਪਾਰਟੀ ਦੀ ਗਵਰਨਮੈਂਟ, 117 MLA ਚੋਂ 92 MLA ਆਮ ਆਦਮੀ ਪਾਰਟੀ ਦੇ ਨੇ ਜੀ, ਪਰ ਇਹ ਇਸ ਹੱਦ ਤੱਕ ਨੇ ਕਿ ਵੀ ਇਹ ਈਵਨ ਪੰਜਾਬ 'ਚ ਵੀ ਖਰੀਦੋ ਫਰੋਖਤ ਕਰ ਰਹੇ ਨੇ। ਕਈ ਥਾਂ ਤੇ ਤਾਂ ਇਹਨਾਂ ਨੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਜਿਵੇਂ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਲਲਕਾਰਦੀ ਹੈ, ਤੇ ਉਹਨਾਂ ਨੇ ਕੱਲ੍ਹ ਉੱਥੇ ਕਿਸ ਕਿਸਮ ਦੀ ਹਿੰਸਾ ਕੀਤੀ, ਔਰ ਕਿਸੇ ਵੇਲੇ ਵੀ ਉਹ ਲਾਅ ਐਂਡ ਆਰਡਰ ਦਾ ਨਾਂ ਲੈ ਕੇ ਗਵਰਨਮੈਂਟ ਡਿਸਮਿਸ ਵੀ ਕਰ ਸਕਦੇ ਨੇ। ਔਰ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ, ਹਰਪਾਲ ਚੀਮਾ, ਦੂਜਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ BJP tried to buy 11 Punjab Aam Aadmi Party MLAs by offering ₹25 crore each, even issued death threat to one, claims ਹਰਪਾਲ ਚੀਮਾ। ਔਰ ਉਹਨਾਂ ਨੇ ਉਹਨਾਂ 11 MLA ਦੇ ਨਾਂ ਵੀ ਦੱਸ ਦਿੱਤੇ ਨੇ ਜਿਨ੍ਹਾਂ ਨੂੰ 25 ਕਰੋੜ ਆਫਰ ਕਰ ਰਹੇ ਨੇ ਕਿ ਭਾਈ ਤੁਸੀਂ BJP ਜੁਆਇਨ ਕਰੋ ਔਰ ਤੁਹਾਨੂੰ 25 ਕਰੋੜ ਮਿਲਣਗੇ। ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਵੀ ਉਹਨਾਂ ਦਾ CBI ਛਾਪੇ, ਇਨਕਮ ਟੈਕਸ ਛਾਪੇ, ED ਛਾਪੇ। ਹੁਣ ਇਹਨਾਂ ਹਾਲਾਤਾਂ 'ਚ ਜਿਹੜਾ ਕੋਈ ਇਹ ਮਹਿਸੂਸ ਕਰਦਾ ਹੈ ਕਿ ਇਸ ਸਿਸਟਮ 'ਚੋਂ ਜਸਟਿਸ ਨਿਕਲੇਗਾ, ਇਨਸਾਫ ਨਿਕਲੇਗਾ, ਨਾਰੇ ਤੁਸੀਂ ਇਹਨਾਂ ਦੇ ਜਿੰਨੇ ਮਰਜ਼ੀ ਸਭ ਕਾ ਸਾਥ, ਸਭ ਕਾ ਵਿਕਾਸ ਇੱਥੋਂ ਸ਼ੁਰੂ ਕੀਤਾ, ਔਰ ਹੁਣ ਵਿਸ਼ਵ ਗੁਰੂ ਭਾਰਤ ਨੂੰ ਬਣਾ ਰਹੇ ਨੇ। ਵਾਕਈ ਵਿਸ਼ਵ ਗੁਰੂ ਹੈ, ਜਿੱਥੇ ਉਹ ਜਿਵੇਂ ਉਹ ਯੋਗੀ UP ਦਾ ਗੁੰਡਾ, ਉਹ ਇੱਕ ਥਾਂ ਔਰ ਕੋਈ ਫੰਕਸ਼ਨ ਕਰ ਰਹੇ ਨੇ, ਤੇ ਵੱਡੀਆਂ ਵੱਡੀਆਂ ਗਾਗਰਾਂ ਦੁੱਧ ਦੀਆਂ ਭਰੀਆਂ ਹੋਈਆਂ ਉਹ ਲਿੰਗ ਦੇ ਉੱਤੇ, ਸ਼ਿਵਲਿੰਗ ਤੇ ਪਾ ਰਹੇ ਨੇ, ਤੇ ਉਹ ਕਿਸੇ ਨੇ ਥੱਲੇ ਲਿਖਿਆ ਹੋਇਆ ਕਿ ਜਿਹੜੀ ਪੀਣ ਵਾਲੀ ਚੀਜ਼ ਆ ਉਹ ਰੋੜ ਰਹੇ ਨੇ, ਤੇ ਜਿਹੜੀ ਨਹੀਂ ਪੀਣ ਵਾਲੀ ਉਹ ਪੀ ਰਹੇ ਨੇ, ਯਾਨੀ ਗਊ ਮੂਤਰ ਜਿਹੜਾ ਉਹ 4 ਚਫੇਰੇ ਵੇਚ ਰਹੇ ਨੇ ਉਹਨੂੰ, ਕੈਂਸਰ ਦਾ ਵੀ ਇਲਾਜ ਤੋਂ ਲੈ ਕੇ। ਔਰ ਇਸ ਸਾਰੇ ਦੇ ਚੱਲਦੇ ਆ ਜਿਸ ਲੈਵਲ ਦੀ ਕਰਪਸ਼ਨ ਔਰ ਪੈਸਾ ਅੰਨਾ ਇਹਨਾਂ ਦੇ ਕੋਲ, ਜੇ 25 ਕਰੋੜ ਆਫਰ ਕਰ ਸਕਦੇ ਨੇ ਤੇ ਇਹਨਾਂ ਨੂੰ ਤਾਂ ਕੋਈ ਕਿਸੇ ਚੀਜ਼ ਦੀ ਕਮੀ, ਹਕੂਮਤ ਇਹਨਾਂ ਦੇ ਕੋਲ ਹੈ, ਕਾਰਖਾਨੇਦਾਰ ਅੰਬਾਨੀ, ਅਡਾਨੀ, ਪਤੰਜਲੀ ਬਿਲੀਅਨਸ ਆਫ ਡਾਲਰਸ ਦੀਆਂ ਟ੍ਰੇਡਸ ਉਹਨਾਂ ਨੂੰ ਫਾਇਦਾ ਪਹੁੰਚਾਉਂਦੇ ਨੇ, ਉਹਨਾਂ ਦਾ ਸੌਦਾ ਫੌਜ, CRPF, 60,000 ਕਰੋੜ ਦੀ ਰਫਾਲ ਡੀਲ 'ਚੋਂ 30,000 ਕਰੋੜ ਦਾ ਕੱਲਾ ਅਡਾਨੀ ਦਾ ਉਹਦੇ 'ਚ ਹਿੱਸਾ ਹੈ, ਸ਼ੇਅਰ ਹੈ। ਸੋ ਇਹਨਾਂ ਹਾਲਾਤਾਂ 'ਚ ਇਹ ਫਿਰ ਨਿਰਾਜ ਚੌਧਰੀ ਯਾਦ ਆਉਂਦਾ ਹੈ ਕਿ ਭਾਈ ਇਹ ਤਾਂ ਹੈ ਹੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਪਰ ਇਸ ਵੇਲੇ ਕਿਵੇਂ ਉਹਨਾਂ ਕਰਪਟ ਲੋਕਾਂ ਨੇ ਹੁਣ ਹਕੂਮਤ ਦੇ ਉੱਤੇ ਜੱਫਾ ਮਾਰਿਆ ਹੋਇਆ ਔਰ ਇਸ ਵੇਲੇ ਸਾਰੇ ਸਿਸਟਮ ਉਸ ਕਰਪਸ਼ਨ ਦੇ ਹਵਾਲੇ ਹੋ ਚੁੱਕੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਯੂਪੀ ਦੇ ਲਖੀਮਪੁਰ ਖੀਰੀ ਇਲਾਕੇ ਵਿੱਚ 2 ਗਰੀਬ ਦਲਿਤ ਭੈਣਾਂ ਦੀਆਂ ਜਿਹੜੀਆਂ ਮਾਈਨਰ ਸਨ ਉਹਨਾਂ ਨੂੰ ਅਗਵਾ ਕਰਕੇ ਉਹਨਾਂ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ। ਸੋ ਇਹ ਹੈ ਯੂਪੀ ਵਿਚਲੇ ਯੋਗੀ ਦੇ ਗੁੰਡਾ ਰਾਜ ਦੀ ਇੰਤਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਚਰਾਂ ਦੀ ਸਾਈਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਇਹ ਲਫ਼ਜ਼ ਯੂਪੀ ਔਰ ਯੂਪੀ 'ਚ ਵੀ ਖਾਸ ਤੌਰ ਤੇ ਲਖੀਮਪੁਰ ਖੀਰੀ ਆਂਦਾ ਹੈ ਤੇ ਸਾਡੀਆਂ ਨਜ਼ਰਾਂ ਦੇ ਸਾਹਮਣੇ ਉਹੀ ਟੈਣੀ ਜਿਸ ਨੇ ਗੱਡੀ ਨੂੰ ਵੈਪਨ ਦੇ ਤੌਰ ਤੇ ਇਸਤੇਮਾਲ ਕੀਤਾ ਜੀ। 5 ਕਿਸਾਨਾਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਪੱਤਰਕਾਰ ਸੀ, 4 ਕਿਸਾਨ, ਕਿਵੇਂ ਕਿਸਾਨ ਲਹਿਰ ਦੇ ਚਲਦੇ ਆ ਗੱਡੀ ਦੇ ਥੱਲੇ ਰੋਂਦੇ ਆ। ਔਰ ਉਸ ਦਾ ਪਿਓ ਅੱਜ ਵੀ ਡਿਪਟੀ ਹੋਮ ਮਿਨਿਸਟਰ ਹੈ ਦਿੱਲੀ ਦੇ ਵਿੱਚ, ਔਰ ਬਾਅਦ ਦੇ ਵਿੱਚ ਉਸੇ ਹੀ ਗੁੰਡਾ ਟੱਬਰ ਦਾ ਜਿਹੜਾ ਇਹ ਸਾਰਾ ਗੜ੍ਹ ਹੈ ਲਖੀਮਪੁਰ ਖੀਰੀ। ਯੂਪੀ ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਸਾਰੀਆਂ ਹੀ ਸੀਟਾਂ ਇਸ ਰੀਜਨ ਦੀਆਂ ਬੀਜੇਪੀ ਨੇ ਲਈਆਂ। ਸੋ ਉੱਥੇ ਕੋਈ ਫਰਕ ਨਹੀਂ ਪੈਂਦਾ ਕੌਣ ਕਿੰਨਾ ਵੱਡਾ ਗੁੰਡਾ ਹੈ। ਔਰ ਇਹ ਗੁੰਡਿਆਂ ਦਾ ਜਦੋਂ ਰਾਜ ਹੁੰਦਾ ਤੇ ਲੋਕ ਡਰਦੇ ਗੁੰਡਿਆਂ ਦੇ ਮਗਰ ਹੀ ਜਾਂਦੇ ਨੇ। ਔਰ ਅੱਜ ਜਿਹੜੀ ਖਬਰ ਜਿਉਂ ਹੀ ਮੈਂ ਅੰਦਰ ਆ ਰਿਹਾ ਸੀ ਸਟੂਡੀਓ ਦੇ ਵਿੱਚ, ਇਹ ਉਸੇ ਹੀ ਲਖੀਮਪੁਰ ਖੀਰੀ ਦੇਖ ਕੇ ਮੇਰਾ ਮੱਥਾ ਠਣਕਿਆ। ਔਰ ਇਹ ਖਬਰ ਹੈ 2 ਮਾਈਨਰ ਦਲਿਤ ਸਿਸਟਰਸ ਫਾਊਂਡ ਡੈਡ ਇਨ ਯੂਪੀਜ਼ ਲਖੀਮਪੁਰ ਖੀਰੀ। ਔਰ ਇਹ ਜਿਹੜਾ ਸਟਾਫ ਰਿਪੋਰਟਰ ਦੀ ਜਿਹੜੀ ਖਬਰ ਹੈ ਦਾ ਹਿੰਦੂ ਦੀ ਕਿ ਭਾਈ ਇਹ 2 ਦਲਿਤ ਬੱਚੀਆਂ ਜਿਨ੍ਹਾਂ ਦੀ ਉਮਰ 15 ਤੇ 17 ਸਾਲ ਸੀ, ਉਹਨਾਂ ਨੂੰ ਨੇੜੇ ਦੇ ਪਿੰਡ ਦੇ 3 ਜਿਹੜੇ ਉੱਚੀ ਜਾਤ ਦੇ ਨੌਜਵਾਨ ਸੀ ਉਹਨਾਂ ਨੇ ਘਰੋਂ ਕਿਡਨੈਪ ਕੀਤਾ, ਉਹਨਾਂ ਨੂੰ ਰੇਪ ਕੀਤਾ ਔਰ ਬਾਅਦ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਦਰਖਤ ਦੇ ਉੱਤੇ ਲਟਕਦੀਆਂ ਮਿਲੀਆਂ। ਹੁਣ ਪੁਲਿਸ ਜਿਹੜੀ ਆ ਉਹ ਇਹ ਕਹਿ ਰਹੀ ਹੈ ਜੀ ਇਸ ਦੇ ਉੱਤੇ ਕੋਈ ਪ੍ਰੋਟੈਸਟ ਨਾ ਕਰੋ, ਅਸੀਂ ਬਹੁਤ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕਿ ਔਰ ਸਾਡੇ ਨਾਲ ਕੋਆਪਰੇਟ ਕਰੋ। ਪਰ ਇਹ ਹਰ ਇੱਕ ਨੂੰ ਪਤਾ ਹੈ ਵੀ ਕਿਉਂਕਿ ਇਸ ਲੈਵਲ ਦੇ ਜਿਹੜੇ ਗੁੰਡੇ ਆਪਰੇਟ ਕਰਦੇ ਨੇ ਉਹ ਸਿਆਸੀ, ਉਹਨਾਂ ਨੂੰ ਸਰਪ੍ਰਸਤੀ ਹੁੰਦੀ ਹੈ ਔਰ ਉੱਥੇ ਇਹ ਟੈਣੀ ਮਿਸ਼ਰਾ ਔਰ ਦੂਜੇ ਤੀਜੇ ਉਹੀ ਗੈਂਗ ਹੈ ਗੁੰਡਿਆਂ ਦੀ। ਔਰ ਪੋਸੀਬਲ ਹੈ ਕਿ ਵੀ ਇਸ ਕਿਸਮ ਦੇ ਕ੍ਰਾਈਮ ਹੋ ਤਾਂ ਰੋਜ਼ ਹੀ ਰਹੇ ਨੇ। ਔਰ ਇਹ ਠੀਕ ਕਿਹਾ ਕਾਂਗਰਸ ਦੀ ਉਹਨੇ ਜਿਹੜੀ ਪ੍ਰਿਯੰਕਾ ਗਾਂਧੀ ਨੇ ਕਿ ਅਖਬਾਰਾਂ 'ਚ ਐਡ ਦੇ ਕੇ ਜਾਂ ਟੀਵੀ ਤੇ ਕਿ ਜੀ ਲਾ ਐਂਡ ਆਰਡਰ ਸਿਚੁਏਸ਼ਨ ਬਹੁਤ ਵਧੀਆ। ਹੁਣ ਇਹ ਸਾਰੀਆਂ ਘਟਨਾਵਾਂ ਉਸ ਬੈਲਟ 'ਚ ਹੋ ਰਹੀਆਂ ਕਿਉਂਕਿ ਉਹਦੇ ਰਿਪੋਰਟਿੰਗ ਹੋ ਰਹੀ ਹੈ ਥੋੜ੍ਹੀ ਬਹੁਤ। ਅਦਰਵਾਈਜ਼ ਇਸ ਵੇਲੇ ਸਾਰਾ ਹੀ ਯੂਪੀ ਗੁੰਡਾ ਰਾਜ ਬਣਿਆ ਹੋਇਆ ਕਿਉਂਕਿ ਯੋਗੀ ਦੇ ਥੱਲੇ, ਹਿੰਦੂ ਤਵੀਆਂ ਦੇ ਥੱਲੇ ਉਹਨਾਂ ਨੂੰ ਖੋਲ੍ਹਿਆ ਔਰ ਉਹਦੇ 'ਚ ਮੈਕਸਿਮਮ ਟਾਰਗੇਟ ਜਿਹੜੇ ਨੇ ਜਾਂ ਦਲਿਤ ਪਰਿਵਾਰ ਬਣ ਰਹੇ ਨੇ ਜਾਂ ਮੁਸਲਮਾਨ ਪਰਿਵਾਰ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ। ਜਾਂ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਜੋ ਸਿੱਖਾਂ ਦੇ ਨਾਲ ਵਾਪਰਿਆ ਹੈ ਜਾਂ ਹੁਣ ਵੀ ਉਹਨਾਂ ਦੇ ਗੁੰਡੇ ਨਿਕਲ ਕੇ ਉਹਨਾਂ ਨੂੰ ਜਿਹੜਾ ਉਹ ਧਮਕਾਉਂਦੇ ਨੇ। ਸੋ ਇਹ ਹਿੰਦੂ ਤਵੀ ਰਾਜ ਜਿਸ ਦੇ ਲਈ ਗੁੰਡਾ ਲਫ਼ਜ਼ ਆਕਸਫੋਰਡ ਡਿਕਸ਼ਨਰੀ 'ਚ ਉਸ ਖਿੱਤੇ 'ਚੋਂ ਹੀ ਆਇਆ ਸੀ, ਅੰਗਰੇਜ਼ੀ ਦਾ ਲਫ਼ਜ਼ ਨਹੀਂ ਸੀ। ਹੁਣ ਅੰਗਰੇਜ਼ੀ ਦੇ ਵਿੱਚ ਵੀ ਇਸ ਲਫ਼ਜ਼ ਨੂੰ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਇਸ ਵੇਲੇ ਗੁੰਡਾ ਰਾਜ ਹੈ ਸਟੇਟ ਲੈਵਲ ਤੇ ਵੀ, ਉੱਤੇ ਵੀ ਮੋਦੀ ਅਮਿਤ ਸ਼ਾਹ ਐਨ ਬਿਲਕੁਲ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੀਆਂ ਚੰਮਦੀਆਂ ਚਲਾ ਰਹੇ ਨੇ। ਗੁੰਡੇ ਦੰਦ ਨਾਂਦੇ ਫਿਰਦੇ ਨੇ। ਜਿਹੜੀ ਕੋਈ ਆਵਾਜ਼ ਡਾਈਸੈਂਟ ਦੀ ਹੈ ਉਹਦੇ ਪਿੱਛੇ ਈਡੀ ਦਾ ਰੇਡ ਕਰਾ ਦਿਓ, ਇਨਕਮ ਟੈਕਸ ਦਾ ਕਰਾ ਦਿਓ। ਕੋਈ ਹੋਰ ਉਹਨਾਂ ਨੂੰ ਡਾਈਸੈਂਟ ਦੇ ਥੱਲੇ ਨਹੀਂ ਹੈ ਕੋਈ ਤਾਂ ਜਿਹੜੀ ਉਹ ਪੈਗਾਸਸ ਉਹਨਾਂ ਨੇ ਸਪਾਈ ਮਾਲਵੇਅਰ ਹੈ ਉਹ ਬਾੜ ਦਿਓ ਕੰਪਿਊਟਰ 'ਚ ਔਰ ਆਪਣੀ ਸਪੇਸ ਪੁਲਿਸ ਤੋਂ ਚੁਕਾ ਲਓ। ਜਿਹਨੂੰ ਮਰਜ਼ੀ ਗਦਾਰ ਐਲਾਨ ਦਿਓ। ਜਿਹੜਾ RSS ਦੇ ਨਾਲ ਸਹਿਮਤ ਨਹੀਂ ਹੈ ਉਹਨੂੰ ਕਹੋ ਜੀ ਇਹ ਦੇਸ਼ ਧਰੋਹੀ ਹੈ, ਉਸ ਦੇ ਉੱਤੇ UAPA ਲਾ ਦਿਓ। ਸੋ ਇਹ ਸਾਰਾ ਅਸੀਂ ਜਿਹੜਾ 4 ਚੁਫੇਰੇ ਦੇਖ ਰਹੇ ਔਰ ਕਲੋਜ਼ਿੰਗ 'ਚ ਅਸੀਂ ਅੱਜ ਦਾ ਵਿਚਾਰ ਜਿਹੜਾ ਡਿਸਕਸ ਕਰਦੇ ਹਾਂ। ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀ ਹੈ ਭੀ ਵਿਗਸੈ ਅਸਨੇ ਜਲ ਮੈਂ ਜੀ ਉਪਾਏ ਕੇ ਬਿਨ ਜਲ ਮਰਨ ਤਿਨਹਿ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ ਰਹਾਉ। ਰਹਾਉ ਦੀ ਤੁਕ ਕੇਂਦਰੀ ਨੁਕਤਾ ਹੈ ਕਿ ਹੇ ਮੇਰੇ ਮਨ
ਉਸ ਵਾਹਿਗੁਰੂ ਦਾ ਪਿਆਰ ਆਪਣੇ ਅੰਦਰ ਪੈਦਾ ਕੀਤੇ ਬਿਨਾ ਤੂੰ ਮਾਇਆ ਦੀ ਜਕੜ ਤੋਂ ਕਿਵੇਂ ਬਚ ਸਕਦਾ ਹੈ, ਕਿਵੇਂ ਛੁੱਟ ਸਕਦਾ ਹੈ? ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ। ਕਿ ਜਿਹੜਾ ਵਾਹਿਗੁਰੂ ਹੈ ਉਹ ਸਾਰਿਆਂ ਦੇ ਅੰਦਰ ਹੀ ਜਿਹੜਾ ਹੈ ਉਹ ਰਵਦਾ ਹੈ। ਗੁਰਮੁਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ। ਬਖਸ਼ੇ ਭਗਤ ਭੰਡਾਰ, ਗੁਰਮੁਖ ਨੂੰ ਇਸ ਲਈ ਸਮਝ ਆਉਂਦੀ ਹੈ ਕਿ ਉਸ ਨੂੰ ਰੱਬ ਵੱਲੋਂ ਭਗਤੀ ਦਾ ਖਜ਼ਾਨਾ ਬਖਸ਼ਿਆ ਜਾਂਦਾ ਹੈ। ਔਰ ਜਦੋਂ ਉਹਨੂੰ ਸਮਝ ਉਸ ਖਜ਼ਾਨੇ ਦਾ ਉਹ ਮਾਲਕ ਬਣਦਾ ਹੈ ਤੇ ਫਿਰ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਉਹ ਵਾਹਿਗੁਰੂ ਹਰ ਜੀਅ ਦੇ ਅੰਦਰ, ਹਰ ਬੀਇੰਗ ਦੇ ਅੰਦਰ ਜਿਹੜਾ ਹੈ ਉਹ ਰਵਿਆ ਹੋਇਆ ਹੈ, ਉਹ ਪ੍ਰੈਜ਼ੈਂਟ ਹੈ। ਔਰ ਇਸ ਦੇ ਵਿੱਚ ਫਿਰ ਇਹ ਸਾਰੇ ਸ਼ਬਦ ਜਿਹਦੇ 8 ਪਦੇ ਨੇ, ਅਸੀਂ ਅੱਡ-ਅੱਡ ਉਦਾਹਰਨਾਂ ਦੇਖਦੇ ਹਾਂ, ਅੱਡ-ਅੱਡ ਜਿਹੜੇ ਨੇ ਮੈਟਾਫਰ ਨੇ, ਅਲੰਕਾਰ ਇਸਤੇਮਾਲ ਕੀਤੇ ਨੇ ਮਨ ਨੂੰ ਸਮਝਾਉਣ ਦੇ ਲਈ ਕਿ ਇਵੇਂ ਪ੍ਰੀਤ ਕਰ, ਇਵੇਂ ਰੱਬ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖ। ਰੇ ਮਨ ਐਸੇ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ। ਹੁਣ ਕਮਲ ਦਾ ਫਲਾਵਰ, ਲੋਟਸ ਫਲਾਵਰ ਚਿੱਕੜ ਦੇ ਵਿੱਚ ਹੁੰਦਾ ਹੈ, ਲੇਕਿਨ ਉਹ ਪਾਣੀ ਦਾ ਸਾਥ ਨਹੀਂ ਛੱਡਦਾ। ਕਿ ਜਿਵੇਂ ਜਲ ਔਰ ਕਮਲ ਦੀ ਆਪਸੀ ਸਾਂਝ ਹੈ, ਇਵੇਂ ਹੀ ਤੂੰ ਆਪਣੇ ਵਾਹਿਗੁਰੂ ਨਾਲ ਪ੍ਰੀਤ ਕਰ। ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇ। ਕਿ ਜਦੋਂ ਜ਼ੋਰ ਦੀ ਹਵਾ ਚੱਲਦੀ ਹੈ, ਪਾਣੀ ਦੇ ਜਾਂ ਲਹਿਰਾਂ, ਪਾਣੀ ਦੇ ਵਿੱਚ ਵੀ ਲਹਿਰਾਂ ਆਉਂਦੀਆਂ ਨੇ, ਉਹ ਇਹਦੇ ਬਾਵਜੂਦ ਉਹਦਾ ਸਾਥ ਨਹੀਂ ਛੱਡਦਾ, ਉਹ ਪਾਣੀ ਦੇ ਵਿੱਚ ਹੀ ਰਹਿੰਦਾ ਹੈ, ਉਹ ਉੱਥੋਂ ਨਿਕਲਦਾ ਨਹੀਂ ਹੈ। ਅਲੰਕਾਰ ਹੁੰਦਾ ਹੈ, ਹਾਲਾਂ ਉਹ ਤਾਂ ਉਹਨੇ ਕਿੱਥੇ ਜਾਣਾ, ਉਸ ਦੀਆਂ ਰੂਟਸ ਹੀ ਉਹਦੇ 'ਚ ਨੇ। ਹੁਣ ਦੂਸਰਾ ਜਿਹੜਾ ਉਦਾਹਰਣ ਦਿੱਤੀ ਗੁਰੂ ਸਾਹਿਬ ਨੇ, ਜਲ ਕਿ ਜਲ ਮੈਂ ਜੀਉ ਪਾਏ ਕਿ ਬਿਨ ਜਲ ਮਰਨ ਤਿਨੇ। ਕਿ ਵੀ ਜਲ ਦੇ ਵਿੱਚ ਜਿਹੜੇ ਉਪਜੇ ਹੋਏ ਜੀਵ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਸਾਡੀ ਜ਼ਿੰਦਗੀ ਇਹਦੇ ਨਾਲ ਹੀ ਹੈ। ਜੇ ਅਸੀਂ ਇਸ ਚੋਂ ਨਿਕਲ ਗਏ, ਜਿਵੇਂ ਮੱਛੀ ਦਾ ਹੁੰਦਾ ਹੈ, ਕਮਲ ਦਾ, ਜੇ ਉਹ ਨਿਕਲ ਗਿਆ ਤੇ ਫਿਰ ਮਰਨਾ ਹੈ। ਔਰ ਇਸੇ ਤਰ੍ਹਾਂ ਰੱਬ ਦੇ ਬੰਦੇ ਸਮਝਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ। ਕਿ ਜੇ ਸਾਡੀ ਜ਼ਿੰਦਗੀ ਹੈ ਤੇ ਰੱਬ ਦੇ ਨਾਲ ਜੁੜ ਕੇ ਹੀ ਹੈ। ਰੇ ਮਨ ਐਸੇ ਹਰਸਿਓ ਪ੍ਰੀਤ ਕਰ ਜੈਸੇ ਮਛਲੀ ਨੀਰ, ਜਿਉ ਅਧਿਕੋ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ। ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ। ਮੱਛੀ ਦੀ ਦੂਸਰੀ ਉਦਾਹਰਣ ਹੈ। ਮਨ ਨੂੰ ਕਿਹਾ ਵੀ ਤੂੰ ਇਵੇਂ ਪ੍ਰੀਤ ਕਰ ਰੱਬ ਦੇ ਨਾਲ ਜਿਵੇਂ ਮੱਛੀ ਦੀ ਪਾਣੀ ਨਾਲ ਹੈ। ਕਿਉਂ ਜਿਉਂ-ਜਿਉਂ ਪਾਣੀ ਵੱਧਦਾ ਤਿਉਂ-ਤਿਉਂ ਮੱਛੀ ਖੁਸ਼ ਹੁੰਦੀ ਹੈ, ਸੁੱਖ ਪਾਉਂਦੀ ਹੈ, ਔਰ ਉਸ ਦਾ ਮਨ ਤੇ ਤਨ ਜਿਹੜਾ ਉਹ ਠੰਡਾ ਹੁੰਦਾ ਹੈ। ਬਿਨ ਜਲ ਘੜੀ ਨਾ ਜੀਵੇ। ਜੇ ਉਹਨੂੰ ਤੁਸੀਂ ਪਾਣੀ ਤੋਂ ਬਾਹਰ ਕੱਢੋ ਤੇ ਉਹ ਇੱਕ ਪਲ ਵੀ ਨਹੀਂ ਜਿੰਦੀ ਹੈ। ਪ੍ਰਭ ਜਾਣੈ ਆਪ ਪੀਰ। ਹੁਣ ਉਹ ਜਦੋਂ ਬਾਹਰ ਨਿਕਲਦੀ ਹੈ ਤੇ ਫਿਰ ਇਵੇਂ ਹੀ ਸਮਝੋ ਕਿ ਸਿਰਫ ਰੱਬ ਹੀ ਉਹਦੇ ਮਨ ਦੀ ਪੀੜ ਨੂੰ ਜਾਣਦਾ ਹੈ, ਕਿਉਂਕਿ ਉਹ ਪਾਣੀ ਦੇ ਨਾਲ ਹੀ ਅਭੇਦ ਹੋਈ ਹੈ, ਉਸ ਦੇ ਨਾਲ ਉਸ ਦੀ ਪ੍ਰੀਤ ਹੈ। ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੇ ਚਾਤਰਿਕ ਮੋਹ, ਸਰ ਪਰ ਥਲ ਹਰਿਆਵਲੇ ਇੱਕ ਬੂੰਦ ਨਾ ਪਵੇ ਕਹਿ। ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇ। ਹੁਣ ਚਾਤਰਿਕ ਜਿਹੜਾ ਹੈ, ਇਸ ਨੂੰ ਅੰਗਰੇਜ਼ੀ ਦੇ ਵਿੱਚ ਰੇਨ ਬਰਡ ਕਹਿੰਦੇ ਨੇ। ਔਰ ਚਾਤਰਿਕ ਬਾਰੇ ਇਹ ਕਿਹਾ ਜਾਂਦਾ, ਪਪੀਹਾ ਵੀ ਕਿਹਾ ਜਾਂਦਾ ਹੈ, ਬਬੀਹਾ ਵੀ ਕਿਹਾ ਜਾਂਦਾ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਵੀ ਇਹ ਸਿਰਫ ਰੇਨ ਦੇ ਸੋਰਸ ਤੋਂ ਹੀ ਪਾਣੀ ਲੈਂਦਾ ਹੈ। ਜ਼ਮੀਨ 'ਚ ਜਿੰਨਾ ਮਰਜ਼ੀ ਪਾਣੀ ਹੈ, ਸਰੋਵਰ ਨੇ, ਤਲਾਬ ਨੇ, ਉਹ ਨਹੀਂ ਕਰਦਾ। ਔਰ ਉਸ ਦੀ ਆਵਾਜ਼, ਪ੍ਰਿਓ ਦੀ ਆਵਾਜ਼ ਉਸ ਦੀ, ਉਹ ਖੁਸ਼ ਉਦੋਂ ਹੀ ਹੁੰਦਾ ਜਦੋਂ ਮੀਂਹ ਪੈਂਦਾ। ਔਰ ਮੀਂਹ ਹੀ ਉਸ ਦਾ ਪਾਣੀ ਦਾ ਸੋਰਸ ਹੈ, ਉਹ ਧਰਤੀ ਦਾ ਪਾਣੀ ਨਹੀਂ ਲੈਂਦਾ। ਰੇ ਮਨ ਐਸੇ ਹਰਸੋ ਪ੍ਰੀਤ ਕਰ ਜੈਸੀ ਚਾਤਰਿਕ ਮੇ। ਕਿ ਜਿਵੇਂ ਪਪੀਹੇ ਦਾ, ਚਾਤਰਿਕ ਦਾ ਬਦਲਾਂ ਨਾਲ ਪਿਆਰ ਹੈ, ਮੇਹ ਨਾਲ ਪਿਆਰ ਹੈ, ਇਵੇਂ ਹੀ ਤੂੰ ਕਰ ਪਿਆਰ ਕਰ ਰੱਬ ਨਾਲ। ਸਰ ਪਰ ਥਲ ਹਰਿਆਵਲੇ ਇੱਕ ਬੂੰਦ ਨਾ ਪਵੇ ਕਿ ਭਾਵੇਂ ਸਰੋਵਰ ਭਰੇ ਹੋਣ, ਚਾਤਰਿਕ ਉਹਦੇ ਤੋਂ ਇੱਕ ਬੂੰਦ ਵੀ ਨਹੀਂ ਲੈਂਦਾ। ਕਰਮ ਮਿਲੈ ਸੋ ਪਾਈ ਹੈ ਕਿਰਤ ਪਿਆ ਸਿਰ ਦੇ। ਕਿ ਉਹਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਅਲਟੀਮੇਟਲੀ ਮੇਰੇ ਤੇ ਬਖਸ਼ਿਸ਼ ਹੋਏਗੀ, ਮੈਂ ਉਸ ਰੇਨ ਵਾਟਰ ਨੂੰ ਲਵਾਂਗਾ। ਔਰ ਉਹ ਆਪਣੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ। ਉਹ ਪਿਆਸਾ ਰਹਿ ਲੈਂਦਾ ਹੈ, ਲੇਕਿਨ ਆਪਣੇ ਸਾਧਨ ਦੇ ਉੱਤੇ ਹੀ ਡਿਪੈਂਡ ਕਰਦਾ ਹੈ, ਜਿਹੜਾ ਕਿ ਰੇਨ ਹੈ, ਰੇਨ ਵਾਟਰ ਹੈ। ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ
रे मन ऐसे हर्ष्यों प्रीत कर जैसे, और ये पहले दा ही है, रे मन ऐसे हर्ष्यों प्रीत कर जैसी जल दुध होए, आवटन आपे खपै, दुध को खपन ना दे, आपे मेल विछुनिया सच वड्याई दे। हुण दुध ते पानी दी प्रीत है कि पानी दुध दे विच आ जांदा है, दुध नूं अपना हिस्सा बना लैंदा है। जी। हुण क्या पर जदों अग बढ़दी है ਤੇ ਉਦੋਂ ਪਾਣੀ ਆਪਣੇ ਤੇ ਉਸ ਅੱਗ ਨੂੰ ਲੈਂਦਾ ਹੈ, ਕਿਉਂਕਿ ਪਾਣੀ ਸਭ ਉੜਦਾ ਉਹਦੇ ਚੋਂ, ਔਰ ਉਹ ਆਪਣੀ ਪ੍ਰੀਤ ਨਿਭਾਉਂਦਾ ਹੈ ਔਰ ਦੁੱਧ ਉਹਨੂੰ ਕਬੂਲ ਕਰਦਾ ਹੈ, ਉਹ ਦੁੱਧ ਦੇ ਲਈ ਆਪਣਾ ਆਪਾ ਕੁਰਬਾਨ ਕਰਦਾ ਹੈ। ਰੇ ਮਨ ਐਸੇ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਜਿਵੇਂ ਪਾਣੀ ਤੇ ਦੁੱਧ ਦੀ ਪ੍ਰੀਤ ਹੈ। ਆਵਟਨ ਆਪੇ ਖਵੇ, ਜਦੋਂ ਉਪਾਲਾ ਆਉਂਦਾ ਹੈ ਪਾਣੀ ਆਪਣੇ ਤੇ ਲੈਂਦਾ ਹੈ, ਦੁੱਧ ਕੋ ਖਪਣ ਨਾ ਦੇ, ਦੁੱਧ ਨੂੰ ਉਹ ਨਹੀਂ ਜਾਣ ਦਿੰਦਾ ਕਿਤੇ। ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ, ਵਾਹਿਗੁਰੂ ਆਪ ਹੀ ਵਿਛੋੜਦਾ, ਆਪ ਹੀ ਮਿਲਾਉਂਦਾ ਤੇ ਮੇਲ ਦੀ ਵਡਿਆਈ ਦਿੰਦਾ। ਰੇ ਮਨ ਐਸੇ ਹਰਸੋਂ ਪ੍ਰੀਤ ਕਰ ਜੈਸੇ ਚੱਕਵੀ ਸੂਰ, ਖਿਨ ਪਲ ਨੀਂਦ ਨਾ ਸੋਵੇ, ਜਾਣੈ ਦੂਰ ਹਜ਼ੂਰ, ਮਨਮੁਖ ਸੋਝੀ ਨਾ ਪਵੈ, ਗੁਰਮੁਖ ਸਦਾ ਹਜ਼ੂਰ। ਹੁਣ ਚੱਕਵੀ, ਇਸ ਬਾਰੇ ਵੀ ਕਿਹਾ ਜਾਂਦਾ ਹੈ ਕਿ ਚੱਕਵੀ ਦੀ ਸੂਰਜ ਦੇ ਨਾਲ ਪ੍ਰੀਤ ਹੁੰਦੀ ਹੈ, ਕਿ ਜਿਉਂ ਹੀ ਜਿਉਂ ਸੂਰਜ ਚੜ੍ਹਦਾ ਹੈ ਚੱਕਵੀ ਜਿਹੜੀ ਹੈ ਉਹ ਖਿੜਦੀ ਹੈ, ਔਰ ਜਿਉਂ ਹੀ ਜਿਹੜੀ ਹੈ ਸੂਰਜ ਚਲਾ ਜਾਂਦਾ ਹੈ ਉਹ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਸੂਰਜ ਤੋਂ, ਔਰ ਉਸ ਦੇ ਵਿਰਾਗ 'ਚ ਰਹਿੰਦੀ ਹੈ। ਸੋ ਭਾਈ ਜਿਵੇਂ ਚੱਕਵੀ ਦਾ ਸੂਰਜ ਨਾਲ ਮੋਹ ਹੈ, ਇਵੇਂ ਤੂੰ ਜਾਣ ਖਿਨ ਪਲ ਨੀਂਦ ਨਾ ਸੋਵੇ, ਜਾਣੈ ਦੂਰ। ਰਾਤ ਜਦੋਂ ਪੈਂਦੀ ਹੈ ਤੇ ਉਹ ਬਿਲਕੁਲ ਬੇਚੈਨ ਰਹਿੰਦੀ ਹੈ ਕਿ ਕਿਹੜੇ ਵੇਲੇ ਸੂਰਜ ਚੜ੍ਹੇ ਤੇ ਉਹ ਆਪਣੇ ਚਾਅ ਦੇ ਵਿੱਚ ਆਏ। ਮਨਮੁਖ ਸੋਝੀ ਨਾ ਪਵੈ, ਗੁਰਮੁਖ ਸਦਾ ਹਜ਼ੂਰ। ਇਹ ਸਾਰੀਆਂ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਮਨਮੁਖ ਨੂੰ ਇਸ ਗੱਲ ਦੀ ਸੋਝੀ ਨਹੀਂ ਪੈਂਦੀ, ਉਹ ਰੱਬ ਨੂੰ ਦੂਰ ਸਮਝਦਾ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਚੱਕਵੀ ਸੂਰ ਵਾਂਗ, ਪਾਣੀ ਦੁੱਧ ਵਾਂਗ, ਮੱਛੀ ਜਲ ਵਾਂਗ, ਕਮਲ ਤੇ ਪਾਣੀ ਵਾਂਗ ਉਸ ਪ੍ਰੀਤ ਨੂੰ ਨਿਭਾਉਂਦੇ ਨੇ। ਮਨਮੁਖ ਗਣਤ ਗਣਾਵਣੀ, ਕਰਤਾ ਕਰੇ ਸੋ ਹੋਏ, ਤਾਂ ਕਿ ਕੀਮਤ ਨਾ ਪਵੈ, ਜੇ ਲੋਚੈ ਸਭ ਕੋਏ, ਗੁਰਮਤ ਹੋਏ ਤਾਂ ਪਾਈ ਹੈ, ਸੱਚ ਮਿਲੈ ਸੁਖ ਹੋਏ। ਕਿ ਮਨਮੁਖ ਜਿਹੜਾ ਹੈ ਉਹ ਗਿਣਤੀਆਂ ਦੇ ਵਿੱਚ ਪਿਆ ਰਹਿੰਦਾ ਹੈ, ਉਸ ਨੂੰ ਵਾਹਿਗੁਰੂ ਦੀ ਕੋਈ ਕੀਮਤ ਨਹੀਂ ਹੈ, ਔਰ ਜੇ ਉਹਦੇ ਅੰਦਰ ਗੁਰਮਤ ਹੋਏ ਤਾਂ ਹੀ ਉਹ ਇਸ ਸਮਝ ਨੂੰ ਸਮਝ ਸਕਦਾ ਹੈ ਤੇ ਸੱਚ ਦੇ ਨਾਲ ਮਿਲ ਕੇ ਹੀ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਸੱਚਾ ਨੇਹੋ ਨਾ ਟੁੱਟੇ, ਜੇ ਸਤਿਗੁਰ ਭੇਟੇ ਸੋਏ, ਗਿਆਨ ਪਦਾਰਥ ਪਾਈਐ, ਤ੍ਰਿਭਵਨ ਸੋਝੀ ਹੋਏ, ਨਿਰਮਲ ਨਾਮ ਨਾ ਵਿਸਰੈ, ਜੇ ਗੁਣ ਕਾ ਗਾਹਕ ਹੋਏ। ਕਿ ਜਿਨ੍ਹਾਂ ਦੀ ਮੁਹੱਬਤ ਸੱਚੀ ਹੈ, ਸੱਚਾ ਨੇਹ ਹੈ, ਉਹ ਸਤਿਗੁਰੂ ਨੂੰ ਮਿਲਦੇ ਨੇ, ਗਿਆਨ ਦੇ ਪਦਾਰਥ ਨੂੰ ਪਾਉਂਦੇ ਨੇ, ਔਰ ਸਤਿਗੁਰੂ ਨਾਲ ਮਿਲ ਕੇ ਤਿੰਨਾਂ ਲੋਕਾਂ ਦੀ ਉਹਨਾਂ ਨੂੰ ਸੋਝੀ ਹੁੰਦੀ ਹੈ, ਉਹਨਾਂ ਦਾ ਮਨ ਨਿਰਮਲ ਹੁੰਦਾ ਹੈ, ਉਹਨਾਂ ਨੂੰ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਕਦੇ। ਉਹ ਅਸਲੀ ਗੁਣ ਦੇ ਗਾਹਕ ਨੇ। ਖੇਲ ਗਏ ਸੇ ਪੰਖਣੂ, ਜੋ ਚੁਗਦੇ ਸਰ ਤਾਲ, ਘੜੀ ਕੇ ਮੋਹਤ ਕੇ ਚੱਲਣਾ, ਖੇਲਣ ਅੱਜ ਕੇ ਕੱਲ, ਜਿਸ ਤੂੰ ਮੇਲੈ ਸੋ ਮਿਲੈ, ਜਾਏ ਸੱਚਾ ਪਿੜ ਮਲ। ਕਿ ਹੁਣ ਪੰਛੀਆਂ ਦੀ ਗੱਲ ਹੈ ਕਿ ਜਿਹੜੇ ਉਹ ਪੰਛੀ ਖੇਲ ਗਏ ਸੋ ਪੰਖਣੂ, ਜੋ ਚੁਗਦੇ ਸਰ ਤਲ, ਕਿ ਜਿਹੜੇ ਉਸ ਸਰੋਵਰ ਦੇ ਤਲ ਦੇ ਉੱਤੇ ਖੇਡਦੇ ਸਨ, ਚੁਗਦੇ ਸਨ, ਉਹ ਚਲੇ ਗਏ। ਇਹ ਵਿਯੋਗ ਜਿਹੜਾ ਇੱਥੋਂ ਤੁਰ ਜਾਣ ਦੀ ਗੱਲ ਹੈ ਕਿ ਘੜੀ ਕੇ ਮੋਹਤ ਕੇ ਚੱਲਣਾ, ਖੇਲਣ ਅੱਜ ਕੇ ਕੱਲ। ਕਿ ਭਾਈ ਅਸੀਂ ਅੱਜ ਜਾਂ ਕੱਲ ਘੜੀ ਮੋਹਤ ਨੂੰ ਇਸ ਦੁਨੀਆ ਤੋਂ ਤੁਰ ਜਾਣਾ। ਜਿਸ ਤੂੰ ਮੇਲੇ ਸੋ ਮਿਲੈ, ਜਾਏ ਸੱਚਾ ਪਿੜ ਮਲ। ਕਿ ਜਿਸ ਨੂੰ ਤੂੰ ਆਪਣੇ ਨਾਲ ਮਿਲਦਾ ਹੈ ਉਹੀ ਮਿਲਦਾ ਹੈ, ਔਰ ਉਹੀ ਸੱਚ ਨੂੰ ਜਿਹੜਾ ਉਹ ਪ੍ਰਾਪਤ ਕਰਦਾ ਹੈ, ਸੱਚ ਦੇ ਨਾਲ ਮਿਲਦਾ ਹੈ। ਔਰ ਅਖੀਰ 'ਚ ਬਿਨ ਗੁਰ ਪ੍ਰੀਤ ਨਾ ਉਪਜੈ, ਹਉਮੈ ਮੈਲ ਨਾ ਜਾਏ, ਸੋਹੰਗ ਆਪ ਪਛਾਣੀ ਹੈ, ਸ਼ਬਦ ਭੇਦ ਪਤੀ ਆਏ, ਗੁਰਮੁਖ ਆਪ ਪਛਾਣੀ ਹੈ, ਅਵਰ ਕੇ ਕਰੇ ਕਰਾਏ। ਕਿ ਗੁਰੂ ਤੋਂ ਬਿਨਾਂ ਅੰਦਰ ਪ੍ਰੀਤ ਪੈਦਾ ਨਹੀਂ ਹੁੰਦੀ, ਹਉਮੈ ਦੀ ਮੈਲ ਨਹੀਂ ਜਾਂਦੀ। ਉਸ ਵਾਹਿਗੁਰੂ ਨੂੰ ਅਸੀਂ ਪਛਾਣ ਨਹੀਂ ਸਕਦੇ ਜਦੋਂ ਤੱਕ ਸ਼ਬਦ ਦੇ ਨਾਲ ਭੇਦੇ ਨਹੀਂ ਜਾਂਦੇ, ਸ਼ਬਦ ਸਾਡੇ ਅੰਦਰ ਨਹੀਂ ਪੁੱਟਦਾ। ਗੁਰਮੁਖ ਆਪਣੇ ਆਪ ਨੂੰ ਪਛਾਣਦਾ ਔਰ ਉਹਨੂੰ ਇਹ ਸਮਝ ਆਉਂਦੀ ਹੈ ਕਿ ਸਭ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਹੈ, ਹੋਰ ਕੋਈ ਨਹੀਂ ਹੈ। ਮਿਲਿਆ ਕਾ ਕਿਆ ਮੇਲੀ ਹੈ, ਸ਼ਬਦ ਮਿਲੈ ਪਤੀ ਆਏ, ਮਨਮੁਖ ਸੋਝੀ ਨਾ ਪਵੈ, ਵਿਛੜ ਚੋਟਾਂ ਖਾਏ, ਨਾਨਕ ਦਰ ਕਰ ਏਕ ਹੈ, ਅਵਰ ਨਾ ਦੂਜੀ ਜਾਏ।
ਕਿ ਜਿਹੜੇ ਉਸ ਵਾਹਿਗੁਰੂ ਦੇ ਨਾਲ ਮਿਲੇ ਹੋਏ ਨੇ, ਸ਼ਬਦ ਦੇ ਨਾਲ ਉਹ ਜੁੜ ਜਾਂਦੇ ਨੇ। ਮਨਮੁਖ ਨੂੰ ਕਦੇ ਇਸ ਦੀ ਸੋਝੀ ਨਹੀਂ ਪੈਂਦੀ। ਮਨਮੁਖ ਵਾਹਿਗੁਰੂ ਤੋਂ ਵਿਛੜ ਕੇ ਚੋਟਾਂ ਖਾਂਦੇ ਨੇ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਨਾਨਕ ਦਰ ਘਰ ਏਕ ਹੈ, ਕਿ ਉਹੀ ਇੱਕ ਉਸ ਵਾਹਿਗੁਰੂ ਦਾ ਘਰ ਹੈ, ਅਵਰ ਨਾ ਦੂਜੀ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।